काम है। बोल कर गल कर अच्छा कर दूंगा बस। बस थोड़ा हो जाता, थोड़ा हो जाता क्या करना है? ठीक है। हेलो, बुलाएंगे हाँ। हेलो, बुलाना यार इन मैं पूछता रही हूँ थोड़े ना, नहीं तो कहूंगी मैं। दोस्त जुड़ गए। उधर को आवाज आ रही है, नहीं बोलेंगे, शुरू कर दी पीछे लोग नहीं। जय गुरु जी, मेरी आवाज आ रही है कि नहीं आ रही? क्योंकि मैंने पता ही नहीं लग रहा ਤੁਹਾਡੀ ਸੰਗਤ जो है वो मतलब मेरी आवाज सुन रही है नहीं सुन रही। अंकल मैंने दसो एक बारी बोल के कि तुम सुन रहे हो? जय गुरु जी अंकल जी, शुरू करिए। टेलीफोन कर किदा पता अच्छा। जय गुरु जी बेटे, गुरु जी नूं ते सारी संगत नूं मेरा कोटि कोटि प्रणाम। बड़ा खुशी का दिन है कि अज गुरु जी का सत्संग करन दा तुहाडे रूबरू होने का मैनूं मौका मिलिया। तुसीं मेरे सत्संग बहुत सुने होणगे गुरु जी के बारे। गुरु जी मेरे बचपन के दोस्त सी। मैं ज़्यादा टाइम मतलब मैं ज़्यादा क्योंकि मैं ना तो कोई विद्वान है ना कोई मैं ज्ञानी बंदा, मैं सीधा गुरु जी नाल जो बचपन बीतिया, गुरु जी की शक्ति थी, किद्दां हो रहे, किद्दां मेरे नाल जिंदगी गुजारी, मैं उहदे बारे ही तुहानूं दस्सण लग्या। गल 1962 तो शुरू होंदी है साडे प्यार दी। 1962 ਦੇ ਵਿੱਚ ਮੇਰੇ ਅੰਕਲ ਜਿਹੜੇ ਪਟਵਾਰੀ ਸੀ ਉਹਨਾਂ ਦੀ ਦੁਗਰੀ ਪਿੰਡ ਦੀ ਪੋਸਟਿੰਗ ਹੋਈ। ਮੈਂ ਮੇਰੇ ਅੰਕਲ ਦੇ ਨਾਲ ਦੁਗਰੀ ਗਿਆ, ਸਕੂਲ 'ਚ ਐਡਮਿਸ਼ਨ ਲਈ 1962 ਦੇ ਵਿੱਚ। ਤਾਂ ਮੈਂ ਪਹਿਲੇ ਦਿਨ ਜਦ ਸਕੂਲ 'ਚ ਐਡਮਿਸ਼ਨ ਲੈ ਕੇ ਅੰਦਰ ਗਿਆ, ਗਰਾਊਂਡ 'ਚ ਸਾਰੇ ਬੱਚੇ ਖੇਡ ਰਹੇ ਸੀ ਤਾਂ ਇੱਕ ਬੱਚਾ ਚੁੱਪਚਾਪ ਬੈਠਾ ਸੀ। ਮੈਂ ਉਹਨਾਂ ਨੂੰ ਪੁੱਛਿਆ ਤੁਸੀਂ ਕਿਉਂ ਨਹੀਂ ਖੇਡ ਰਹੇ, ਤੁਹਾਡਾ ਕੀ ਨਾਮ ਹੈ? ਉਹਨਾਂ ਨੇ ਕਿਹਾ ਮੈਂ ਨਿਰਮਲ ਸਿੰਘ ਹੈ। ਇਸ ਤੋਂ ਬਾਅਦ ਕੋਈ ਜਵਾਬ ਨਹੀਂ ਦਿੱਤਾ। ਤੇ ਮੈਨੂੰ ਉਹਨਾਂ ਨੇ ਪੁੱਛਿਆ ਕਿ ਤੁਸੀਂ ਕੌਣ ਹੋ, ਮੈਂ ਤੁਹਾਨੂੰ ਕਦੇ ਪਹਿਲਾਂ ਨਹੀਂ ਦੇਖਿਆ। ਮੈਂ ਉਹਨਾਂ ਨੂੰ ਦੱਸਿਆ ਜੀ ਮੈਂ ਸ਼ਿਵ ਕੁਮਾਰ ਹਾਂ, ਮੈਂ ਅੱਜ ਹੀ ਇਹ ਸਕੂਲ 'ਚ ਐਡਮਿਸ਼ਨ ਲਈ ਹੈ। ਤੇ ਇਹ ਗੱਲਾਂ ਕਰਦੇ ਕਰਦੇ ਸਾਡਾ ਪਹਿਲੇ ਦਿਨ ਇੰਨਾ ਪਿਆਰ ਹੋ ਗਿਆ ਕਿ ਸ਼ਾਮ ਨੂੰ ਜਦੋਂ ਅਸੀਂ ਘਰ ਆਏ ਤੇ ਇੱਕ ਦੂਜੇ ਨਾਲ, ਮੈਨੂੰ ਹਾਲੇ ਵੀ ਯਾਦ ਆ, ਮੋਢੇ ਸਾਡੇ ਹੱਥ ਇੱਕ ਦੂਜੇ ਦੇ ਰੱਖੇ ਹੋਏ ਸੀ ਤੇ ਅਸੀਂ ਆਪਣੇ ਘਰ ਵੱਲ ਨੂੰ ਆ ਰਹੇ ਸੀ। ਸਕੂਲ ਦੀ ਪਿੰਡ ਦੀ ਫਿਰਨੀ ਤੇ ਆ ਕੇ, ਜਿਹਨੂੰ ਆਪਾਂ ਤੁਹਾਡੇ ਦਾ ਰਿੰਗ ਰੋਡ ਹੈ, ਸਾਡੇ ਪਿੰਡਾਂ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਬਾਈਪਾਸ ਕਹਿ ਦਿੰਦੇ ਨੇ, ਪਿੰਡਾਂ ਦੇ ਵਿੱਚ ਉਹਨੂੰ ਫਿਰਨੀ ਕਿਹਾ ਜਾਂਦਾ। ਜੇ ਅਸੀਂ ਫਿਰਨੀ ਤੇ ਪਹੁੰਚੇ, ਪਿੰਡ ਦੀ ਫਿਰਨੀ ਤੇ ਪਹੁੰਚੇ ਤਾਂ ਇਹ ਵਾਅਦਾ ਕਰਕੇ ਚੱਲੇ ਵੀ ਸਵੇਰੇ ਆਪਾਂ ਇੱਥੇ ਇਕੱਠੇ ਹੋਵਾਂਗੇ, ਫਿਰ ਇਕੱਠੇ ਸਕੂਲ ਚੱਲਾਂਗੇ।
ਖੈਰ ਸਾਡਾ ਰੂਟੀਨ ਬਣ ਗਿਆ ਸੀ ਕਿ ਇਕੱਠੇ ਸਕੂਲ ਆਣਾ, ਇਕੱਠੇ ਜਾਣਾ। 1962 ਦੇ ਵਿੱਚ ਗੁਰੂ ਜੀ 10 ਸਾਲ ਦੇ ਸੀ, ਮੈਂ ਉਦੋਂ 8 ਸਾਲ। ਗੁਰੂ ਜੀ ਮੇਰੇ ਤੋਂ 2 ਸਾਲ ਵੱਡੇ ਸੀ, ਪਰ ਸਾਡਾ ਇੰਨਾ ਪਿਆਰ ਹੋ ਗਿਆ ਸੀ ਕਿ ਅਸੀਂ ਕਦੇ ਜੁਦਾ ਨਹੀਂ ਸੀ ਹੁੰਦੇ। ਸਕੂਲ ਇਕੱਠੇ ਆਉਂਦੇ, ਇਕੱਠੇ ਜਾਂਦੇ। ਸਾਡੇ ਕੋਲ ਇੱਕ ਸਾਈਕਲ ਹੁੰਦਾ ਸੀ। ਅੱਧੇ ਰਸਤੇ ਗੁਰੂ ਜੀ ਸਾਈਕਲ ਚਲਾਉਂਦੇ, ਅੱਧੇ ਰਸਤੇ ਮੈਂ ਸਾਈਕਲ ਚਲਾਉਂਦਾ। ਛੋਟੇ ਹੁੰਦੇ ਸਕੂਲ ਗਏ, ਫਿਰ ਵੱਡੇ ਹੋਏ ਕਾਲਜ ਗਏ। ਕਾਲਜ ਤਕਰੀਬਨ ਦੁਗਰੀ ਤੋਂ ਸਾਡਾ ਕਾਲਜ 16-17 ਕਿਲੋਮੀਟਰ ਸੀ। ਕਦੇ ਗੁਰੂ ਜੀ ਨੇ ਨਹੀਂ ਸੀ ਕਿਹਾ ਸ਼ਿਵ ਤੂੰ ਕਿਤੋਂ ਸਾਈਕਲ ਚਲਵਾਉਣਾ, ਕਿਉਂਕਿ ਉਹਨਾਂ ਨੇ ਆਪਣੀ ਜਿਹੜੀ ਮਹਿਮਾ ਸੀ, ਆਪਣਾ ਭੇਦ ਛੁਪਾ ਕੇ ਰੱਖਿਆ। ਦੋਸਤੀ ਦੇ ਰੂਪ ਵਿੱਚ ਹੀ ਮੇਰੇ ਨਾਲ ਰਹੇ, ਦੋਸਤੀ ਨਿਭਾਉਂਦੇ ਰਹੇ। ਅੱਧੇ ਰਸਤੇ ਗੁਰੂ ਜੀ ਨੇ ਸਾਈਕਲ ਚਲਾਉਣਾ, 8.5 ਕਿਲੋਮੀਟਰ ਗੁਰੂ ਜੀ ਚਲਾਉਂਦੇ, 8.5 ਕਿਲੋਮੀਟਰ ਮੈਂ ਸਾਈਕਲ ਚਲਾਉਣਾ। ਸਾਡੀ ਜ਼ਿੰਦਗੀ ਸੀ ਬੀਤ ਰਹੀ ਸੀ, ਬੜੀ ਹੱਸੀਆਂ ਖੁਸ਼ੀਆਂ ਨਾਲ ਅਸੀਂ ਬਿਤਾ ਰਹੇ ਸੀ। ਟਾਈਮ ਬੀਤਦਾ ਗਿਆ, ਸਕੂਲ ਪਾਸ ਕੀਤਾ, ਕਾਲਜ ਚਲੇ ਗਏ। ਕਾਲਜ ਦੇ ਵਿੱਚ ਵੀ ਸਾਡੀ ਜ਼ਿੰਦਗੀ ਬੜੀ ਫਸਟ ਕਲਾਸ ਨਿਕਲੀ। ਮੈਂ ਤੇ ਗੁਰੂ ਜੀ ਤਕਰੀਬਨ 16-17 ਸਾਲ ਇੱਕ ਮੰਜੀ ਤੇ ਸੌਂਦੇ ਰਹੇ। ਇੱਕ ਮੰਜੀ ਤੇ ਹਾਰਡ ਬੈਡ ਨਹੀਂ ਸੀ, ਉਹ ਮੰਜੀ ਹੁੰਦੀ ਸੀ। ਇੱਕ ਥਾਲੀ ਵਿੱਚ ਖਾਣਾ ਖਾਣਾ, ਇਕੱਠੇ ਸੌਣਾ, ਬਹੁਤ ਪਿਆਰ। ਇੰਨਾ ਕਿਸੇ ਦੋਸਤ ਦਾ ਪਿਆਰ ਨਹੀਂ ਹੋਣਾ ਜਿੰਨਾ ਸਾਡਾ ਪਿਆਰ ਸੀ। ਸਭ ਨਾਲੋਂ ਪਹਿਲਾਂ ਜਿਹੜਾ ਗੁਰੂ ਜੀ ਨੇ ਦਿਖਾਇਆ ਕਿ ਸ਼ਿਵ ਤੇਰਾ ਦੋਸਤ ਇੱਕ ਸਧਾਰਨ ਲੜਕਾ ਨਹੀਂ ਹੈ, ਉਹ ਇਹ ਸੀ ਕਿ 1970 ਦੀ ਗੱਲ ਹੈ, ਮਾਰਚ 1970 ਦੀ ਗੱਲ ਹੈ। ਮੈਂ ਤੇ ਗੁਰੂ ਜੀ ਇਕੱਠੇ ਸੌਂਦੇ ਸੀ, ਪਹਿਲਾਂ ਛੋਟੇ ਹੁੰਦੇ ਸੀ, ਕੋਈ ਪ੍ਰੋਬਲਮ ਨਹੀਂ ਸੀ ਇਕੱਠੇ ਸੌਣਾ। ਗੁਰੂ ਜੀ ਨੇ ਸਾਰੀ ਰਾਤ ਬੈਠ ਜਾਣਾ। ਪਿੰਡਾਂ ਦੇ ਵਿੱਚ ਘੜੀਆਂ ਨਹੀਂ ਹੁੰਦੀਆਂ ਸੀ, ਇਹੀ ਸੀ ਵੀ ਅੱਧੀ ਰਾਤ ਹੋ ਗਈ, ਜਦੋਂ ਗੁਰੂ ਜੀ ਮੈਂ ਜਾਗ ਅੱਖ ਖੁੱਲ੍ਹਣੀ ਅੱਧੀ ਰਾਤ ਤਾਂ ਗੁਰੂ ਜੀ ਨੇ ਬੈਠੇ ਹੋਣਾ, ਕੋਈ ਤਪੱਸਿਆ ਕਰਨੀ। ਮੈਂ ਗੁਰੂ ਜੀ ਨੂੰ ਪਹਿਲਾਂ ਛੋਟੇ ਹੁੰਦੇ ਸੀ, ਕੋਈ ਪ੍ਰੋਬਲਮ ਨਹੀਂ ਆਈ। ਜੋ ਵੱਡੇ ਹੋ ਗਏ, ਸਾਡੇ ਸਰੀਰ ਵੀ ਵੱਡੇ ਹੋਏ, ਤਾਂ ਮੈਂ ਗੁਰੂ ਜੀ ਨੂੰ ਕਿਹਾ ਗੁਰੂ ਜੀ ਦੋਸਤ ਤੁਸੀਂ ਸਾਰੀ ਰਾਤ ਬੈਠਦੇ ਹੋ, ਮੈਂ ਇੱਕ ਸਾਈਡ ਤੇ ਲੇਟਿਆ ਰਹਿਣਾ, ਮੈਨੂੰ ਨੀਂਦ ਨਹੀਂ ਆਉਂਦੀ, ਮੈਂ ਥੱਕ ਜਾਂਦਾ ਇੱਕ ਸਾਈਡ ਤੇ, ਤੁਸੀਂ ਰਾਤ ਨੂੰ ਨਾ ਬੈਠਿਆ ਕਰੋ, ਸੌਂ ਜਾਇਆ ਕਰੋ। ਗੁਰੂ ਜੀ ਮੈਨੂੰ ਟਾਲ ਦਿੰਦੇ ਸੀ, ਕੋਈ ਨਾ ਸ਼ਿਵ ਕੋਈ ਨਾ। ਮੈਂ ਫਿਰ ਗੁਰੂ ਜੀ ਨੂੰ ਕਈ ਵਾਰੀ ਕਿਹਾ ਗੁਰੂ ਜੀ ਆਪਾਂ ਵੱਖ-ਵੱਖ ਸੌਂ ਜਾਇਆ ਕਰੀਏ, ਕਿਉਂਕਿ ਮੈਂ ਤਾਂ ਬਹੁਤ ਪਰੇਸ਼ਾਨ ਹੋ ਜਾਂਦਾ। ਨਾ ਗੁਰੂ ਜੀ ਵੱਖ ਸੌਣ ਦਿੰਦੇ ਸੀ, ਪਿਆਰ ਵੀ ਇੰਨਾ ਸੀ। ਇੱਕ ਦਿਨ ਮੈਂ ਜਿੱਦ ਫੜਦੀ ਕਿ ਦੋਸਤ ਮੈਨੂੰ ਤੁਸੀਂ ਦੱਸੋ ਤੁਸੀਂ ਸਾਰੀ ਰਾਤ ਬੈਠ ਕੇ ਕੀ ਕਰਦੇ ਹੋ। ਗੁਰੂ ਜੀ ਕਹਿੰਦੇ ਸ਼ਿਵ ਤੂੰ ਜਿੱਦ ਫੜਦੀ ਹੈ, ਤੂੰ ਮੇਰਾ ਦੋਸਤ ਹੈ, ਚੱਲ ਅੱਜ ਬੈਠ ਤੈਨੂੰ ਮੈਂ ਦੱਸ ਦਿੰਦਾ ਮੈਂ ਕੀ ਕਰ। ਰਾਤ ਦਾ ਤਕਰੀਬਨ ਪਤਾ ਨਹੀਂ ਕੀ ਟਾਈਮ ਸੀ, ਇਹੀ ਕਹਿੰਦੇ ਹੁੰਦੇ ਸੀ ਅੱਧੀ ਰਾਤ ਹੋ ਗਈ ਹੈ। ਪਿੰਡਾਂ ਦੇ ਵਿੱਚ ਘੜੀਆਂ ਕਿਸੇ ਕੋਲ ਹੁੰਦੀਆਂ ਨਹੀਂ ਸੀਆਂ। ਅੱਧੀ ਰਾਤ ਦਾ ਟਾਈਮ ਸੀ। ਗੁਰੂ ਜੀ ਸਰਾਣੇ ਵੱਲ ਬੈਠੇ ਸੀ, ਮੈਂ ਪੈਰਾਂ ਵੱਲ ਬੈਠ ਗਿਆ। ਸ਼ਿਵ ਅੱਖਾਂ ਬੰਦ ਕਰ ਲੈ। ਮੈਂ ਕਿਹਾ ਦੋਸਤ ਅੱਖਾਂ ਬੰਦ ਕਰਨ ਦੀ ਕੀ ਜ਼ਰੂਰਤ ਹੈ, ਤੁਸੀਂ ਤਾਂ ਮੈਨੂੰ 2 ਫੁੱਟ ਤੇ ਬੈਠੇ ਦਿਖਾਈ ਨਹੀਂ ਦੇ ਰਹੇ। ਦੁੱਗਰੀ ਪਿੰਡ ਵਿੱਚ ਲਾਈਟ ਹੁੰਦੀ ਨਹੀਂ ਸੀ, ਤੁਸੀਂ ਮੈਨੂੰ ਨਹੀਂ ਦਿਖਾਈ ਦੇ ਰਹੇ। ਕਹਿੰਦੇ ਨਹੀਂ ਸ਼ਿਵ ਤੂੰ ਅੱਖਾਂ ਬੰਦ ਕਰ ਲੈ। ਉਹਨਾਂ ਦੇ ਜ਼ਿਆਦਾ ਕਹਿਣ ਤੇ ਮੈਂ ਅੱਖਾਂ ਬੰਦ ਕਰ ਲਈਆਂ। ਜਦੋਂ ਉਹਨੇ ਜ਼ਿਆਦਾ ਕਿਹਾ, ਕਿਉਂਕਿ ਦੀਵਾ ਵੀ ਅਸੀਂ ਬੰਦ ਕਰਤਾ ਸੀ, ਜਿਹੜਾ ਦੀਵਾ ਨਾਲ ਪੜ੍ਹਦੇ ਸੀ ਅਸੀਂ। ਮੈਂ ਅੱਖਾਂ ਬੰਦ ਕੀਤੀਆਂ, ਹਾਰਡਲੀ 10 ਸੈਕਿੰਡ ਵੀ ਨਹੀਂ ਹੋਏ ਸੀ ਅੱਖਾਂ ਬੰਦ ਕਰੀਆਂ ਨੂੰ। ਸ਼ਿਵ ਅੱਖਾਂ ਖੋਲ ਕੇ ਦੇਖ ਲੈ ਮੈਂ ਕੀ ਕਰ ਰਹਾ। ਜਦੋਂ ਮੈਂ ਸੀਨ ਯਾਦ ਕਰਦਾ, ਮੇਰੇ ਸਾਹਮਣੇ 2 ਫੁੱਟ ਤੇ ਜਿੱਥੇ ਗੁਰੂ ਜੀ ਹਨੇਰੇ ਵਿੱਚ ਬੈਠੇ ਸੀ, ਹਨੇਰੇ ਦੀ ਜਗ੍ਹਾ ਚਾਨਣ ਸੀ ਤੇ ਸਾਕਸ਼ਾਤ ਭੋਲੇਨਾਥ ਜੀ ਦੇ ਰੂਪ ਵਿੱਚ ਗੁਰੂ ਜੀ ਮੇਰੇ ਸਾਹਮਣੇ ਬੈਠੇ ਸੀ। ਚਾਨਣ ਦੇ ਵਿੱਚ ਸਾਕਸ਼ਾਤ ਭੋਲੇਨਾਥ ਜੀ। ਮੈਂ ਇੱਕਦਮ ਨਹੀਂ ਪਹਿਚਾਨਿਆ, ਕਿਉਂਕਿ ਸਾਨੂੰ ਬੱਚੇ ਨੂੰ ਡਰਾਇਆ ਜਾਂਦਾ ਸੀ ਪਿੰਡਾਂ ਚੋਂ ਕਿ ਭੂਤ ਆ ਗਿਆ, ਭੂਤ ਆ ਗਿਆ, ਪ੍ਰੇਤ ਆ ਗਿਆ, ਭਾਗੋ ਦੌੜੋ ਘਰ ਆ ਜਾਓ, ਸ਼ਾਮ ਹੋ ਗਈ ਹੈ। ਪਹਿਲਾਂ ਤਾਂ ਮੈਂ ਡਰ ਗਿਆ, ਪਤਾ ਨਹੀਂ ਭੂਤ ਦਾ ਕੀ ਹੈ। ਪਰ ਇੱਕਦਮ ਮੈਂ ਸੋਚਿਆ ਨਹੀਂ, ਇਹ ਤਾਂ ਮੈਂ ਆਪਣਾ ਕੈਲੰਡਰਾਂ ਦੇ ਉੱਤੇ ਦੇਖਣਾ, ਮੰਦਰਾਂ ਦੇ ਵਿੱਚ ਦੇਖਣਾ, ਇਹ ਤਾਂ ਭੋਲੇਨਾਥ ਜੀ ਨੇ, ਸ਼ਿਵ ਭੋਲੇਨਾਥ ਜੀ ਨੇ। ਬਸ ਮੈਨੂੰ ਇੰਨਾ ਸਮਝਣ ਦਾ ਸੋਚਣ ਦਾ ਮੌਕਾ ਨਹੀਂ ਮਿਲਿਆ। ਇੰਨਾ ਮੈਂ ਦੇਖਿਆ, ਪਹਿਚਾਨ ਲਿਆ, ਤਾਂ ਮੈਂ ਅੱਖਾਂ ਝਪਕੀਆਂ। ਜਦੋਂ ਦੁਬਾਰਾ ਅੱਖਾਂ ਖੋਲੀਆਂ ਤਾਂ ਫਿਰ ਉਹੀ ਹਨੇਰਾ ਸੀ। ਹਨੇਰੇ 'ਚੋਂ ਆਵਾਜ਼ ਆਈ ਸ਼ਿਵ ਕੁਛ ਹੋਰ ਦੇਖਣਾ ਚਾਹੁੰਦਾ। ਮੈਂ ਕਿਹਾ ਨਹੀਂ ਦੋਸਤ ਤੁਸੀਂ ਕਰਦੇ ਰਹੋ, ਮੈਂ ਨਹੀਂ ਕੁਛ ਹੋਰ ਦੇਖਣਾ ਚਾਹੁੰਦਾ, ਤੁਸੀਂ ਆਪਣਾ ਕਰਦੇ ਰਹੋ। ਉਸ ਤੋਂ ਬਾਅਦ ਗੁਰੂ ਜੀ ਨੇ ਆਪਣੀ ਮੈਂ ਡਿਸਟਰਬ ਨਹੀਂ ਕੀਤਾ, ਚਾਹੇ ਮੈਂ ਔਖਾ ਸੁੱਤਾ, ਚਾਹੇ ਮੈਂ ਕਿਵੇਂ ਵੀ ਸੁੱਤਾ, ਇੱਕ ਸਾਈਡ ਤੇ ਸੌਂਦਾ ਰਿਹਾ। ਪਰ ਉਸ ਤੋਂ ਬਾਅਦ ਮੈਂ ਗੁਰੂ ਜੀ ਨੂੰ ਕਦੇ ਡਿਸਟਰਬ ਨਹੀਂ ਸੀ। ਇਹ ਗੁਰੂ ਜੀ ਦੀ ਮਹਿਮਾ ਸੀ। ਉਸ ਤੋਂ ਬਾਅਦ 2-3 ਮਹੀਨੇ ਬਾਅਦ, 2 ਮਹੀਨੇ ਦੀ ਜੂਨ ਦੀ ਗੱਲ ਹੈ, ਕਿ ਅਸੀਂ ਇੱਕ ਸਾਡਾ ਦੋਸਤ ਹੋਰ ਹੁੰਦਾ ਸੀ ਨਿਰਮਲ ਸਿੰਘ। ਅਸੀਂ ਬਾਹਰ ਖੇਤਾਂ ਦੇ ਵਿੱਚ ਜਾਣਾ, ਦੁਗਰੀ ਪਿੰਡ ਵਿੱਚ ਲਾਈਟ ਨਹੀਂ ਸੀ ਹੁੰਦੀ, ਦੁਪਹਿਰਾ ਕੱਟਣਾ, ਹਨੇਰਾ ਹੋ ਜਾਣਾ, ਘਰ ਆ ਜਾਣਾ, ਤਾਂ ਉੱਥੇ ਖੂਹ ਹੁੰਦਾ ਸੀ। ਮੈਂ ਤੇ ਦੂਜਾ ਮੇਰਾ ਦੋਸਤ ਜਿਹੜਾ ਨਿਰਮਲ ਸਿੰਘ ਸੀ, ਦੂਸਰਾ ਨਿਰਮਲ ਸਿੰਘ, ਉਹਦਾ ਨਾਮ ਵੀ ਨਿਰਮਲ ਸਿੰਘ ਸੀ, ਗੁਰੂ ਜੀ ਦਾ ਨਾਮ ਵੀ ਨਿਰਮਲ ਸਿੰਘ ਸੀ। ਜਿਹੜਾ ਦੂਜਾ ਦੋਸਤ ਸੀ, ਮੈਂ ਤੇ ਉਹ ਦੋਸਤ ਦੋਨੋਂ ਅਸੀਂ ਖੂਹ ਦੇ ਵਿੱਚ ਸਵਿਮਿੰਗ ਕਰਨੀ, ਜੰਪ ਮਾਰਨੇ, ਸਵਿਮਿੰਗ ਕਰਨੀ, ਥੱਕ ਜਾਣਾ, ਬਾਹਰ ਆ ਜਾਣਾ। ਇੱਕ ਦਿਨ ਗੁਰੂ ਜੀ ਨੂੰ ਕਿਹਾ ਚਲੋ ਦੋਸਤ ਤੁਹਾਨੂੰ ਵੀ ਸਵਿਮਿੰਗ ਸਿਖਾਉਂਦੇ ਹਾਂ। ਗੁਰੂ ਜੀ ਕਹਿੰਦੇ ਸ਼ਿਵ ਮੈਨੂੰ ਤੁਸੀਂ ਕੀ ਸਵਿਮਿੰਗ ਸਿਖਾਓਗੇ, ਮੈਨੂੰ ਤਾਂ ਤੈਰਨਾ ਆਉਂਦਾ। ਅਸੀਂ ਆਖਿਆ ਤੁਸੀਂ ਖੂਹ ਦੇ ਨਜ਼ਦੀਕ ਨਹੀਂ ਕਦੇ ਗਏ, ਤੁਹਾਨੂੰ ਕਿੱਥੋਂ ਤੈਰਨਾ ਆ ਗਿਆ। ਖੈਰ ਅਸੀਂ ਜ਼ਬਰਦਸਤੀ ਗੁਰੂ ਜੀ ਦੇ ਕੱਪੜੇ ਤਾਰੇ। ਗੁਰੂ ਜੀ ਨੂੰ, ਮੇਰੇ ਦੋਸਤ ਨੂੰ ਕਿਹਾ ਤੁਸੀਂ ਪਹਿਲਾਂ ਜੰਪ ਲਾਓ, ਉਸ ਤੋਂ ਬਾਅਦ ਗੁਰੂ ਜੀ ਜੰਪ ਲਾਣਗੇ,
ਜਦੋਂ ਗੁਰੂ ਜੀ ਜੰਪ ਲਾਣਗੇ ਤੁਸੀਂ ਇਹਨਾਂ ਨੂੰ ਫੜ ਦਿਓ, ਤੁਹਾਤੋਂ ਨਹੀਂ ਫੜਿਆ ਜਾਊ, ਪਿੱਛੇ ਮੈਂ ਵੀ ਜੰਪ ਲਾਉਂਗਾ ਖੂਹ ਦੇ ਵਿੱਚ, ਆਪਾਂ ਦੋਨੋਂ ਬਾਹਰ ਲੈ ਆਵਾਂਗੇ। ਖੈਰ ਜੀ ਮੇਰੇ ਦੋਸਤ ਨੇ ਜੰਪ ਲਾਇਆ। ਉਸ ਤੋਂ ਬਾਅਦ ਗੁਰੂ ਜੀ ਨੂੰ ਕਿਨਾਰੇ ਤੇ ਖੜਾ ਕਰਿਆ ਹੋਇਆ ਸੀ, ਕਿਉਂਕਿ ਅਸੀਂ ਜ਼ਬਰਦਸਤੀ ਕੱਪੜੇ ਉਤਾਰਤੇ ਸੀ ਗੁਰੂ ਜੀ ਦੇ ਵਿੱਚ, ਅੱਜ ਤੁਹਾਨੂੰ ਤੈਰਨਾ ਸਿਖਾਉਣਾ, ਸਵਿਮਿੰਗ ਸਿਖਾਉਣੀ ਹੈ। ਤਾਂ ਗੁਰੂ ਜੀ ਨੂੰ ਮੈਂ 2-3 ਵਾਰ ਕਿਹਾ ਜੰਪ ਲਾਓ ਗੁਰੂ ਜੀ, ਜੰਪ ਲਾਓ। ਜਦ ਗੁਰੂ ਜੀ ਨੇ ਜੰਪ ਨਹੀਂ ਲਾਇਆ, ਮੈਂ ਪਿੱਛੋਂ ਦੋਨਾਂ ਹੱਥਾਂ ਨਾਲ ਧੱਕਾ ਲਾਇਆ, ਪਿੱਛੋਂ ਧੱਕਾ ਮਾਰਤਾ, ਤਾਂ ਗੁਰੂ ਜੀ ਖੂਹ ਦੇ ਅੰਦਰ ਚਲੇ ਗਏ। ਖੂਹ ਦੇ ਅੰਦਰ ਗਏ ਤਾਂ ਮੈਂ ਆਵਾਜ਼ ਮਾਰੀ ਮੇਰੇ ਦੋਸਤ ਨੂੰ, ਦੂਜੇ ਨੂੰ, ਕਿ ਦੋਸਤ ਨਿਰਮਲ ਸਿੰਘ, ਦੂਸਰੇ ਦੋਸਤ ਨੂੰ ਆਵਾਜ਼ ਮਾਰੀ ਕਿ ਨਿਰਮਲ ਸਿੰਘ ਯਾਰ ਫੜ ਲਈ, ਕਿਤੇ ਆਪਣੇ ਦੋਸਤ ਡੁੱਬ ਨਾ ਜਾਣ। ਤਾਂ ਅੰਦਰੋਂ ਆਵਾਜ਼ ਆਈ, ਸ਼ਿਵ ਮੈਂ ਕੀ ਫੜਾਂ, ਇਹ ਤਾਂ ਪਾਣੀ ਦੇ ਉੱਤੇ ਹੀ ਬੈਠੇ ਨੇ, ਇਹ ਤਾਂ ਚੌਕੜੀ ਮਾਰ ਕੇ ਪਾਣੀ ਦੇ ਉੱਤੇ ਬੈਠੇ ਨੇ, ਤਾਂ ਪਾਣੀ ਦੇ ਵਿੱਚ ਗਏ ਹੀ ਨਹੀਂ ਹੈ। ਮੇਰੇ ਮਨ ਨੇ ਵਿਸ਼ਵਾਸ ਨਹੀਂ ਆਇਆ, ਕਿਉਂਕਿ ਅਸੀਂ ਜਦੋਂ ਜੰਪ ਮਾਰਦੇ ਸੀ ਤਕਰੀਬਨ 8-10 ਫੁੱਟ 7-8 ਫੁੱਟ ਤਾਂ ਜਾਂਦੇ ਸੀ ਨੀਚੇ, ਫਿਰ ਉੱਪਰ ਆਉਂਦੇ ਸੀ, ਸਾਡਾ ਦੋਸਤ ਪਾਣੀ ਦੇ ਉੱਤੇ ਕਿੱਦਾਂ ਬੈਠਾ। ਮੇਰਾ ਵਿਸ਼ਵਾਸ ਨਹੀਂ ਆਇਆ। ਜਦ ਮੈਂ ਚੁੱਕ ਕੇ ਦੇਖਣ ਲੱਗਿਆ ਕਿ ਸਾਡਾ ਦੋਸਤ ਕਿੱਦਾਂ ਪਾਣੀ ਦੇ ਵਿੱਚ ਬੈਠਾ, ਉੱਤੇ ਬੈਠਾ ਹੈ, ਤਾਂ ਮੇਰੇ ਲੈਫਟ ਸਾਈਡ ਤੇ ਹੱਥ ਲੱਗਿਆ, ਸ਼ਿਵ ਵਿੱਚ ਨਾ ਦੇਖ, ਮੈਂ ਤੇਰੇ ਕੋਲ ਬਾਹਰ ਹੀ ਖੜਾ। ਇਹ ਗੱਲਾਂ ਦੋ ਨੇ ਮੈਨੂੰ ਬਹੁਤ ਝੰਜੋੜ ਕੇ ਰੱਖਤਾ ਕਿ ਤੁਹਾਡਾ ਦੋਸਤ ਸ਼ਿਵ, ਤੇਰਾ ਦੋਸਤ ਇਹ ਕੌਣ ਹੈ, ਕੀ ਚੀਜ਼ ਹੈ। ਪਰ ਗੁਰੂ ਜੀ ਬਹੁਤ ਸ਼ਕਤੀ ਸੀ ਉਹਨਾਂ ਦੀ, ਜੋ ਵੀ ਸੀ ਉਹ ਬ੍ਰੇਨ ਵਾਸ਼ ਕਰ ਦਿੰਦੇ ਸੀ, ਤਾਂ ਕਿ ਸ਼ਿਵ ਅੱਗੇ ਜਾ ਕੇ ਨਾ ਕਿਸੇ ਨੂੰ ਦੱਸੇ ਮਹਿਮਾ ਕਿ ਅੱਜ ਇਦਾਂ ਹੋਇਆ। ਕਿਉਂਕਿ ਜੇ ਮੈਂ ਦੱਸ ਦਿੰਦਾ ਲੋਕਾਂ ਨੇ ਪੁੱਛਣਾ ਸੀ, ਲੋਕ ਹੈਰਾਨ ਹੋ ਜਾਣੇ ਸੀ ਵੀ ਕਿੱਦਾਂ ਹੋਇਆ। ਗੁਰੂ ਜੀ ਦੀ ਸ਼ਕਤੀ ਬਾਰੇ ਪਤਾ ਲੱਗ ਜਾਣਾ ਸੀ ਲੋਕਾਂ ਨੂੰ, ਕਿਉਂਕਿ ਗੁਰੂ ਜੀ ਆਪਣੀ ਸ਼ਕਤੀ ਕਦੇ ਕਿਸੇ ਨੂੰ ਦੱਸਣਾ ਨਹੀਂ ਚਾਹੁੰਦੇ, ਉਹ ਤਾਂ ਚੁੱਪਚਾਪ ਬਲੈਸ ਕਰਨਾ ਚਾਹੁੰਦੇ ਸੀ ਕਿ ਦੁਨੀਆ ਨੂੰ ਮੈਂ ਬਲੈਸ ਕਰਕੇ ਜਾਵਾਂ। ਕਿ ਬਚਪਨ ਦੀਆਂ ਦੋ ਗੱਲਾਂ। ਤੀਜੀ ਗੱਲ ਇੱਕ ਹੋਰ ਸੀ ਕਿ ਦੁਗਰੀ ਪਿੰਡ ਦੇ, ਜ਼ਿਆਦਾ ਮੈਂ ਡਿਟੇਲ 'ਚ ਨਹੀਂ ਦੱਸਦਾ, ਇੱਕ ਸਾਧੂ ਮਹਾਤਮਾ ਸੀ, ਉਹਦੀ ਸੜਕ ਦੇ ਕਿਨਾਰੇ ਤੇ ਝੁੱਗੀ ਪਾਈ ਹੋਈ ਸੀ, ਉੱਥੇ ਮੂਰਤਾਂ ਨਿਕਲੀਆਂ ਸੀ ਜ਼ਮੀਨ ਚੋਂ, ਪਸਰੀ ਜਦੋਂ ਪਟਾਈ ਹੋ ਰਹੀ ਸੀ, ਜ਼ਮੀਨ ਖੁਦਾਈ ਹੋ ਰਹੀ ਸੀ, ਤਾਂ ਉੱਥੇ ਧੋ ਕੇ ਰੱਖਤੀਆਂ ਮੂਰਤਾਂ। ਸਾਧੂ ਮਹਾਤਮਾ ਨੇ ਇੱਕ ਝੁੱਗੀ ਪਾ ਲਈ। ਤਾਂ ਅਸੀਂ ਸਾਧੂ ਮਹਾਤਮਾ ਨੂੰ ਦੇਖਿਆ ਜਦ ਮਲੇਰਕੋਟਲੇ ਕਾਲਜ ਤੋਂ ਪੜ੍ਹ ਕੇ ਬਾਹਰ ਆ ਰਹੇ ਸੀ, ਇਹ ਗੱਲ 72 ਦੀ ਹੈ ਜਾਂ 71 ਦੀ ਹੈ, ਮੈਨੂੰ ਐਗਜ਼ੈਕਟ ਯਾਦ ਨਹੀਂ ਹੈ। ਤਾਂ ਸਾਰੇ ਪਿੰਡਾਂ ਨੂੰ, ਇਲਾਕੇ ਨੂੰ ਪਤਾ ਵੀ ਉਸ ਮੂਰਤਾਂ ਧਰਤੀ ਚੋਂ ਨਿਕਲੀਆਂ ਸੀ। ਤਾਂ ਜਦੋਂ ਅਸੀਂ ਮਲੇਰਕੋਟਲੇ ਕਾਲਜ ਤੋਂ ਪੜ੍ਹ ਕੇ ਵਾਪਸ ਆਉਂਦੇ ਸੀ ਤਾਂ ਦੇਖਿਆ ਵੀ ਉਹ ਮੂਰਤਾਂ ਜਿੱਥੇ ਰੱਖੀਆਂ ਹੋਈਆਂ ਸੀ ਪੱਥਰ ਦੀਆਂ 3-3 ਫੁੱਟ ਲੰਬੀਆਂ, ਤਾਂ ਇੱਕ ਮਹਾਤਮਾ ਨੇ ਆ ਕੇ ਉੱਥੇ ਝੁੱਗੀ ਪਾਈ ਸੀ। ਤਾਂ ਗੁਰੂ ਜੀ ਨੂੰ ਕਿਹਾ ਚਲੋ ਆਪਾਂ ਵੀ ਦਰਸ਼ਨ ਕਰਕੇ ਆਉਂਦੇ, ਮਹਾਤਮਾ ਕੌਣ। ਗੁਰੂ ਜੀ ਕਹਿੰਦੇ ਨਹੀਂ ਸ਼ਿਵੇ ਠੱਗ ਹੈ ਕੋਈ, ਤੂੰ ਨਹੀਂ ਜਾਣਾ ਹੈਗਾ, ਨਾ ਮੈਂ ਜਾਣਾ। ਮੈਂ ਕਿਹਾ ਨਹੀਂ ਦੋਸਤ, ਅੰਦਰ ਗਏ ਤਾਂ ਮਹਾਤਮਾ ਜੀ ਨੇ ਇੱਕ ਤਰਸ਼ੂਲ ਰੱਖਿਆ ਸੀ, ਇੱਕ ਕਮੰਡਲ ਰੱਖਿਆ ਸੀ, ਧੂਣੀ ਬਾਲੀ ਹੋਈ ਸੀ, ਸਰੀਰ ਦੇ ਉੱਤੇ ਸਵਾਸ ਉਹ ਮਲੀ ਹੋਈ ਸੀ। ਤੇ ਸਾਨੂੰ ਬੜੀਆਂ ਮਹਾਤਮਾ ਜੀ ਨੇ ਗਿਆਨ ਦੀਆਂ ਗੱਲਾਂ ਦੱਸੀਆਂ, ਬਹੁਤ ਸਾਨੂੰ ਗਿਆਨ ਵੰਡਿਆ ਵੀ ਏਦਾਂ ਹੈ ਜੇ ਉਹ, ਬੜੀਆਂ ਧਾਰਮਿਕ ਗੱਲਾਂ ਸੁਣਾਈਆਂ। ਸਾਡਾ ਰੂਟੀਨ ਬਣ ਗਿਆ, ਜਦੋਂ ਮਲੇਰਕੋਟਲੇ ਕਾਲਜ ਤੋਂ ਸਾਡਾ ਪੌਣੇ 2, 1:40 ਤੇ ਪੀਰੀਅਡ ਖਤਮ ਹੁੰਦਾ ਸੀ, ਅਸੀਂ ਆਪਣੇ ਸਾਈਕਲਾਂ ਤੇ ਚੜ੍ਹਨਾ, ਦੁੱਗਰੀ ਨੂੰ ਵਾਪਸੀ ਤੇ ਆਉਣਾ। ਤਾਂ ਮਹਾਤਮਾ ਜੀ ਦੁੱਗਰੀ ਤੋਂ ਤਕਰੀਬਨ 4 ਕਿਲੋਮੀਟਰ ਪਹਿਲੇ ਹੀ ਮਲੇਰਕੋਟਲੇ ਵੱਲ ਨੂੰ ਉਹਨਾਂ ਦੀਆਂ ਜਿਹੜੀਆਂ ਮੂਰਤਾਂ ਸੀ ਝੁੱਗੀ ਸੀ, ਅਸੀਂ ਸਾਈਕਲ ਖੜੇ ਕਰਨੇ, ਗੁਰੂ ਜੀ ਬਾਹਰ ਖੜੇ ਰਹਿੰਦੇ ਸੀ ਪਰ ਅੰਦਰ ਨਹੀਂ ਜਾਂਦੇ ਸੀ, ਅਸੀਂ ਅੰਦਰ ਜਾਣਾ। ਹੌਲੀ ਹੌਲੀ ਸਾਨੂੰ 10 ਦਿਨਾਂ 'ਚ ਪਤਾ ਲੱਗਿਆ ਕਿ ਜਿਹੜਾ ਮਹਾਤਮਾ ਹੈ ਕੋਈ ਮਹਾਤਮਾ ਨਹੀਂ, ਇਹ ਤਾਂ ਕੋਈ ਚੋਰ ਠੱਗ ਹੈ, ਬਦਮਾਸ਼ ਹੈ, ਕਿਤੋਂ ਕ੍ਰਾਈਮ ਕਰਕੇ ਦੌੜਿਆ ਹੋਇਆ, ਪੁਲਿਸ ਦਾ ਭਗੌੜਾ ਹੈ, ਇੱਥੇ ਛੁਪ ਕੇ ਆ ਕੇ ਬੈਠਾ ਹੋਇਆ। ਤਾਂ ਗੁਰੂ ਜੀ ਕਹਿੰਦੇ ਸ਼ਿਵ ਮੈਂ ਤਾਂ ਤੁਹਾਨੂੰ ਪਹਿਲੇ ਦਿਨ ਹੀ ਦੱਸਿਆ ਸੀ, ਤੁਸੀਂ ਮੇਰੀ ਸੁਣੀ ਨਹੀਂ, ਤੁਸੀਂ ਮੇਰੀ ਮੰਨੀ ਨਹੀਂ, ਵੀ ਇਹ ਠੱਗ ਹੈ, ਇਹ ਚੋਰ ਹੈ, ਬਦਮਾਸ਼ ਹੈ, ਤੁਸੀਂ ਕਿਉਂ ਇਹਦੇ ਕੋਲੇ ਜਾ ਰਹੇ ਹੋ। ਖੈਰ ਗੁਰੂ ਜੀ ਕੋਲ ਅਸੀਂ ਚੁੱਪ ਕਰ ਗਏ। ਤਾਂ ਨੈਕਸਟ ਡੇ ਜਦੋਂ ਅਸੀਂ ਮਲੇਰਕੋਟਲੇ ਕਾਲਜ ਤੋਂ ਪੜ੍ਹ ਕੇ ਵਾਪਸ ਆ ਰਹੇ ਸੀ ਤਾਂ ਗੁਰੂ ਜੀ ਕਹਿੰਦੇ ਸਾਡੇ ਧਰਮ ਨੂੰ ਬਦਨਾਮ ਕਰ ਰਿਹਾ ਬੰਦਾ, ਇਹਨੂੰ ਆਪਾਂ ਇੱਥੋਂ ਡਰਾਉਣਾ ਹੈ। ਮੈਂ ਗੁਰੂ ਜੀ ਕਿੱਦਾਂ ਡਰਾਈਏ। ਕਹਿੰਦੇ ਏਦਾਂ ਕਰੋ, ਸਾਰੇ ਪੱਥਰ ਚੱਕੋ ਜੀ, ਝੁੱਗੀ 'ਚ ਮਾਰੋ ਇਹਨੂੰ, 5-7 ਗਾਲਾਂ ਕੱਢੋ, ਦੌੜ ਜੂਗਾ ਡਰਦਾ। ਅਸੀਂ ਉਹੀ ਚੱਕੇ ਪੱਥਰ ਉਹਦੀ ਝੁੱਗੀ 'ਚ ਮਾਰਨੇ ਗਏ, 2-2 3-3 ਸਾਰੇ ਮੁੰਡਿਆਂ ਨੇ ਸੀ, 4-5 ਮੁੰਡੇ ਹੋਰ ਸੀ, ਮਾਰੇ ਤੇ ਖੈਰ ਗਾਲਾਂ ਗੂਲਾਂ ਵੀ ਕੱਢੀਆਂ ਸੀ। ਖੈਰ ਅੱਗੇ ਚੱਲ ਪਏ, ਸਾਡਾ ਰੂਟੀਨ ਬਣ ਗਿਆ, ਜਦੋਂ ਵੀ 2:30 ਵਜੇ ਉੱਥੋਂ ਨਿਕਲਣਾ, ਪੱਥਰ ਮਾਰਨੇ ਤੇ ਗਾਲਾਂ ਗੂਲਾਂ ਕੱਢਣੀਆਂ, ਅੱਗੇ ਨਿਕਲ ਜਾਣਾ। ਇੱਕ ਦਿਨ ਜਦ ਅਸੀਂ ਹਾਲੇ ਪੱਥਰ ਮਾਰੇ ਹੀ ਸੀ ਮਲੇਰਕੋਟਲੇ ਕਾਲਜ ਤੋਂ ਵਾਪਸੀ ਆਉਂਦਿਆਂ ਨੇ, ਤਾਂ ਦੇਖਿਆ ਵੀ ਮਹਾਤਮਾ ਦੇ ਹੱਥ ਵਿੱਚ ਤਰਸ਼ੂਲ ਫੜਿਆ ਹੋਇਆ ਸੀ, ਬੜੀ ਸਪੀਡ ਨਾਲ ਸਾਡੇ ਪਿੱਛੇ ਦੌੜਿਆ। ਸਾਨੂੰ ਪਤਾ ਸੀ ਵੀ ਸਾਨੂੰ ਮਾਰਨ ਆ ਰਿਹਾ। ਸਾਰੇ ਮੁੰਡਿਆਂ ਕੋਲੇ ਆਪਦੇ ਆਪਦੇ ਸਾਈਕਲ ਸੀ, ਮੈਂ ਤੁਹਾਨੂੰ ਦੱਸਿਆ ਕਿ ਮੇਰੇ ਤੇ ਗੁਰੂ ਜੀ ਕੋਲ ਇੱਕੋ ਹੀ ਸਾਈਕਲ ਹੁੰਦਾ ਸੀ, ਅੱਧੇ ਰਸਤੇ ਗੁਰੂ ਜੀ, ਅੱਧੇ ਰਸਤੇ ਮੈਂ ਚਲਾਉਂਦੇ ਸੀ। ਤਾਂ ਮਹਾਤਮਾ ਜੀ ਬਹੁਤ ਤੇਜ਼ ਦੌੜੇ ਸਾਡੇ ਪਿੱਛੇ ਤਰਸ਼ੂਲ ਚੱਕ ਕੇ, ਸਾਰੇ ਮੁੰਡੇ ਦੌੜ ਗਏ, ਸਾਈਕਲ ਇਕੱਲੇ ਇਕੱਲੇ ਕੋਲੇ ਸਾਈਕਲ ਸੀ, ਮੈਂ ਤੇ ਗੁਰੂ ਜੀ ਕੋਲੇ ਸਾਈਕਲ ਇੱਕੋ ਹੀ ਸੀ। ਮੈਂ ਥੋੜਾ ਜ਼ੋਰ ਲਾਇਆ ਜਦੋਂ ਸਾਈਕਲ ਦੌੜਾਉਣ ਵਾਸਤੇ, ਤਾਂ ਸਾਡੇ ਸਾਈਕਲ ਦੀ ਚੈਨ ਉਤਰ ਗਈ, ਉੱਥੇ ਹੀ ਫਸ ਗਈ, ਗਿਰ ਗਏ ਅਸੀਂ ਦੋਨੋਂ ਜਾਣੇ। ਜਾਂ ਗਿਰੇ ਮੈਂ ਦੌੜ ਲਿਆ ਉੱਠ ਕੇ, ਪਰ ਮੈਂ ਥੋੜਾ ਹੀ ਹਾਲੇ ਦੌੜਿਆ ਸੀ, 10-20 ਫੁੱਟ ਦੌੜਿਆ ਹੋਊਗਾ, 15-20 ਫੁੱਟ। ਤਾਂ ਮੈਂ ਦੇਖਿਆ ਮੇਰਾ ਦੋਸਤ ਤਾਂ ਦੌੜੇ ਹੀ ਨਹੀਂ, ਗੁਰੂ ਜੀ ਦੌੜੇ ਹੀ ਨਹੀਂ, ਉੱਥੇ ਹੀ ਖੜੇ ਨੇ ਉਹ ਤਾਂ। ਮੈਂ ਸੋਚਿਆ ਮੇਰੇ ਦੋਸਤ ਨੂੰ, ਕਿਤੇ ਮੇਰਾ ਦੋਸਤ ਆ, ਮੈਂ ਜਾਨ ਤੋਂ ਵੀ ਜ਼ਿਆਦਾ ਇਹਨੂੰ ਪਿਆਰ ਕਰਦਾ, ਕਿਤੇ ਇਹ ਮਹਾਤਮਾ ਤਰਸ਼ੂਲ ਨਾ ਮਾਰੇ, ਤਾਂ ਪਹਿਲੀ ਬਦਮਾਸ਼ ਹੈ, ਕਿਤੇ ਸਾਡੇ ਮੇਰੇ ਦੋਸਤ ਨੂੰ ਮਾਰ ਕੇ ਕਿਤੇ ਦੌੜ ਜੂਗਾ, ਇਹਦਾ ਕੀ ਆ। ਮੈਂ ਗੁਰੂ ਜੀ ਨੂੰ ਕਿਹਾ ਦੌੜ ਨਿਰਮਲ ਸਿੰਘ ਦੌੜ। ਗੁਰੂ ਜੀ ਕਹਿੰਦੇ ਸ਼ਿਵ ਵਾਪਸ ਆ ਜਾਏ, ਕਿੱਥੋਂ, ਆਪਾਂ ਨੂੰ ਕੀ ਮਾਰਨਾ ਇਹਨੇ।
मैं कहा दोस्त दौड़, मैं 2-4 ਵਾਰੀ ਕਿਹਾ, ਜਾਂ ਗੁਰੂ ਜੀ ਨਹੀਂ ਉੱਥੋਂ ਦੌੜੇ ਤਾਂ ਮੈਂ ਫਟਾਫਟ ਉੱਥੇ ਮੇਰੇ ਹੱਥ 'ਚ 2-3 ਪੱਥਰ ਤਾਂ ਹੈ ਹੀ ਸੀ ਫੜੇ ਹੋਏ ਸੀ, ਉਹ ਇੱਕ ਦੋ ਹੋਰ ਚੱਕ ਲਏ, ਇੱਕ ਡੰਡਾ ਸੀ ਉਹ ਚੱਕ ਲਿਆ। ਮੈਂ ਪਿੱਛੇ ਆ ਕੇ ਗੁਰੂ ਜੀ ਕੋਲ ਖੜ ਗਿਆ ਤਾਂ ਮਹਾਤਮਾ ਬੜੀ ਤੇਜ਼ ਸਪੀਡ ਨਾਲ ਆ ਕੇ ਤਕਰੀਬਨ ਗੁਰੂ ਜੀ ਤੋਂ 10-12 ਫੁੱਟ ਆ ਕੇ ਦੂਰ ਰੁਕ ਗਿਆ। ਦੂਰ ਆ ਕੇ ਰੁਕੇ ਤਾਂ ਇੱਕ ਕਦਮ ਅੱਗੇ ਵੱਧਦੇ ਸੀ, 2 ਕਦਮ ਪਿੱਛੇ ਹਟ ਜਾਂਦੇ ਸੀ। ਤਕਰੀਬਨ ਗੁਰੂ ਜੀ ਤੋਂ 12 ਫੁੱਟ ਦੂਰ ਆ ਕੇ ਇੱਕ ਕਦਮ ਮਹਾਤਮਾ ਅੱਗੇ ਵੱਧਦਾ ਸੀ, 2 ਕਦਮ ਪਿੱਛੇ ਹਟ ਜਾਂਦਾ ਸੀ, ਫਿਰ ਅੱਗੇ ਵੱਧਦਾ ਸੀ, ਫਿਰ ਪਿੱਛੇ ਹਟ ਜਾਂਦਾ ਸੀ। ਉਹ 4-5 ਵਾਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਫਿਰ ਪਿੱਛੇ ਹਟ ਜਾਂਦਾ ਸੀ। ਫਿਰ ਉਹਦੇ ਹੱਥ ਵਿੱਚ ਏਦਾਂ ਤਰਸ਼ੂਲ ਫੜਿਆ ਹੋਇਆ ਸੀ, ਜਦੋਂ ਏਦਾਂ ਤਰਸ਼ੂਲ ਮਾਰਨ ਦੀ ਕੋਸ਼ਿਸ਼ ਕਰਦਾ ਉਹਦਾ ਹੱਥ ਏਦਾਂ ਖੁੱਲ ਜਾਂਦਾ ਸੀ ਆਪੇ। ਉਹਨੇ ਫਿਰ ਚੱਕਿਆ ਧਰਤੀ ਤੋਂ ਤਰਸ਼ੂਲ, ਫਿਰ ਇਹ ਮਾਰਨ ਲੱਗਿਆ, ਫਿਰ ਉਹਦਾ ਹੱਥ ਖੁੱਲ ਜਾਂਦਾ ਸੀ। 4-5 ਵਾਰੀ ਉਹਨੇ ਤਰਸ਼ੂਲ ਚੱਕ ਕੇ ਮਾਰਨ ਦੀ ਕੋਸ਼ਿਸ਼ ਕੀਤੀ, ਨਾ ਉਹ ਤਰਸ਼ੂਲ ਮਾਰ ਸਕਿਆ, ਨਾ ਉਹ ਅੱਗੇ ਵੱਧ ਸਕਿਆ। ਅਖੀਰ ਦੇ ਵਿੱਚ ਉਹਨੇ ਤਰਸ਼ੂਲ ਸੁੱਟਿਆ, ਦੋਨੋਂ ਹੱਥ ਏਦਾਂ ਜੋੜੇ ਆ ਕੇ ਗੁਰੂ ਜੀ ਦੇ ਪੈਰਾਂ ਦੇ ਵਿੱਚ ਪੈ ਗਿਆ। ਕਹਿੰਦਾ ਮਹਾਰਾਜ ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ, ਕੀ ਸ਼ਕਤੀ ਹੋ, ਪਰ ਜੋ ਵੀ ਤੁਸੀਂ ਹੋ ਮੈਨੂੰ ਪ੍ਰਣਾਮ, ਤੁਹਾਨੂੰ ਮੇਰਾ ਪ੍ਰਣਾਮ। ਮੈਂ ਨਾ ਤਾਂ ਅੱਗੇ ਵੱਧ ਸਕਿਆ, ਮੈਂ ਬੜੀ ਕੋਸ਼ਿਸ਼ ਕਰਦਾ ਸੀ ਮੈਂ ਅੱਗੇ ਵਧਣ ਦੀ। ਉਹ ਕਿਹੜੀ ਸ਼ਕਤੀ ਸੀ ਜਦੋਂ ਮੈਂ ਅੱਗੇ ਵੱਧਦਾ ਸੀ ਮੈਨੂੰ ਪਿੱਛੇ ਧੱਕ ਦਿੰਦੀ ਸੀ? ਉਹ ਕਿਹੜੀ ਸ਼ਕਤੀ ਸੀ ਜਦੋਂ ਮੈਂ ਤਰਸ਼ੂਲ ਮਾਰਨ ਦੀ ਕੋਸ਼ਿਸ਼ ਕਰਦਾ ਸੀ ਮੇਰਾ ਹੱਥ ਦਾ ਗ੍ਰਿਪ ਖੁੱਲ ਜਾਂਦਾ ਸੀ, ਏਦਾਂ ਸਾਫ਼ ਪਲੇਨ ਹੋ ਜਾਂਦਾ ਸੀ? ਇਹ ਗੁਰੂ ਜੀ ਦੀ ਮਹਿਮਾ ਸੀ। ਗੁਰੂ ਜੀ ਨੇ ਮੈਨੂੰ ਵੀ ਨਹੀਂ ਦੱਸਿਆ ਇਹ ਗੱਲ ਵੀ ਮੈਂ ਕੀ ਸ਼ਕਤੀ ਹਾਂ ਉਸ ਟਾਈਮ। ਉਹ ਮਹਾਤਮਾ ਹੱਥ ਜੋੜ ਕੇ ਪੈਰਾਂ 'ਚ ਆ ਕੇ ਪੈ ਗਿਆ ਵੀ ਮੈਨੂੰ ਮਾਫ ਕਰ ਦਿਓ, ਮੇਰੀ ਗਲਤੀ ਮਾਫ ਕਰ ਦਿਓ। ਤਾਂ ਗੁਰੂ ਜੀ ਕਹਿੰਦੇ ਜਾ ਤੈਨੂੰ ਮਾਫ ਕੀਤਾ, ਤੇਰਾ ਕਲਿਆਣ ਕਰਤਾ, ਤੈਨੂੰ ਬਲੈਸ ਕਰਤਾ, ਜਾ ਤੂੰ ਇੱਥੋਂ ਚਲਾ ਜਾ ਆਪਣੀ ਨਵੀਂ ਜ਼ਿੰਦਗੀ 'ਚ ਜੀ, ਤੇਰੀਆਂ ਪਿਛਲੇ ਸਾਰੇ ਗੁਨਾਹ ਮਾਫ ਹੋ। ਗੁਰੂ ਜੀ ਬੜੇ ਭੋਲੇ ਸੀ, ਬਹੁਤ ਜਲਦੀ ਮਾਫ ਕਰ ਦਿੰਦੇ ਸੀ, ਬਲੈਸ ਵੀ ਜਲਦੀ ਕਰ ਦਿੰਦੇ ਸੀ। ਖੈਰ ਅਸੀਂ ਚੈਨ ਚੜਾਈ ਚਲੇ ਗਏ, ਮਹਾਤਮਾ ਉਹਨੀ ਝੁੱਗੀ ਵੱਲ ਚਲਾ ਗਿਆ। ਨੈਕਸਟ ਡੇ ਜਦੋਂ ਅਸੀਂ ਆ ਰਹੇ ਸੀ ਤਾਂ ਦੇਖਿਆ ਵੀ ਜਿਹੜਾ ਮਹਾਤਮਾ ਹੈ ਉਹ ਆਪਣੀ ਝੁੱਗੀ ਝਾਗੀ ਛੱਡ ਕੇ ਉੱਥੋਂ ਕਿਤੇ ਚਲੇ ਜਾ ਚੁੱਕੇ ਸੀ। ਤਾਂ ਗੁਰੂ ਜੀ, ਮੈਂ ਕਿਹਾ ਮਹਾਤਮਾ ਜੀ ਚਲੇ ਗਏ? ਤਾਂ ਗੁਰੂ ਜੀ ਕਹਿੰਦੇ ਸ਼ਿਵ ਜੀ, ਮੈਂ ਪੁਰਾਣੇ ਗੁਨਾਹ ਸੀ ਜੋ ਸਭ ਮਾਫ ਹੋ ਗਏ ਨੇ, ਹੁਣ ਇਹ ਪੁਲਿਸ ਭਗੌੜਾ ਨਹੀਂ, ਹੁਣ ਜਿੱਥੇ ਵੀ ਜਾਊਗਾ ਨਵੀਂ ਜ਼ਿੰਦਗੀ ਜਿਊਗਾ, ਇਹਨੂੰ ਕੋਈ ਨਹੀਂ ਫੜੂਗਾ, ਇਹਦੇ ਪੁਰਾਣੇ ਗੁਨਾਹ ਹੀ ਮਾਫ ਕਰਤੇ। ਇਹ ਗੁਰੂ ਜੀ ਸ਼ਕਤੀ ਸੀ, ਮਹਿਮਾ ਸੀ, ਉਹ ਕੁਝ ਵੀ ਕਰ ਸਕਦੇ ਸੀ। ਮੈਂ ਤੁਹਾਨੂੰ ਇੱਕ ਗੱਲ ਇਹ ਕਹਿਣੀ ਚਾਹੁੰਦਾ ਕਿ ਗੁਰੂ ਜੀ ਜਿਹੜੇ ਸੀ ਬਹੁਤ ਭੋਲੇ ਸੀ। ਗੁਰੂ ਜੀ ਨਹੀਂ ਚਾਹੁੰਦੇ ਕਿ ਸਾਰਾ ਦਿਨ ਤੁਸੀਂ ਮੰਤਰ ਜਾਪ ਕਰੋ, ਸਾਰਾ ਦਿਨ ਤੁਸੀਂ ਲੱਗੇ ਰਹੋ। ਉਹ ਕਹਿੰਦੇ ਸੀ ਕੰਮ ਕਰੋ, ਕਰਮ ਵਿੱਚ ਹੀ ਪੂਜਾ। ਤੁਸੀਂ ਸਵੇਰੇ ਉੱਠ ਕੇ 2-3 ਵਾਰ ਮੰਤਰ ਜਾਪ ਕਰ ਲਓ, ਤੁਹਾਨੂੰ ਬਾਰੇ ਨਿਆਰੇ ਹੋ ਜਾਣਗੇ। ਇਹ ਨਹੀਂ ਹੈ ਕਿ ਤੁਸੀਂ ਸਾਰਾ ਦਿਨ ਬੈਠੇ ਰਹੋ। ਗੁਰੂ ਜੀ ਬਾਰ-ਬਾਰ ਇਹ ਕਹਿੰਦੇ ਹੁੰਦੇ ਸ਼ਿਵ, ਤੂੰ ਸਾਰਾ ਦਿਨ ਮੰਤਰ ਜਾਪ ਜੇ ਕਰੇਗਾ ਤੇਰੇ ਬੁੱਲ ਹਿੱਲਣਗੇ, ਤੇਰਾ ਦਿਮਾਗ ਤੱਕ ਤੇਰੇ ਕੰਮਾਂ ਦੇ ਵਿੱਚ ਹੈ, ਪਰ ਤੂੰ ਸਿਰਫ ਬੁੱਲਾਂ ਨਾਲ ਕਹੀ ਜਾ ਰਿਹਾ ਓਮ ਨਮः ਸ਼ਿਵਾਏ, ਓਮ ਨਮः ਸ਼ਿਵਾਏ। ਤੇਰੇ ਦਿਮਾਗ ਨਹੀਂ ਕਹਿ ਰਿਹਾ, ਤੇਰੇ ਬੁੱਲ ਕਹਿ ਰਹੇ ਨੇ। ਤੁਸੀਂ ਜਦੋਂ ਵੀ ਕਦੇ ਮੰਤਰ ਜਾਪ ਕਰਨਾ, ਮੈਨੂੰ ਇਹ ਕਹਿੰਦੇ ਰਹੇ ਕਿ ਸ਼ਿਵ ਧਿਆਨ ਲਾ ਕੇ ਅੱਖਾਂ ਬੰਦ ਕਰਕੇ ਕਰਨਾ। ਜਦੋਂ ਅੱਖਾਂ ਬੰਦ ਕਰਕੇ ਪੂਰਾ ਕੰਸਟਰੇਟ ਤੁਸੀਂ ਮੇਰੇ ਤੇ ਧਿਆਨ ਲਾਓਗੇ, ਤੁਹਾਨੂੰ ਦਰਸ਼ਨ ਵੀ ਦੇਵਾਂਗਾ ਮੈਂ, ਤੇ ਤੁਹਾਡੇ ਗੁਨਾਹ ਵੀ ਸਾਰੇ ਮਾਫ, ਤੁਹਾਨੂੰ ਬਲੈਸ ਵੀ ਕਰੂੰਗਾ। ਇਸ ਕਰਕੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਸਵੇਰੇ ਉੱਠੋ। ਕੋਈ ਫਿਕਸ ਨਹੀਂ ਹੈ ਕਿ 7, 8, 4, 3, 2, 5, ਜਦੋਂ ਵੀ ਤੁਹਾਡਾ ਦਿਲ ਕਰਦਾ ਉੱਠਦੇ ਤੁਸੀਂ ਉਸ ਟਾਈਮ ਉੱਠੋ। ਅੱਖਾਂ ਬੰਦ ਕਰੋ, ਕੁਰਲੀ ਕਰੋ, ਅੱਖਾਂ ਬੰਦ ਕਰੋ, ਮੰਜੇ ਤੇ ਬੈਠ ਕੇ ਜਦ ਤੁਸੀਂ ਅੱਖਾਂ ਬੰਦ ਕਰਕੇ ਗੁਰੂ ਜੀ ਦਾ ਧਿਆਨ ਲਾਓਗੇ, ਤੁਹਾਨੂੰ ਗੁਰੂ ਜੀ ਸਾਖਸ਼ਾਤ ਦਰਸ਼ਨ ਦੇਣਗੇ। ਉਸ ਤੋਂ ਬਾਅਦ ਤੁਸੀਂ 2 ਵਾਰ ਮੰਤਰ ਜਾਪ ਕਰ ਲਓ। ਉਹ ਇਸ ਤੋਂ ਬਾਅਦ ਕਰਨ ਦੀ ਲੋੜ ਨਹੀਂ ਹੈ, ਗੁਰੂ ਜੀ ਤੁਹਾਨੂੰ ਬਲੈਸ ਕਰਨਗੇ। ਮੈਂ ਕਹਿੰਦਾ ਉਸ ਤੋਂ ਬਾਅਦ ਮੈਨੂੰ ਯਾਦ ਆ 5 ਮਾਰਚ ਆ ਗਿਆ। 5 ਮਾਰਚ 1975 ਨੂੰ ਦੁੱਗਰੀ ਤੋਂ ਮੇਰੇ ਅੰਕਲ ਰਿਟਾਇਰ ਹੋ ਗਏ ਸੀ। ਤਾਂ ਅਸੀਂ ਆਪਦੇ ਪਿੰਡ ਜਾਣਾ ਸੀ, ਮੇਰਾ ਪਿੰਡ ਦੁੱਗਰੀ ਨਹੀਂ ਸੀ। ਜਦੋਂ ਅਸੀਂ ਆਪਦੇ ਪਿੰਡ ਜਾਣਾ ਸੀ, ਟਰਾਲੀ ਵਿੱਚ ਸਮਾਨ ਪਾਇਆ ਹੋਇਆ ਸੀ ਤੇ ਗੁਰੂ ਜੀ ਮੇਰੇ ਸਾਹਮਣੇ ਖੜੇ ਸੀ। ਜਦੋਂ ਅਸੀਂ ਚੱਲਣ ਲੱਗੇ ਸੀ ਤਾਂ ਗੁਰੂ ਜੀ ਦਾ ਮੈਂ ਧਿਆਨ ਨਾਲ ਦੇਖਿਆ, ਦੋਨਾਂ ਅੱਖਾਂ ਵਿੱਚੋਂ ਹੰਝੂ ਸੀ। ਮੈਂ ਕਿਹਾ ਦੋਸਤ ਤੁਸੀਂ ਉਦਾਸ ਕਿਉਂ ਹੋ ਗਿਆ ਅੱਜ? ਕਹਿੰਦੇ ਸ਼ਿਵ ਤੂੰ ਅੱਜ ਚਲਾ ਜਾਏਗਾ? ਮੈਂ ਕਿਹਾ ਜੀ ਮੈਂ ਤਾਂ ਜਾਣਾ ਹੀ ਹੈ। 1962 ਤੋਂ ਲੈ ਕੇ 1975 13 ਸਾਲ ਆਪਾਂ ਪਲ ਪਲ ਇਕੱਠੇ ਰਹੇ, ਕਿਤੇ ਤੁਸੀਂ ਇਕੱਲੇ ਨਹੀਂ ਗਏ, ਨਾ ਮੈਂ ਇਕੱਲਾ ਗਿਆ, ਆਪਾਂ ਇਕੱਠੇ ਗਏ ਜਿੱਥੇ ਗਏ। ਇੱਕ ਦਿਨ ਆਪਾਂ ਨੂੰ ਜੁਦਾ ਹੋਣਾ ਹੀ ਪੈਣਾ। ਤੁਸੀਂ ਵੀ ਪੜ੍ਹ ਲਿਖ ਲਏ, ਤੁਸੀਂ MA ਕਰ ਲਈ ਹੈ, ਮੈਂ BA ਤੋਂ ਬਾਅਦ ਨਹੀਂ ਪੜ੍ਹਿਆ ਸੀ, ਤੁਸੀਂ MA ਕਰੀ ਹੈ। ਤੁਹਾਡੀ ਨੌਕਰੀ ਕਿੱਥੇ ਲੱਗਦੀ ਹੈ, ਮੇਰੀ ਨੌਕਰੀ ਕਿੱਥੇ ਲੱਗਦੀ ਹੈ, ਪਤਾ ਨਹੀਂ ਕਿੱਥੇ ਕਿੱਥੇ ਆਪਾਂ ਨੂੰ ਜੁਦਾ ਹੋਣਾ ਪੈਣਾ। ਇਸ ਕਰਕੇ ਹੁਣ ਤਾਂ ਆਪਾਂ ਨੂੰ ਜੁਦਾ ਹੋਣਾ ਹੀ ਪੈਣਾ। ਗੁਰੂ ਜੀ ਕਹਿੰਦੇ ਸ਼ਿਵ ਮੈਂ ਨੌਕਰੀ ਨਹੀਂ ਕਰਨੀ, ਨੌਕਰੀ ਤਾਂ ਤੂੰ ਹੀ ਕਰੇਗਾ, ਮੇਰੀ ਲਾਈਫ, ਮੇਰੀ ਜਿਹੜੀ ਲਾਈਨ ਆ ਨੌਕਰੀ ਦੀ ਨਹੀਂ ਹੈ। ਮੈਂ ਕਿਹਾ ਗੁਰੂ ਜੀ ਨੇ ਪੜ੍ਹ ਲਿਖ ਕੇ ਨੌਕਰੀ ਕਿਉਂ ਨਹੀਂ ਕਰਨੀ ਹੈ? ਕਹਿੰਦੇ ਨਹੀਂ ਸ਼ਿਵ ਮੈਂ ਨਹੀਂ ਨੌਕਰੀ ਕਰਨੀ। ਗੁਰੂ ਜੀ ਦਾ ਜਾਣੀ ਜਾਣ ਸੀ। ਖੈਰ ਅਸੀਂ ਖੜੇ ਸੀ, ਮੈਂ ਗੁਰੂ ਜੀ ਨੂੰ ਜੱਫੀ 'ਚ ਪਿਆਰ ਲੈ ਕੇ ਪਿਆਰ ਕੀਤਾ। ਨਹੀਂ ਦੋਸਤ ਉਦਾਸ ਨਹੀਂ ਹੋਣਾ, ਆਪਾਂ ਫੇਰ ਇਕੱਠੇ ਹੋਵਾਂਗੇ, ਹੋ ਸਕਦਾ ਆਪਣੀ ਕਿਤੇ ਨੌਕਰੀ ਇਕੱਠੀ ਲੱਗ ਜੇ। ਹਾਲੇ ਗੱਲਾਂ ਕਰ ਰਹੇ ਸੀ, ਮੇਰੇ ਫਾਦਰ ਸਾਹਿਬ ਆਏ। ਕੀ ਗੱਲ ਹੋ ਗਈ? ਮੈਂ ਕਿਹਾ ਮੇਰੇ ਦੋਸਤ ਅੱਜ ਬਹੁਤ ਉਦਾਸ ਹੈ ਵੀ ਆਪਾਂ ਜਾ ਰਹੇ। ਕਹਿੰਦੇ ਗੁਰੂ ਜੀ ਦੇ ਪਿਤਾ ਜੀ ਨੂੰ ਬੁਲਾਓ। ਬਾਪੂ ਮਸਤ ਰਾਮ ਜੀ ਨੂੰ ਬੁਲਾਇਆ। ਉਹਨਾਂ ਨੂੰ ਮੇਰੇ ਫਾਦਰ ਸਾਹਿਬ ਨੇ ਦੱਸਿਆ ਕਿ ਪਹਿਲਾਂ ਵੀ ਦੋਸਤ ਨੇ, ਇਹ ਇਕੱਠੇ ਰਹੇ ਨੇ, ਇਕੱਠੇ ਪੜ੍ਹੇ ਨੇ। ਦੁੱਗਰੀ ਪਿੰਡ ਦੇ ਵਿੱਚ ਨਾ ਕੋਈ ਫੈਕਟਰੀ ਹੈ, ਨਾ ਕੋਈ ਆਫਿਸ ਹੈ, ਨਾ ਕੋਈ ਸਕੂਲ ਹੈ ਵੱਡਾ ਵੀ ਜਿੱਥੇ ਇਹਨਾਂ ਦੀ ਕੋਈ ਨੌਕਰੀ ਲੱਗੂਗੀ।
ਤੁਸੀਂ ਇਹਨਾਂ ਨੂੰ ਗੁਰੂ ਜੀ ਨੂੰ ਭੇਜੋ ਸ਼ਿਵ ਦੇ ਨਾਲ। ਇਹ ਚੰਡੀਗੜ੍ਹ ਸ਼ਿਵ ਦੀ ਭੂਆ ਹੈ, ਉੱਥੇ ਜਾਣਗੇ, ਉੱਥੇ ਨੌਕਰੀ ਵਾਸਤੇ ਤਲਾਸ਼ ਕਰਨਗੇ, ਫਾਰਮ ਵਗੈਰਾ ਭਰਿਆ ਕਰਨਗੇ ਨੌਕਰੀ ਦੇ, ਉੱਥੇ ਨੌਕਰੀ ਲੱਗੂ। ਗੁਰੂ ਜੀ ਪਿਤਾ ਜੀ ਕਹਿੰਦੇ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ, ਮੈਨੂੰ ਕੋਈ objection, ਤੁਸੀਂ ਲੈ ਜਾਓ। ਪਹਿਲਾਂ ਵੀ ਇਕੱਠੇ ਰਹਿੰਦੇ ਰਹੇ ਨੇ, ਹੁਣ ਵੀ ਇਕੱਠੇ ਰਹਿਣਗੇ। ਖੈਰ ਜੀ, ਮੈਨੂੰ ਯਾਦ ਆ 5 ਮਾਰਚ 1975 ਨੂੰ ਮੈਂ ਤੇ ਗੁਰੂ ਜੀ ਦੁਗਰੀ ਛੱਡਤੀ ਸੀ, ਨੌਕਰੀ ਵੀ ਲੱਭਣੀ ਹੈ। ਨੌਕਰੀ ਤਲਾਸ਼ ਵਿੱਚ ਅਸੀਂ ਪਹਿਲਾਂ ਮੇਰੇ ਪਿੰਡ ਚਲੇ ਗਏ ਸੀ, 5-7 ਦਿਨ, 2-2.5 ਮਹੀਨੇ ਰਹੇ ਪਿੰਡ। ਫਿਰ ਅਸੀਂ ਚੰਡੀਗੜ੍ਹ ਆ ਗਏ ਸੀ ਮੇਰੇ ਭੂਆ ਜੀ ਦੇ ਘਰ 34 ਸੈਕਟਰ। ਮੈਂ ਨੌਕਰੀ ਵਾਸਤੇ ਬੜੇ ਫਾਰਮ ਭਰਨੇ, ਬੜੀ ਜਗ੍ਹਾ ਅਪਲਾਈ ਕਰਨਾ, ਪਰ ਗੁਰੂ ਜੀ ਨੇ ਨਾ ਤਾਂ ਕਦੇ ਅਪਲਾਈ ਕੀਤਾ ਸੀ, ਨਾ ਕਦੇ ਕੋਈ ਫਾਰਮ ਭਰਿਆ ਸੀ। ਮੈਂ ਬੜੀ ਕੋਸ਼ਿਸ਼ ਕਰਨੀ ਕਿ ਗੁਰੂ ਜੀ ਤੁਸੀਂ ਵੀ ਨੌਕਰੀ ਕਰਨੀ ਹੈ, ਤੁਸੀਂ ਵੀ ਫਾਰਮ ਭਰ ਲਓ। ਮੈਂ ਫਾਰਮ ਵੀ ਭਰ ਦਿੰਦਾ ਸੀ, ਪਰ ਗੁਰੂ ਜੀ ਨੇ ਕਦੇ ਸਾਈਨ ਹੀ ਨਹੀਂ ਸੀ ਕਰ। ਖੈਰ 3 ਸਾਲ 75, 76, 77 ਅਸੀਂ ਗੁਰੂ ਜੀ ਉੱਥੇ ਦੁਗਰੀ ਰਹੇ, ਚੰਡੀਗੜ੍ਹ ਰਹੇ। 78 ਦੇ ਵਿੱਚ ਮੈਂ ਆਰਮੀ ਜੁਆਇਨ ਕੀਤੀ, ਅਪ੍ਰੈਲ 78 ਦੇ ਵਿੱਚ ਆਰਮੀ ਚਲਾ ਗਿਆ। ਤਾਂ ਮੇਰੀ ਯੂਨਿਟ ਸੀ ਅੰਬਾਲੇ ਦੇ ਲਾਗੇ ਸੀ। ਤਾਂ ਮੈਂ ਗੁਰੂ ਜੀ ਨੂੰ ਕਿਹਾ, ਗੁਰੂ ਜੀ ਹੁਣ ਤਾਂ ਮੇਰੀ ਆਰਮੀ ਚਲੇ ਗਿਆ, ਯੂਨਿਟ ਦੇ ਵਿੱਚ ਮੈਂ ਕੀ ਕਰੂੰ? ਕਹਿੰਦੇ ਸ਼ਿਵ ਉੱਥੇ ਤੈਨੂੰ ਕੁਆਟਰ ਮਿਲ ਜੂ, ਆਪਾਂ ਉੱਥੇ ਇਕੱਠੇ ਰਿਹਾ ਕਰਾਂਗੇ। ਖੈਰ ਜੀ, ਮੈਂ ਆਰਮੀ ਜੁਆਇਨ ਕੀਤਾ, ਮੈਨੂੰ ਕੁਆਟਰ ਮਿਲ ਗਿਆ। ਗੁਰੂ ਜੀ ਵੀ ਮੇਰੇ ਨਾਲ ਉੱਥੇ ਚਲੇ ਗਏ, ਆਰਮੀ ਦੇ ਕੁਆਟਰ ਦੇ ਵਿੱਚ ਹੀ ਚਲੇ ਗਏ। ਅਸੀਂ ਰਹਿੰਦੇ ਸੀ ਇਕੱਠੇ। ਮੈਂ ਡਿਊਟੀ ਜਾਣਾ, ਪਿੱਛੋਂ ਗੁਰੂ ਜੀ ਨੇ ਆਪਣੀ ਸਮਾਧੀ ਲਾਣੀ, ਪਤਾ ਨਹੀਂ ਕਿਹੜੀ ਦੁਨੀਆ ਚਲੇ ਜਾਂਦੇ ਸੀ, ਮੈਨੂੰ ਨਹੀਂ ਪਤਾ ਕਿੰਨਾ ਉਹਨਾਂ ਦੀ ਸਮਾਧੀ ਦੇ ਵਿੱਚ, ਮਤਲਬ ਕਿ ਮੈਂ ਤਾਂ ਸਮਝ ਹੀ ਨਹੀਂ ਸਕਿਆ ਵੀ ਇੰਨੀ ਦੇਰ ਸਮਾਧੀ ਲਾ ਕੇ ਬਿਨਾਂ ਹਿੱਲੇ ਬੈਠਣਾ ਆਮ ਆਦਮੀ ਦੇ ਬਸ ਦੀ ਗੱਲ ਨਹੀਂ ਹੈ। ਉਹ ਗੁਰੂ ਜੀ ਸੀ ਜਿਹੜੇ ਕਰਦੇ ਸੀ। ਖੈਰ ਇੱਕ ਦਿਨ ਸਾਡਾ ਮਾਲੀ ਹੁੰਦਾ ਉੱਥੇ, ਬਲਵਿੰਦਰ ਸਿੰਘ ਉਹਦਾ ਨਾਮ ਸੀ। ਤਾਂ ਗੁਰੂ ਜੀ ਨੇ ਉਹਨੂੰ ਆਵਾਜ਼ ਮਾਰੀ, ਬਲਵਿੰਦਰ ਸਿੰਘ ਇੱਧਰ ਆ। ਉਹ ਮਾਲੀ ਦੌੜਿਆ ਆਇਆ, ਕਹਿੰਦਾ ਹਾਂਜੀ ਦੱਸੋ। ਤਾਂ ਗੁਰੂ ਜੀ ਕਹਿੰਦੇ ਤੇਰਾ ਬੱਚਾ ਬਿਮਾਰ ਹੈ। ਉਹ ਹੈਰਾਨ ਹੋ ਗਿਆ ਵੀ ਮੇਰੇ ਬੱਚੇ ਬਾਰੇ ਇਹਨਾਂ ਨੂੰ ਕਿੱਦਾਂ ਪਤਾ ਲੱਗ ਗਿਆ, ਮੈਂ ਤਾਂ ਇਹਨਾਂ ਨੂੰ ਜਾਣਦਾ ਨਹੀਂ ਇਹ ਕੌਣ ਨੇ, ਕਿਉਂਕਿ ਹਾਲੇ ਅਸੀਂ ਤਾਂ ਨਵੇਂ ਡਿਊਟੀ ਜੁਆਇਨ ਕੀਤੀ ਸੀ ਮੈਂ ਤਾਂ ਉੱਥੇ। ਤਾਂ ਮਾਲੀ ਹੈਰਾਨ ਹੋ ਗਿਆ। ਮਾਲੀ ਕਹਿੰਦਾ ਹਾਂਜੀ ਮੇਰਾ ਬੱਚਾ 9 ਸਾਲ ਦਾ ਹੈ, ਜਦੋਂ ਦਾ ਜੰਮਿਆ ਪੈਦਾ ਹੋਇਆ ਉਦੋਂ ਦਾ ਬਿਮਾਰ ਹੀ ਚੱਲ ਰਿਹਾ, ਜੋ ਮੈਂ ਤਨਖਾਹ ਲੈਣਾ ਸਾਰੀਆਂ ਦਵਾਈਆਂ ਤੇ ਲੱਗ ਜਾਂਦੀ ਹੈ, ਮੇਰੀ ਕੋਈ ਬਚਤ ਨਹੀਂ ਹੈ। ਗੁਰੂ ਜੀ ਕਹਿੰਦੇ ਜਾ ਤੇਰੇ ਬੱਚੇ ਨੂੰ ਬਲੈਸ ਕਰਦੇ ਆ, ਤੂੰ ਇੱਕ ਪਾਣੀ ਦੀ ਬੋਟਲ ਲੈ ਕੇ ਆ। ਉਹ ਮਾਲੀ ਦੌੜਿਆ ਗਿਆ, ਇੱਕ ਪਾਣੀ ਦੀ ਬੋਟਲ ਲੈ ਕੇ ਆਇਆ। ਗੁਰੂ ਜੀ ਕੋਲ ਇੱਕ ਰੁਦਰਾਕਸ਼ ਦੀ ਮਾਲਾ ਹੁੰਦੀ ਸੀ। ਉਹ ਰੁਦਰਾਕਸ਼ ਦੀ ਮਾਲਾ ਪਤਾ ਨਹੀਂ ਕੀ ਸ਼ਕਤੀ ਪਾਈ ਹੋਈ ਸੀ ਗੁਰੂ ਜੀ ਨੇ, ਜੇ ਕਿਸੇ ਇਨਸਾਨ ਨੂੰ ਲਾ ਦਿੰਦੇ ਸੀ ਤਾਂ ਇਨਸਾਨ ਦਾ ਕਲਿਆਣ ਹੋ ਜਾਂਦਾ ਸੀ, ਜੇ ਕਿਤੇ ਪਾਣੀ ਨੂੰ ਟੱਚ ਕਰ ਦਿੰਦੇ ਸੀ ਉਹ ਅੰਮ੍ਰਿਤ ਬਣ ਜਾਂਦਾ ਸੀ। ਗੁਰੂ ਜੀ ਨੇ ਮਾਲਾ ਉਹ ਪਾਣੀ ਦੇ ਵਿੱਚ ਲਾਈ ਤੇ ਆਪਣੀ ਕੋਈ ਫੂਕ ਮਾਰੀ, ਮੰਤਰ ਜਾਪ ਕੀਤਾ, ਜਾ ਆਪਦੇ ਬੱਚੇ ਨੂੰ ਪਿਲਾ ਦੇ 2 ਚਮਚ ਰੋਜ਼, ਜਿਸ ਦਿਨ ਬੋਟਲ ਖਤਮ ਹੋ ਗਈ ਤੇਰਾ ਬੱਚਾ ਠੀਕ ਹੋ। ਮਾਲੀ ਜੀ ਚਲਾ ਗਿਆ, ਤਕਰੀਬਨ 20-25 ਦਿਨਾਂ ਬਾਅਦ ਵਾਪਸ ਆਇਆ, ਆ ਕੇ ਗੁਰੂ ਜੀ ਦੇ ਪੈਰਾਂ 'ਚ ਪੈ ਗਿਆ, ਕਹਿੰਦਾ ਜੀ ਮੈਂ ਨਹੀਂ ਜਾਣਦਾ ਤੁਸੀਂ ਕੌਣ, ਜੋ ਸ਼ਕਤੀਓ ਅੱਜ ਕਹਿੰਦਾ 10 ਦਿਨ ਹੋ ਗਏ ਜਿਹੜਾ ਤੁਸੀਂ ਪਾਣੀ ਦਿੱਤਾ ਉਹ ਮੈਂ ਬੱਚੇ ਨੂੰ ਪਿਲਾਉਂਦਾ ਸੀ, ਜਿਸ ਦਿਨ ਦਾ ਖਤਮ ਹੋਇਆ ਪਾਣੀ, ਅੱਜ 9-10 ਦਿਨ ਹੋ ਗਏ ਮੇਰਾ ਬੱਚਾ ਬੱਚਿਆਂ 'ਚ ਖੇਡਦਾ, ਕੋਈ ਦਵਾਈ ਨਹੀਂ, ਕੋਈ ਇੰਜੈਕਸ਼ਨ ਨਹੀਂ, ਕੋਈ ਦਵਾਈ ਨਹੀਂ, ਬਿਲਕੁਲ ਬੱਚਿਆਂ 'ਚ ਖੇਡ ਰਿਹਾ। ਮੈਂ ਬਹੁਤ ਤੁਹਾਡਾ ਧੰਨਵਾਦ ਕਰਨਾ ਆ, ਮੈਨੂੰ ਬਲੈਸ ਕਰੋ, ਸੋ ਮੇਰੇ ਬੱਚੇ ਨੂੰ ਫਾਰਐਵਰ ਵਾਸਤੇ ਬਲੈਸ ਕਰੋ। ਗੁਰੂ ਜੀ ਕਹਿੰਦੇ ਉਹ ਤਾਂ ਤੇਰਾ ਕਲਿਆਣ ਕਰਤਾ, ਉਹ ਤਾਂ ਜਿਸ ਦਿਨ ਮੈਂ ਤੈਨੂੰ ਪਾਣੀ ਦੀ ਬੋਟਲ ਦਿੱਤੀ ਸੀ ਉਸ ਦਿਨ ਹੀ ਕਲਿਆਣ ਕਰਤਾ ਸੀ ਬੱਚੇ ਦਾ। ਖੈਰ ਮੈਂ ਤਾਂ ਡਿਊਟੀ ਤੇ ਹੁੰਦਾ ਸੀ, ਉਹ ਮਾਲੀ 2 ਹੋਰ ਨੂੰ ਲਿਆਇਆ, 2-4 ਨੂੰ 4-8, ਮੈਨੂੰ ਮੇਰੇ ਡਿਊਟੀ ਤੇ ਮੇਰੇ ਦਫ਼ਤਰ ਸਾਡੇ ਪੀਐਨ ਨੇ ਦੱਸਿਆ ਕਿ ਸਰ ਤੁਹਾਡੇ ਕੁਆਟਰ ਤਾਂ ਮੇਲਾ ਲੱਗਿਆ ਹੁੰਦਾ, ਬੜੀ ਦੁਨੀਆ ਆਉਂਦੀ ਹੈ ਤੁਹਾਡੇ ਦੋਸਤ ਨੂੰ ਬਲੈਸ ਕਰਦੇ ਨੇ ਉਹ, ਪਰ ਮੈਨੂੰ ਤਾਂ ਪਤਾ ਨਹੀਂ ਸੀ ਉਦੋਂ, ਕਿਉਂਕਿ ਮੈਂ ਤਾਂ ਆਪਣਾ ਦੋਸਤ ਹੀ ਸਮਝਦਾ ਰਿਹਾ। ਜੀ ਦੋਸਤ ਮੇਰੇ ਪਿੱਛੋਂ ਕੋਈ ਬੰਦੇ ਆਉਂਦੇ ਨੇ ਤੁਹਾਡੇ ਕੋਲ, ਮੈਂ ਸੁਣਿਆ। ਕਹਿੰਦੇ ਨਹੀਂ ਸ਼ਿਵ ਇੱਥੇ ਕੋਈ ਨਹੀਂ ਆਉਂਦਾ ਹੈਗਾ। ਮੈਂ ਕਿਹਾ ਜੀ ਮੈਨੂੰ ਤਾਂ ਪੀਐਨ ਨੇ ਦੱਸਿਆ ਵੀ ਇੱਥੇ ਤੁਹਾਡੇ ਮੇਲਾ ਲੱਗਿਆ ਹੁੰਦਾ। ਨਹੀਂ ਸ਼ਿਵ ਉਹ ਤਾਂ ਕਹਿੰਦੇ ਤੇਰੀ ਯੂਨਿਟ ਦੇ ਬੜੇ ਲੋਕ ਪਰੇਸ਼ਾਨ ਨੇ, ਇਹਨਾਂ ਦੀਆਂ ਜੋ ਬਲੈਸਿੰਗ ਜਿਹਨਾਂ ਨੂੰ ਲੋੜ ਸੀ ਇਹਨਾਂ ਨੂੰ ਬਲੈਸ ਕਰਤਾ, ਇਹਨਾਂ ਦਾ ਕਲਿਆਣ ਕਰਤਾ। ਗੁਰੂ ਜੀ ਦੀ ਮਹਿਮਾ ਸੀ। ਅੱਜ ਉਹ ਬੰਦੇ ਜਿਹੜੇ ਗੁਰੂ ਜੀ ਨੇ 78 ਦੇ ਵਿੱਚ ਬਲੈਸ ਕੀਤੇ ਸੀ, ਕੋਈ 70 ਸਾਲ ਦਾ, ਕੋਈ 75 ਸਾਲ ਦਾ, ਕੋਈ 80 ਸਾਲ ਦਾ, ਸਭ ਰਿਟਾਇਰ ਹੋ ਚੁੱਕੇ ਨੇ। ਉਹ ਮੈਨੂੰ ਕਿਸੇ ਮੋੜ ਤੇ ਮਿਲ ਜਾਂਦੇ ਨੇ, ਕਿਸੇ ਨਾ ਕਿਤੇ ਮਿਲਦੇ ਨੇ ਤਾਂ ਮੈਨੂੰ ਪੁੱਛਦੇ ਨੇ ਕਿ ਤੁਹਾਡੇ ਦੋਸਤ ਕਿੱਥੇ ਨੇ। ਮੈਂ ਉਹਨਾਂ ਨੂੰ ਇਹੀ ਦੱਸਦਾ ਕਿ ਮੇਰਾ ਦੋਸਤ ਫਿਜ਼ੀਕਲ ਰੂਪ 'ਚ ਅੱਜ ਇਸ ਦੁਨੀਆ ਵਿੱਚ ਨਹੀਂ ਹੈ, ਪਰ ਉਹਨਾਂ ਦੀ ਜਿਹੜੀ ਪ੍ਰੈਜ਼ੈਂਸ ਹੈ, ਉਹਨਾਂ ਦੀ ਸਾਡੇ ਨਾਲ ਪਲ ਪਲ ਅਸੀਂ ਮਹਿਸੂਸ ਕਰਦੇ ਹਾਂ ਕਿ ਗੁਰੂ ਜੀ ਸਾਡੇ ਨਾਲ। ਉਹ ਕਹਿੰਦੇ ਜੀ ਜਦੋਂ ਦੇ ਤੁਹਾਡੇ ਦੋਸਤ ਨੇ ਸਾਨੂੰ ਬਲੈਸ ਕੀਤਾ, ਜਦੋਂ ਕਿਤੇ ਮੋੜ ਤੇ ਮਿਲਦੇ ਨੇ ਸਾਨੂੰ ਤਾਂ ਕੀ ਬਿਮਾਰੀ ਹੋਣੀ ਹੈ, ਸਾਡੇ ਪਰਿਵਾਰਾਂ 'ਚ ਵੀ ਕੋਈ ਬਿਮਾਰੀ ਨਹੀਂ ਆਈ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਗੁਰੂ ਜੀ ਸ਼ਰਧਾ ਦੇਖਦੇ ਨੇ, ਗੁਰੂ ਜੀ ਨਹੀਂ ਦੇਖਦੇ ਕਿ ਤੁਸੀਂ ਪੈਸਾ ਕੀ ਚੜਾਇਆ, ਤੁਸੀਂ ਮੇਰੇ ਬਾਰੇ ਕੀ ਕਰ ਰਹੇ ਹੋ। ਗੁਰੂ ਜੀ ਦੇਖਦੇ ਨੇ ਤੁਹਾਡੇ ਦਿਲੋਂ ਤੁਸੀਂ ਮੰਨ ਰਹੇ ਹੋ ਜਾਂ ਕਿਸੇ ਦੇ ਕਹਿਣ ਤੇ ਇਹ ਦੇਖਣ ਆਏ ਹੋ ਕਿ ਚਲੋ ਉੱਥੇ ਵੀ ਜਾ ਕੇ ਦੇਖ ਆਉਂਦੇ ਆ। ਇਸ ਕਰਕੇ ਮੈਂ ਤੁਹਾਨੂੰ ਕੋਈ ਗੱਲ ਕਹੂੰ, ਜਦੋਂ ਵੀ ਮੰਦਿਰ ਜਾਣਾ, ਜਦੋਂ ਵੀ ਤੁਸੀਂ ਕਦੇ ਬੜੇ ਮੰਦਿਰ ਜਾਂਦੇ ਹੋ ਤਾਂ ਦਿਲੋਂ ਸ਼ਰਧਾ ਦੇ ਨਾਲ ਜਾਣਾ, ਇਹ ਸੋਚ ਕੇ ਜਾਣਾ ਕਿ ਮੈਂ ਇੱਥੇ ਬਲੈਸ ਹੋ ਕੇ ਆਣਾ ਹੀ ਆਣਾ ਹੈ। ਤੇ ਜਦੋਂ ਮੰਦਿਰ ਦੇ ਅੰਦਰ ਐਂਟਰ ਕਰਨਾ
ਤੁਸੀਂ ਆਪਦੇ ਅੰਦਰ ਗੁਰੂ ਜੀ ਦਾ ਧਿਆਨ ਲਾ ਕੇ ਮੰਤਰ ਜਾਪ ਕਰਦੇ ਜਾ, ਕਿਸੇ ਨਾਲ ਨਹੀਂ ਕਰਨੀ ਹੈ। ਮੰਦਿਰ ਦੇ ਅੰਦਰ ਐਂਟਰ ਕਰਨ ਤੋਂ ਪਹਿਲਾਂ ਤੁਸੀਂ ਗੁਰੂ ਜੀ ਦਾ ਮੰਤਰ ਜਾਪ ਸ਼ੁਰੂ ਕਰੋ। ਕਿਸੇ ਨਾਲ ਗੱਲ ਨਹੀਂ ਕਰਨੀ ਹੈ, ਆਪਦਾ ਧਿਆਨ ਪੂਰੀ ਗੁਰੂ ਜੀ ਵੱਲ ਲਾਣਾ ਹੈ ਤੇ ਲਾਈਨ ਦੇ ਵਿੱਚ ਜਾਂਦੇ ਰਹੋ, ਮੰਤਰ ਜਾਪ ਕਰਦੇ ਜਾਓ, ਗੁਰੂ ਜੀ ਦਾ ਧਿਆਨ ਲਾ ਕੇ। ਅੰਦਰ ਜਦੋਂ ਤੁਸੀਂ ਜਾਓਗੇ, ਗੇਟ ਅੰਦਰ ਤੁਸੀਂ ਐਂਟਰ ਕਰ ਜਾਓ ਮੰਦਿਰ ਦੇ, ਤੁਹਾਡੇ ਮਨ ਨੂੰ ਐਸੀ ਸ਼ਾਂਤੀ ਮਿਲੂ। ਗੁਰੂ ਜੀ ਮੈਨੂੰ ਕਹਿੰਦੇ ਹੁੰਦੇ, ਸ਼ਿਵ, ਇਹ ਮੰਦਿਰ ਦੇ ਵਿੱਚ ਮੈਂ 12 ਜੋਤੀਲਿੰਗਾਂ ਦੀ ਸ਼ਕਤੀ ਪਾਈ ਆ, 12 ਜੋਤੀਲਿੰਗਾਂ ਦੀ ਸ਼ਕਤੀ ਪਾਈ ਆ। ਜਿਹੜਾ ਵੀ ਕੋਈ ਇਨਸਾਨ ਦਿਲ ਤੋਂ ਧਿਆ ਕੇ, ਦਿਲੋਂ ਯਾਦ ਕਰਕੇ ਮੇਰਾ ਮੰਤਰ ਜਾਪ ਕਰਦਾ, ਕੋਈ ਇਹਦੇ ਅੰਦਰ ਦੀ ਨਿਕਲ ਜੂਗਾ, ਉਹ ਬਲੈਸ ਹੋ ਜੂ, ਉਹਦਾ ਕਲਿਆਣ ਹੋ ਜੂ। ਇਸ ਕਰਕੇ ਮੈਂ ਤੁਹਾਨੂੰ ਇਹੀ ਦੱਸੂਗਾ ਕਿ ਜਦੋਂ ਵੀ ਮੰਤਰ ਜਾਪ ਕਰਦੇ ਉੱਥੋਂ ਦੀ ਜਾਣਾ ਹੈ ਤਾਂ ਗੁਰੂ ਜੀ ਵੱਲ ਹੀ ਧਿਆਨ ਲਾ ਕੇ ਰੱਖਣਾ, ਕਿਸੇ ਨਾਲ ਗੱਲਾਂ ਨਹੀਂ ਕਰਨੀਆਂ। ਗੁਰੂ ਜੀ ਮੰਤਰ ਜਾਪ ਕਰਦੇ ਕਰਦੇ ਤੁਸੀਂ ਗੁਰੂ ਜੀ ਜਿੱਥੇ ਗੱਦੀ ਹੈ ਉੱਥੇ ਮੱਥਾ ਟੇਕ ਕੇ ਬੜੇ ਆਰਾਮ ਨਾਲ ਅੱਗੇ ਜਾਓ। ਅੱਗੇ ਜੋ ਵੀ ਪ੍ਰੋਸੀਜਰ ਉੱਥੇ ਬਣਾਇਆ ਹੋਇਆ ਉਸ ਦੇ ਹਿਸਾਬ ਨਾਲ ਪ੍ਰਸ਼ਾਦ ਲਓ, ਜੋ ਵੀ ਕਰਨਾ ਕਰਦੇ ਜਾਓ ਪ੍ਰਸ਼ਾਦ ਲੈ ਕੇ। ਉਸ ਤੋਂ ਬਾਅਦ ਲੰਗਰ ਜ਼ਰੂਰ ਕਰਨਾ। ਗੁਰੂ ਜੀ ਨੇ ਜਿਹੜੇ ਕਹਿੰਦੇ ਸੀ ਕਿ ਲੰਗਰ ਦੇ ਵਿੱਚ ਹੀ ਸਾਰਾ ਕੁਝ ਪਾਇਆ ਹੋਇਆ ਉਹਨਾਂ ਨੇ। ਜੇ ਤੁਸੀਂ ਮੱਥਾ ਟੇਕ ਕੇ ਅੱਗੇ ਜਾਂਦੇ ਹੋ ਤਾਂ ਲੰਗਰ ਕਰਕੇ ਹੀ ਜਾਣਾ। ਬਲੇਸਿੰਗਸ ਲੰਗਰ ਦੇ ਕਿ ਜੇ ਅਸੀਂ ਦਿਲੋਂ ਜਾ ਰਹੇ, ਤੇ ਦਿਲੋਂ ਨਹੀਂ ਜਾ ਰਹੇ, ਫਾਰਮੈਲਿਟੀ ਸਿੱਖ ਜਾ ਰਹੇ ਹਾਂ ਜਾਂ ਗੱਲਾਂ ਕਰਦੇ ਮੰਦਿਰ ਦੇ ਅੰਦਰ ਗੱਲਾਂ ਕਰ ਰਹੇ ਹਾਂ ਕਿਸੇ ਨਾਲ ਦੇਣੇ ਬਾਏ, ਤਾਂ ਕੋਈ ਫਾਇਦਾ ਨਹੀਂ ਹੈ ਜਾਣ ਦਾ। ਜ਼ਿਆਦਾ ਟਾਈਮ ਮੈਂ ਇੱਧਰ ਨਹੀਂ ਲਾਉਂਗਾ। ਉਸ ਤੋਂ ਬਾਅਦ ਮੇਰੀ ਮਤਲਬ ਕਿ ਟਾਈਮ ਬੀਤਿਆ, 80 ਦੇ ਵਿੱਚ ਮੇਰੀ ਸ਼ਾਦੀ ਹੋ ਗਈ। ਤਾਂ ਗੁਰੂ ਜੀ ਮੇਰੇ ਨਾਲ, ਮੈਂ ਮੋਹਾਲੀ ਕਿਰਾਏ ਤੇ ਕਮਰਾ ਲੈ ਲਿਆ ਸੀ। ਤਾਂ ਗੁਰੂ ਜੀ ਕਹਿੰਦੇ ਸ਼ਿਵ ਮੇਰਾ ਵੀ ਮਕਾਨ, ਕਿਉਂਕਿ ਮੇਰੀ ਸ਼ਾਦੀ ਤੋਂ ਬਾਅਦ ਮੈਂ ਮੋਹਾਲੀ ਰਹਿਣ ਲੱਗ ਗਿਆ ਸੀ, ਤਾਂ ਇੱਕ ਕਮਰਾ ਗੁਰੂ ਜੀ ਵਾਸਤੇ ਮੈਂ ਕਿਰਾਏ ਤੇ ਲੈਂਦਾ ਸੀ। ਮੇਰਾ ਆਪਣਾ ਮਕਾਨ ਉਦੋਂ ਨਹੀਂ ਹੁੰਦਾ ਸੀ, ਤੇ ਇੱਕ ਮੈਂ ਤੇ ਮੇਰੀ ਮਿਸਿਸ ਨੇ ਆਪਣਾ ਵਾਸਤੇ ਲੈਣਾ। 2 ਬੈਡਰੂਮ ਲੈਣੇ ਅਸੀਂ, ਇੱਕ ਡਰਾਇੰਗ ਰੂਮ ਦੇ ਵਿੱਚ ਅਸੀਂ ਰਹਿਣਾ ਇਕੱਠੇ, ਹੱਸਣਾ ਖੇਡਣਾ। ਮੇਰੀ ਮਿਸਿਸ ਬੜੇ, ਮੈਂ ਉਹਨੂੰ ਦੱਸਿਆ ਕਿ ਮੇਰਾ ਦੋਸਤ ਹੈ ਵਿਆਹ ਤੋਂ ਬਾਅਦ, ਤੇ ਮੇਰੀ ਮਿਸਿਸ ਨੇ 3 ਸਾਲ ਗੁਰੂ ਜੀ ਨੂੰ ਬਹੁਤ ਸੇਵਾ ਕੀਤੀ। ਜਦੋਂ ਗੁਰੂ ਜੀ ਰਹਿਣੀ ਸਾਡੇ ਕੋਲ ਹੁੰਦੇ ਸੀ, ਇਕੱਠੇ ਰਹਿਣਾ, ਹੱਸਣਾ ਖੇਡਣਾ, ਮਹਿਸੂਸ ਹੀ ਨਹੀਂ ਸੀ ਹੁੰਦਾ ਕਿ ਉਹਨਾਂ ਨੇ ਕਦੇ ਵੀ ਮੈਂ ਭਗਵਾਨ ਨਾਲ ਅਸੀਂ ਰਹਿ ਰਹੇ ਹਾਂ। ਇਹ ਟਾਈਮ ਬੀਤਦਾ ਗਿਆ, ਟਾਈਮ ਬੀਤਦਾ ਗਿਆ। ਕੁਛ ਟਾਈਮ ਬਾਅਦ ਮਤਲਬ ਕਿ ਬੜੀਆਂ ਗੱਲਾਂ ਤਾਂ ਛੋਟੀਆਂ ਛੋਟੀਆਂ ਬਹੁਤ ਨੇ, ਪਰ ਮੈਂ ਇੰਨੀਆਂ ਹੁਣ ਡਿਟੇਲ ਦੇ ਵਿੱਚ ਨਹੀਂ ਦੱਸ ਸਕਦਾ। ਉਹ ਤਾਂ ਸਾਲ ਹੀ ਨਿਕਲ ਜੂ ਮੇਰੇ ਗੱਲਾਂ ਕਰਦੇ ਕਰਦੇ। ਉਸ ਤੋਂ ਬਾਅਦ ਗੁਰੂ ਜੀ 82 ਦੇ ਵਿੱਚ ਮੇਰੇ ਕੋਲੋਂ ਚੁੱਪਚਾਪ ਚਲੇ ਗਏ, ਕਿਉਂਕਿ ਉਹ ਚਾਹੁੰਦੇ ਸੀ ਇਕਾਂਤ ਵਾਤਾਵਰਨ ਜਿੱਥੇ ਉਹ ਤਪੱਸਿਆ ਕਰ ਸਕਣ ਸਾਲ 6 ਮਹੀਨੇ। ਕਿਉਂਕਿ ਮੈਂ ਉਹਨਾਂ ਨੂੰ ਤਪੱਸਿਆ ਕਰਨ ਤੋਂ ਰੋਕ ਦਿੰਦਾ ਸੀ ਗੁਰੂ ਜੀ, ਕਿਉਂਕਿ ਉਹ ਕਹਿੰਦੇ ਸੀ, ਚਾਹੁੰਦੇ ਸੀ ਮੈਨੂੰ ਕੋਈ ਡਿਸਟਰਬ ਨਾ ਕਰਿਓ। ਇੱਕ ਦਿਨ, ਇੱਕ ਵਾਰ ਦੀ ਗੱਲ ਹੈ, ਗੁਰੂ ਜੀ ਕਹਿੰਦੇ ਮੈਨੂੰ ਇਕਾਂਤ ਵਾਤਾਵਰਨ ਚਾਹੀਦਾ। 5 ਦਿਨ 4 ਰਾਤਾਂ ਗੁਰੂ ਜੀ ਬਿਲਕੁਲ ਬਿਨਾਂ ਕੁਝ ਖਾਧੇ ਰਹੇ ਸੀ, ਬਿਨਾਂ ਕੁਝ ਖਾਧੇ ਰਹੇ, ਕੁਛ ਨਹੀਂ ਖਾਧਾ। 5ਵੇਂ ਦਿਨ ਸ਼ਾਮ ਨੂੰ ਆ ਕੇ ਮੈਂ ਗੁਰੂ ਜੀ ਨੂੰ ਦੇਖਿਆ, ਮੈਂ ਮਿਸ ਨੂੰ ਪੁੱਛਿਆ ਅੱਜ ਕੁਝ ਖਾਧਾ ਕਿ ਨਹੀਂ ਖਾਧਾ। ਕਹਿੰਦੀ ਜੀ 4-5 ਦਿਨ, ਅੱਜ ਮੈਂ 5ਵਾਂ ਦਿਨ ਹੈ, ਗੁਰੂ ਜੀ ਏਦਾਂ ਹੀ ਬੈਠੇ ਨੇ, ਤੁਹਾਡਾ ਦੋਸਤ ਨੂੰ ਕੁਝ ਹੋ ਨਾ ਜਾਵੇ। ਮੈਂ ਆਇਆ, ਜੱਫੀ ਪਾਈ, ਖੜਾ ਕਰਤਾ, ਮੈਂ ਦੋਸਤ ਪਹਿਲਾਂ ਖਾਣਾ ਖਾ ਲੈ, ਬਾਅਦ ਦੇ ਵਿੱਚ ਸਮਾਧੀ ਲਾ ਲਈ ਤੂੰ ਆਪਣੀ ਜੋ ਵੀ ਲਾਣੀ ਆ। ਮੈਨੂੰ ਪਤਾ ਕਿ ਉਸ ਦਿਨ ਗੁਰੂ ਜੀ ਨੇ ਜਦ ਅੱਖਾਂ ਖੋਲੀਆਂ ਸੀ 5 ਦਿਨ ਬਾਅਦ ਮੇਰੇ ਸਾਹਮਣੇ, ਤਾਂ ਗੁਰੂ ਜੀ ਕਹਿੰਦੇ ਸ਼ਿਵ ਤੂੰ ਮੈਨੂੰ ਕਿੰਨਾ ਪਿਆਰ ਕਰਦਾ, ਤੈਨੂੰ ਮੈਂ ਕੀ ਦੱਸਾਂ ਮੈਂ ਕਿਹੜੀ ਦੁਨੀਆ ਸੀ। 5 ਦਿਨ ਦੀ ਸਮਾਧੀ 'ਚ ਮੈਂ ਕਿੱਥੇ ਗਿਆ ਹੋਇਆ ਸੀ ਤੈਨੂੰ ਮੈਂ ਨਹੀਂ ਦੱਸ ਸਕਦਾ, ਪਰ ਤੂੰ ਮੈਨੂੰ ਕਿੰਨਾ ਪਿਆਰ ਕਰਦਾ, ਜਾਂ ਤੈਨੂੰ ਬਲੈਸ ਕੀਤਾ, ਤੈਨੂੰ ਜ਼ਿੰਦਗੀ 'ਚ ਖੁਸ਼ੀਆਂ ਹੀ ਖੁਸ਼ੀਆਂ ਰਹਿਣਗੀਆਂ। ਇਹ ਗੁਰੂ ਜੀ ਨੇ ਮੈਨੂੰ ਉਦੋਂ ਆਸ਼ੀਰਵਾਦ ਦਿੱਤਾ ਸੀ। ਉਸ ਤੋਂ ਬਾਅਦ ਗੁਰੂ ਜੀ ਨੂੰ ਪਤਾ ਸੀ ਸ਼ਿਵ ਨੇ ਮੈਨੂੰ ਕਦੇ ਵੀ ਭੁੱਖਾ ਨਹੀਂ ਰਹਿਣ ਦੇਣਾ। ਗੁਰੂ ਜੀ ਮੇਰੇ ਕੋਲ ਚੁੱਪਚਾਪ ਕਦੇ ਚਲੇ ਗਏ ਸੀ। ਉਸ ਤੋਂ ਬਾਅਦ ਮੈਨੂੰ ਤਕਰੀਬਨ 8-9 ਮਹੀਨੇ ਜਾਂ ਸਾਲ ਦੇ ਕਰੀਬ ਮੈਨੂੰ ਗੁਰੂ ਜੀ ਦਾ ਪਤਾ ਨਹੀਂ ਲੱਗਿਆ ਕਿੱਥੇ ਗਏ ਕਿੱਥੇ ਨਹੀਂ ਗਏ। ਮੈਂ ਤਾਂ ਡਿਊਟੀ ਤੇ ਗਿਆ ਸੀ, ਪਿੱਛੋਂ ਚਲੇ ਗਏ ਸੀ। ਉਸ ਤੋਂ ਬਾਅਦ ਮੈਨੂੰ ਫਿਰ ਕੰਟੈਕਟ ਹੋਇਆ, ਗੁਰੂ ਜੀ ਚੰਡੀਗੜ੍ਹ ਆਏ, ਮੈਂ ਫਿਰ ਦੁਬਾਰਾ ਮਿਲਿਆ ਗੁਰੂ ਜੀ ਨੂੰ 83 ਦੇ ਐਂਡ ਦੇ ਵਿੱਚ। ਫਿਰ ਅਸੀਂ ਉਹੀ ਹੱਸਣਾ ਖੇਡਣਾ ਸ਼ੁਰੂ ਹੋਇਆ ਸਾਡਾ, ਇਕੱਠੇ ਰਹਿਣਾ, ਇਕੱਠੇ ਹੱਸਣਾ। ਸ਼ਾਮ ਨੂੰ ਗੁਰੂ ਜੀ ਕੋਲ ਮੈਂ ਡਿਊਟੀ ਤੋਂ ਬਾਅਦ ਆ ਜਾਂਦਾ ਸੀ। 36 ਸੈਕਟਰ ਚੰਡੀਗੜ੍ਹ ਆਏ ਸੀ ਗੁਰੂ ਜੀ। ਚੰਡੀਗੜ੍ਹ ਆਉਣ ਤੋਂ ਬਾਅਦ ਤਕਰੀਬਨ 86 ਦੇ ਵਿੱਚ ਗੁਰੂ ਜੀ ਕਹਿੰਦੇ ਸ਼ਿਵ ਹੁਣ ਮੈਂ ਜਲੰਧਰ ਜਾਊਂਗਾ, ਉੱਥੇ ਵੀ ਸੰਗਤ ਬਲੈਸ ਕਰਨੀ ਆ। ਮੈਂ ਗੁਰੂ ਜੀ ਨੂੰ ਕਿਹਾ ਗੁਰੂ ਜੀ ਹਾਲਾਤ ਪੰਜਾਬ ਦੇ ਠੀਕ ਨਹੀਂ, ਤੁਸੀਂ ਕੀ ਕਰਨ ਜਾਣਾ ਉੱਥੇ। ਕਹਿੰਦੇ ਨਹੀਂ, ਉੱਥੇ ਵੀ ਸੰਗਤ ਬਲੈਸ ਕਰਨੀ। ਖੈਰ ਗੁਰੂ ਜੀ ਦੇ ਜ਼ਿਆਦਾ ਕਹਿਣ ਤੇ ਮੈਂ ਨਹੀਂ ਕੰਪੈਲ ਕੀਤਾ ਵੀ ਠੀਕ ਹੈ ਗੁਰੂ ਜੀ ਤੁਸੀਂ ਭਗਵਾਨ ਹੋ, ਜੋ ਮਰਜ਼ੀ ਹੈ ਤੁਹਾਡੀ। ਗੁਰੂ ਜੀ ਜਲੰਧਰ ਗਏ, ਜਲੰਧਰ 95 ਤੱਕ ਰਹੇ ਗੁਰੂ ਜੀ। ਬੜੀ ਸੰਗਤ ਉੱਥੇ ਗੁਰੂ ਜੀ ਨੇ ਬਲੈਸ ਕੀਤਾ ਸੰਗਤ ਨੂੰ, ਬੜੇ ਲੋਕਾਂ ਦਾ ਕਲਿਆਣ ਕੀਤਾ। ਬੜੇ IAS ਅਫਸਰ, IPS IBS ਅਫਸਰ, ਮੰਤਰੀ, ਪਤਾ ਨਹੀਂ ਕੌਣ ਕੌਣ ਗੁਰੂ ਜੀ ਕੋਲੋਂ ਬਲੈਸ ਹੋ ਕੇ ਇੱਥੇ ਆਏ। ਬੜੀ ਸੰਗਤ ਉੱਥੇ ਜੁੜੀ। ਮੇਨ ਗੁਰੂ ਜੀ ਨੇ ਉੱਥੋਂ ਸਟਾਰਟ ਕੀਤਾ ਜਲੰਧਰ ਤੋਂ ਹੀ, ਜਿੱਥੇ ਕਿ ਡਿਫੈਂਸ ਕਲੋਨੀ ਕੋਠੀ ਨੰਬਰ 300 ਹੈ ਰੇਲਵੇ ਲਾਈਨ ਦੇ ਲਾਗੇ, ਜਿੱਥੇ ਗੁਰੂ ਜੀ ਨੇ ਕਾਫੀ ਲੰਬਾ ਸਮਾਂ ਬਤਾਇਆ। ਬੜੀ ਸੰਗਤ ਨੂੰ ਬਲੈਸ ਕੀਤਾ। ਉਸ ਤੋਂ ਬਾਅਦ
95 ਦੇ ਐਂਡ ਜਾਂ ਜਨਵਰੀ 96 ਦੇ ਵਿੱਚ ਗੁਰੂ ਜੀ ਪੰਚਕੂਲੇ ਆ ਗਏ ਸੀ। ਪੰਚਕੂਲੇ ਆਏ, ਬੜੀ ਸੰਗਤ ਨੂੰ ਉਦੋਂ ਗੁਰੂ ਜੀ ਦਾ ਇਹ ਸੀ, ਗੁਰੂ ਜੀ ਦਾ ਭਗਵਾਨ ਸੀ, ਉਹ ਤਾਂ ਜਿੱਦਨ ਨੂੰ ਐ ਹੱਥ ਕਰ ਦਿੰਦੇ ਸੀ, ਬਸ ਕਲਿਆਣ ਹੀ ਕਲਿਆਣ ਕਰ ਦਿੰਦੇ ਸੀ, ਬਲੈਸ ਹੀ ਬਲੈਸ ਕਰਦੇ ਸੀ। ਕਦੇ ਕਿਸੇ ਨਾਲ ਦਿਲ 'ਚ ਗੁੱਸਾ ਨਹੀਂ ਸੀ ਰੱਖਦੇ। ਜੇ ਗੁਰੂ ਜੀ ਕੋ ਕੁਝ ਕਹਿ ਵੀ ਗਿਆ ਤਾਂ ਗੁਰੂ ਜੀ ਨੇ ਕਦੇ ਗੁੱਸਾ ਨਹੀਂ ਸੀ ਕੀਤਾ। ਉਹ ਕਹਿੰਦੇ ਠੀਕ ਹੈ, ਇਹ ਨਹੀਂ ਜੋ ਇਹਦੇ ਦਿਲ 'ਚ ਇਹਨੇ ਕਹਿ ਲਿਆ, ਆਪਣੇ ਦਿਲ 'ਚ ਜੋ ਆਪਾਂ ਨੇ ਚੰਗਾ ਕਰਨਾ ਆਪਾਂ ਚੰਗਾ ਹੀ ਕਰਨਾ, ਜੋ ਮਰਜ਼ੀ ਕੋਈ ਕੁਝ ਕਰਦਾ। ਉਸ ਤੋਂ ਬਾਅਦ ਮੇਰੇ ਇੱਕ ਰਿਲੇਸ਼ਨ ਦੇ ਵਿੱਚ ਉਹ ਡਾਕਟਰ ਸੀ। ਹੁਣ ਮੈਂ ਤੁਹਾਨੂੰ ਦੱਸਦਾ ਕਿ ਗੁਰੂ ਜੀ ਬਲੈਸ ਕਿੱਦਾਂ ਕਰਦੇ ਸੀ। ਮੇਰੇ ਰਿਲੇਸ਼ਨ ਦੇ ਵਿੱਚ ਇੱਕ ਡਾਕਟਰ ਸੀ, ਉਹਨਾਂ ਨੂੰ ਬਚਪਨ ਦੇ ਵਿੱਚ 13 14 ਜਾਂ 14 15 ਸਾਲ ਦੀ ਉਮਰ ਦੇ ਵਿੱਚ ਸ਼ੂਗਰ ਹੋ ਗਈ ਸੀ। ਉਹ ਸ਼ੂਗਰ ਲੈਂਦੇ ਲੈਂਦੇ ਇਨਸੂਲਿਨ ਤੇ ਆ ਗਏ ਸੀ। ਇਨਸੂਲਿਨ ਲੈਂਦੇ ਸੀ, ਸਰਕਾਰੀ ਹਸਪੀਟਲ ਦੇ ਡਾਕਟਰ ਸੀ, ਉਹ MBBS ਪੜ੍ਹੇ ਲਿਖੇ ਸੀ। ਮੈਂ ਉਹਨਾਂ ਨੂੰ ਕਿਹਾ ਤੁਸੀਂ ਡਾਕਟਰ ਹੋ, ਤੁਹਾਨੂੰ ਬਲੱਡ ਪ੍ਰੈਸ਼ਰ ਹੈ, ਸ਼ੂਗਰ ਹੈ, ਯੂਰਿਕ ਐਸਿਡ ਹੈ, ਚਲੋ ਤੁਸੀਂ ਦਵਾਈਆਂ ਦੇ ਨਾਲ ਗੁਜ਼ਾਰਾ ਕਰਦੇ, ਮੈਂ ਤੁਹਾਨੂੰ ਇੱਕ ਮੇਰੇ ਦੋਸਤ ਨੇ ਗੁਰੂ ਜੀ ਨੇ, ਚਲੋ ਤੁਹਾਨੂੰ ਉਹਨਾਂ ਕੋਲ ਬਲੈਸ ਕਰਾ ਕੇ ਲਿਆਨੇ। ਉਹ ਕਹਿੰਦੇ ਸ਼ਿਵ ਮੈਂ ਡਾਕਟਰ ਹਾਂ, ਸ਼ੂਗਰ ਦਾ ਕੋਈ ਇਲਾਜ ਨਹੀਂ ਹੈ, ਸ਼ੂਗਰ ਵਾਸਤੇ ਦਵਾਈ ਖਾਓ, ਸੈਰ ਕਰੋ, ਪਰਹੇਜ਼ ਰੱਖੋ। ਉਹ ਡਾਕਟਰ ਸਾਹਿਬ ਇਨਸੂਲਿਨ ਲੈਂਦੇ ਸੀ, ਪੇਟ 'ਚ ਖਾਣਾ ਖਾਣ ਤੋਂ ਪਹਿਲਾਂ ਇੰਜੈਕਸ਼ਨ ਲੈਂਦੇ ਹੁੰਦੇ ਸੀ। ਮੈਂ ਕਿਹਾ ਚਲੋ ਆਪਾਂ ਚੱਲੀਏ ਇੱਕ ਵਾਰੀ। ਖੈਰ ਗੁਰੂ ਜੀ ਨੂੰ ਮੈਂ ਕਿਹਾ ਤੁਸੀਂ ਸ਼ਰਧਾ ਨਾਲ ਚੱਲੋ। ਡਾਕਟਰ ਸਾਹਿਬ ਮੇਰੇ ਨਾਲ ਬੜੀ ਸ਼ਰਧਾ ਨਾਲ ਗਏ ਤਾਂ ਪੰਚਕੂਲੇ ਗੁਰੂ ਜੀ ਬੈਠੇ ਸੀ ਅੱਗੇ ਜਾਂਦਿਆਂ ਨੂੰ। ਤਾਂ ਕਹਿੰਦੇ ਸ਼ਿਵ, ਗੁਰੂ ਜੀ ਕਹਿੰਦੇ ਸ਼ਿਵ ਪਹਿਲਾਂ ਲੰਗਰ ਕਰ ਲਓ, ਫਿਰ ਆਪਾਂ ਗੱਲਬਾਤ ਕਰ ਲਈ। ਖੈਰ ਜੀ ਅਸੀਂ ਪੌੜੀ ਚੜ੍ਹੇ, ਉੱਪਰ ਫਸਟ ਫਲੋਰ ਤੇ ਲੰਗਰ ਸੀ। ਅਸੀਂ ਲੰਗਰ ਕਰਨ ਲੱਗੇ ਤਾਂ ਅੱਗੇ ਸਾਨੂੰ ਪਲੇਟਾਂ ਦਿੱਤੀਆਂ, ਤਾਂ ਅੱਗੇ ਦੇਖਿਆ ਕਿ ਬਾਲਟੀਆਂ ਦੇ ਵਿੱਚ ਜਲੇਬੀ ਪ੍ਰਸ਼ਾਦ ਵਰਤ ਰਿਹਾ ਸੀ। ਤਾਂ ਡਾਕਟਰ ਸਾਹਿਬ ਜਲੇਬੀਆਂ ਦੇਖ ਕੇ ਘਬਰਾ ਗਏ। ਕਹਿੰਦੇ ਸ਼ਿਵ ਮੈਂ ਤਾਂ ਕਦੇ ਚੀਨੀ ਦਾ ਦਾਣਾ ਨਹੀਂ ਖਾਧਾ, ਇੱਕ ਚੀਨੀ ਦਾ ਸਿੰਗਲ ਦਾਣਾ ਨਹੀਂ ਖਾਧਾ, ਤਾਂ ਜਲੇਬੀਆਂ ਨੇ ਮੈਂ ਕਿੱਦਾਂ ਖਾ ਸਕਦਾ, ਮੈਂ ਤਾਂ ਮਰ ਜਾਊਂਗਾ, ਇੰਨੀ ਸ਼ੂਗਰ ਵੱਧ ਜੂ ਮੇਰੀ ਤਾਂ। ਮੈਂ ਕਿਹਾ ਡਾਕਟਰ ਸਾਹਿਬ ਇਹ ਗੁਰੂ ਦੀ ਬਲੈਸਿੰਗ ਹੈ, ਇਹ ਗੁਰੂ ਜੀ ਦਾ ਪ੍ਰਸ਼ਾਦ ਹੈ, ਮਨਾ ਨਾ ਕਰੇ, ਤੇ ਤੁਸੀਂ ਖਾ ਲਓ, ਹੋ ਸਕਦਾ ਗੁਰੂ ਜੀ ਨੇ ਤੁਹਾਨੂੰ ਠੀਕ। ਬੜਾ ਦਿਲ ਕਰਦਾ ਸੀ ਜਲੇਬੀਆਂ ਖਾਣ ਨੂੰ। ਜਦ ਜਲੇਬੀ ਵਾਲਾ ਆਇਆ, ਮੈਨੂੰ ਤਾਂ ਇੱਕ ਜਲੇਬੀ ਰੱਖੀ ਪਲੇਟ 'ਚ, ਡਾਕਟਰ ਸਾਹਿਬ ਨੂੰ ਭਰ ਕੇ ਮੁੱਠੀ 6 ਜਲੇਬੀਆਂ ਰੱਖਤੀਆਂ। ਡਾਕਟਰ ਸਾਹਿਬ ਕਦੇ ਜਲੇਬੀਆਂ ਵੱਲ ਦੇਖਣ, ਕਦੇ ਮੇਰੇ ਵੱਲ ਦੇਖਣ। ਮੈਂ ਡਾਕਟਰ ਸਾਹਿਬ ਖਾ ਲਓ, ਇਹ ਤੁਹਾਡੀ ਬਲੈਸਿੰਗ ਨੇ। ਖੈਰ ਜੀ ਡਾਕਟਰ ਸਾਹਿਬ ਨੇ 6 ਦੀਆਂ 6 ਜਲੇਬੀਆਂ ਮੈਂ ਕਹਿ ਕੇ ਖਿਲਾਤੀਆਂ। ਹਾਲਾਂਕਿ ਮੈਂ ਦੇਖਦਾ ਵੀ ਰਿਹਾ ਵੀ ਡਾਕਟਰ ਸਾਹਿਬ ਠੀਕ ਨੇ, ਖਾ ਕੇ ਜਲੇਬੀਆਂ ਖਾਈ ਤਾਂ ਜਾ ਰਹੇ ਨੇ, ਕਿਤੇ ਇੱਥੇ ਨਾ ਬੈਠੇ ਰਹਿ ਜਾਣ। ਪਰ ਨਹੀਂ, ਡਾਕਟਰ ਸਾਹਿਬ ਨੇ 6 ਦੀਆਂ 6 ਜਲੇਬੀਆਂ ਖਾ ਲਈਆਂ, ਲੰਗਰ ਪ੍ਰਸ਼ਾਦ ਕੀਤਾ। ਜਦੋਂ ਅਸੀਂ ਉੱਤੇ ਖਾ ਕੇ ਸੀੜੀਆਂ ਉੱਤਰ ਰਹੇ ਸੀ, ਨੀਚੇ ਆ ਰਹੇ ਸੀ, ਤਾਂ ਡਾਕਟਰ ਸਾਹਿਬ ਕਹਿੰਦੇ ਸ਼ਿਵ ਮੇਰੇ ਤਾਂ ਗਲੇ ਦੀ ਖਰਾਸ਼ ਹੀ ਠੀਕ ਹੋ ਗਈ ਹੈ, ਮੇਰੇ ਤਾਂ ਗਲਾ ਹੀ ਠੀਕ ਹੋ ਗਿਆ। ਮੈਂ ਡਾਕਟਰ ਸਾਹਿਬ ਤੁਹਾਡਾ ਗਲਾ ਨਹੀਂ, ਤੁਹਾਡੀ ਸ਼ੂਗਰ ਵੀ ਠੀਕ ਕਰਤੀ ਗੁਰੂ ਜੀ ਨੇ, ਚਲੋ ਆਪਾਂ ਮਿਲਦੇ ਹਾਂ ਜਾ ਕੇ ਗੁਰੂ ਜੀ ਨੂੰ, ਆਸ਼ੀਰਵਾਦ ਲੈਣੇ ਉਹਨਾਂ ਤੋਂ। ਤਾਂ ਅਸੀਂ ਨੀਚੇ ਗਏ, ਅਸੀਂ ਤਾਂ ਗੁਰੂ ਜੀ ਨੂੰ ਕੁਝ ਵੀ ਦੱਸਿਆ ਨਹੀਂ ਸੀ। ਤਾਂ ਗੁਰੂ ਜੀ ਸਾਨੂੰ ਦੇਖ ਕੇ ਕਹਿੰਦੇ ਡਾਕਟਰ ਤੇਰੀ ਸ਼ੂਗਰ ਠੀਕ ਕਰਤੀ, ਤੇਰਾ ਕਲਿਆਣ ਕਰਤਾ, ਜਾ ਕੇ ਚੈੱਕ ਕਰਾ ਕੇ ਆਈ ਪਰਸੋਂ। ਖੈਰ ਜੀ ਅਗਲੇ ਦਿਨ ਚਲੇ ਗਏ, ਚੈੱਕ ਕਰਾਈ, 80 120 ਨਾਰਮਲ ਸ਼ੂਗਰ। ਉਸ ਤੋਂ ਬਾਅਦ ਡਾਕਟਰ ਸਾਹਿਬ ਨੇ ਅੱਜ ਤੱਕ ਕੋਈ ਦਵਾਈ ਨਹੀਂ ਖਾਧੀ ਸ਼ੂਗਰ ਦੀ, ਨਾ ਬਲੱਡ ਪ੍ਰੈਸ਼ਰ ਦੀ, ਨਾ ਯੂਰਿਕ ਐਸਿਡ ਦੀ। ਸਿਰਫ ਸੈਰ ਕਰਦੇ ਨੇ, ਜਲ ਪ੍ਰਸ਼ਾਦ ਲੈ ਲੈਂਦੇ ਨੇ ਗੁਰੂ ਜੀ ਦਾ ਜਿੱਥੇ ਕਿਤੇ ਸਤਸੰਗਾਂ ਦਾ, ਜਾਂ ਉਹ ਸਤਸੰਗ ਅਟੈਂਡ ਕਰਦੇ ਨੇ। ਕਦੇ ਉਹਨਾਂ ਨੇ ਮੈਡੀਸਨ ਨਹੀਂ ਕੋਈ ਖਾ ਰਹੇ। ਉਹ ਗੁਰੂ ਜੀ ਦੀ ਮਹਿਮਾ ਸੀ। ਉਸ ਤੋਂ ਬਾਅਦ ਤੁਹਾਨੂੰ ਦੂਸਰਾ ਦੱਸਦਾ ਕਿ ਮੈਂ ਜ਼ਿਆਦਾ ਸ਼ਾਰਟ ਲੰਬਾ ਨਹੀਂ ਲੈ ਜਾਊਂਗਾ। ਮੇਰੇ ਕਜ਼ਨ ਸਿਸਟਰ ਸੀ, 92 ਦੇ ਵਿੱਚ ਉਹਨਾਂ ਦੀ ਸ਼ਾਦੀ ਹੋਈ ਸੀ। 96 ਤੱਕ ਉਹਨਾਂ ਦੇ ਕੋਲ ਕੋਈ ਬੱਚਾ ਨਹੀਂ ਸੀ, 4 ਸਾਲ ਕੋਈ ਬੱਚਾ ਨਹੀਂ ਸੀ। ਕੋਈ ਡਾਕਟਰ ਨਹੀਂ ਉਹਨਾਂ ਨੇ ਛੱਡਿਆ, ਐਲੋਪੈਥਿਕ, ਹੋਮੋਪੈਥਿਕ, ਆਯੁਰਵੈਦਿਕ, ਈਵਨ ਕਿ ਉਹ ਸੜਕ ਦੇ ਕਿਨਾਰੇ ਕਈ ਹੱਟ ਜੀ ਪਾ ਕੇ ਬੈਠੇ ਹੁੰਦੇ ਨੇ, ਉੱਥੇ ਵੀ ਉਹਨਾਂ ਨੇ ਪੁੱਛ ਕੇ ਦੇਖ ਲਿਆ। ਉਹਨਾਂ ਨੇ ਸਭ ਨਿਰਾਸ਼ ਹੋ ਕੇ ਬੈਠ ਰਹੇ। ਬੜੀ ਰੋਂਦੀ ਰਹਿੰਦੀ ਸੀ, ਉਹ ਬੜੀ ਨਿਰਾਸ਼ ਹੋ ਗਈ ਸੀ, ਹਰ ਟਾਈਮ ਰੋਂਦੇ ਰਹਿੰਦੇ ਸੀ ਕਿ ਮੈਂ ਬੱਚੇ ਬਿਨਾਂ ਕੀ ਕਰੂੰ। ਖੈਰ ਮੇਰੇ PGI ਦੇ ਇੱਕ ਸੀਨੀਅਰ ਡਾਕਟਰ ਸੀ, ਮੈਨੂੰ ਜਾਣਦੇ ਸੀ ਗਾਇਨੀ ਦੇ, ਮੈਂ ਉਹਨਾਂ ਨੂੰ ਗੱਲ ਕੀਤੀ ਤਾਂ ਡਾਕਟਰ ਸਾਹਿਬ ਕਹਿੰਦੇ ਠੀਕ ਹੈ ਤੁਸੀਂ ਲੈ ਕੇ ਆਓ, ਦੋਨਾਂ ਨੂੰ ਲੈ ਕੇ ਆਓ, ਮੈਂ ਟੈਸਟ ਕਰੂੰਗਾ ਜੇ ਕੋਈ। ਮੈਂ ਕਿਹਾ ਡਾਕਟਰ ਸਾਹਿਬ ਬਹੁਤ 1.5-2 ਲੱਖ ਰੁਪਏ ਖਰਾਬ ਕਰ ਚੁੱਕੇ ਨੇ, ਜੇ ਤਾਂ ਕੋਈ ਉਮੀਦ ਹੈ ਫਿਰ ਤਾਂ ਦਵਾਈ ਖਾਣ, ਨਹੀਂ ਤਾਂ ਰੱਬ ਦਾ ਭਾਣਾ ਮੰਨ ਕੇ ਬੈਠਣ। ਖੈਰ ਜੀ ਉਹ ਚਲੇ ਗਏ, ਡਾਕਟਰ ਸਾਹਿਬ ਨੂੰ ਮੈਂ ਲੈ ਗਿਆ ਡਾਕਟਰ ਸਾਹਿਬ ਕੋਲੇ। ਡਾਕਟਰ ਸਾਹਿਬ ਕੋਲੇ ਜਾ ਕੇ ਡਾਕਟਰ ਸਾਹਿਬ ਨੇ ਸਾਰੇ ਟੈਸਟ ਕਰੇ, ਅਲਟਰਾਸਾਊਂਡ ਜੇ ਉਹ ਜੋ ਵੀ ਕਰਨਾ ਸੀ ਉਹਨੇ ਚੈੱਕ ਕਰਿਆ, ਸੈਂਪਲ ਲਏ। ਤੀਸਰੇ ਦਿਨ ਮੈਨੂੰ ਬੁਲਾਇਆ ਸੀ ਕਿ ਤੂੰ ਪਰਸੋਂ ਆ ਜੀ। ਤਾਂ ਨੈਕਸਟ ਤੀਸਰੇ ਦਿਨ ਜਦੋਂ ਮੈਂ ਗਿਆ, ਡਾਕਟਰ ਸਾਹਿਬ ਇਹ ਤੁਹਾਡੇ ਸਿਸਟਰ ਦੇ ਦੋਨੇ ਅੰਦਰ ਪ੍ਰੋਬਲਮ ਹੈ, ਕੋਈ ਟਿਊਬਸ ਵਗੈਰਾ ਹੁੰਦੀਆਂ ਹੋਣਗੀਆਂ ਲੇਡੀਜ਼ ਦੇ, ਇਹ ਦੋਨੋਂ ਟਿਊਬਸ ਹੀ ਖਤਮ ਨੇ, ਤਾਂ ਇਹਨਾਂ ਦੇ ਹਸਬੈਂਡ ਦੇ ਸਪਰਮ ਹੀ ਨਹੀਂ ਬੱਚੇ ਵਾਲੇ, ਦੋਹਾਂ ਦੀ ਪ੍ਰੋਬਲਮ ਆ, ਦੋਹਾਂ 'ਚ ਨੁਕਸ ਹੈ, ਨਹੀਂ ਬੱਚਾ ਹੋ ਸਕਦਾ। ਇਹਨਾਂ ਨੂੰ ਕਹੋ ਦਵਾਈਆਂ ਦੇ ਪੈਸੇ ਨਾ ਵੇਸਟ ਕਰਨ, ਇਹਨੂੰ ਰੱਬ ਦਾ ਭਾਣਾ ਮੰਨ ਕੇ ਜ਼ਿੰਦਗੀ ਗੁਜ਼ਾਰ ਲੈਣ। ਖੈਰ ਜੀ ਮੈਂ ਘਰ ਆਇਆ, 2-3 ਦਿਨ ਤਾਂ ਮੈਂ ਚੁੱਪ ਰਿਹਾ, ਕੋਈ ਗੱਲ ਨਹੀਂ ਕਰੀ। ਮੇਰੀ ਸਿਸਟਰ ਮੇਰੇ ਪਿੱਛੇ ਪਈ ਰਹੀ ਸੀ, ਦੱਸੋ ਕੀ ਗਿਆ, ਰਿਪੋਰਟ ਕੀ ਹੈ, ਰਿਪੋਰਟ ਕੀ ਆ। ਇੱਕ ਦਿਨ ਮੈਂ ਕਿੰਨਾ ਦਿਨ ਛੁਪਾ ਕੇ ਰੱਖਦਾ, ਮੈਂ ਉਹਨਾਂ ਨੂੰ ਦੱਸਿਆ ਕਿ ਬਈ ਤੁਹਾਡਾ ਇੰਪੋਸੀਬਲ ਆ, ਨਹੀਂ ਬੱਚਾ। ਲਓ ਜੀ ਮੈਨੂੰ ਇੰਨੀ ਦੱਸਣ ਦੀ ਦੇਰ ਸੀ, ਮੇਰੀ ਸਿਸਟਰ ਦੀ ਬਹੁਤ ਰੋਣ ਲੱਗ ਗਈ। 3-4 ਦਿਨਾਂ ਬਾਅਦ ਦੇਖਿਆ ਕਿ ਉਹਨੇ ਨੀਂਦ ਦੀਆਂ ਗੋਲੀਆਂ ਖਾ ਕੇ ਸੁਈਸਾਈਡ ਕਰਨ ਦੀ ਕੋਸ਼ਿਸ਼, ਉਸ ਕੋਮਾ ਚਲੀ ਗਈ, ਹਸਪੀਟਲ ਲੈ ਗਏ।
ਉੱਪਰ ਪ੍ਰਮਾਤਮਾ ਨੇ ਵਧੀ ਹੋਈ ਕਰਕੇ ਉਹ ਬਚ ਗਈ। ਹਸਪੀਟਲ ਤੋਂ ਟ੍ਰੀਟਮੈਂਟ ਕੀਤਾ, ਨੈਕਸਟ ਡੇ ਦੋ ਮਤਲਬ ਕਿ 24 ਘੰਟੇ ਬਾਅਦ ਉਹਦੀ ਛੁੱਟੀ ਹੋ ਗਈ, ਘਰ ਆ ਗਈ। ਕਿੰਨਾ ਚਿਰ ਕੋਈ ਬੰਦੇ ਦੀ ਰਾਖੀ ਰੱਖ ਸਕਦਾ? 25-30 ਦਿਨਾਂ ਬਾਅਦ ਜਾਂ 20 ਦਿਨਾਂ ਬਾਅਦ ਫਿਰ ਉਸਨੇ ਹੀ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ, ਫਿਰ ਹਸਪੀਟਲ ਲੈ ਗਏ, ਫਿਰ ਉੱਥੋਂ ਬਚ ਗਈ ਕਿਸਮਤ ਚੰਗੀ ਕਰਕੇ। ਮੈਂ ਉਹਨਾਂ ਨੂੰ ਕਿਹਾ ਚਲੋ ਗੁਰੂ ਜੀ, ਮੈਂ ਜਦੋਂ ਮਿਲਿਆ ਮੈਂ ਕਿਹਾ ਚਲੋ ਕਿ ਮੇਰੇ ਦੋਸਤ ਨੇ, ਗੁਰੂ ਜੀ ਨੇ, ਤੁਸੀਂ ਵੀ ਜਾਣਦੇ ਹੋ, ਚਲੋ ਆਪਾਂ ਉੱਥੇ ਬਲੈਸ ਕਰਾ ਕੇ ਲਿਆਣਾ। ਖੈਰ ਜੀ, ਮੈਂ ਉਹਨਾਂ ਦੋਹਾਂ ਨੂੰ ਲੈ ਗਿਆ ਉੱਥੇ ਪੰਚਕੂਲੇ। ਮੈਂ ਗੁਰੂ ਜੀ ਨੇ ਕਿਹਾ, ਗੁਰੂ ਜੀ ਮੈਨੂੰ ਦੇਖ ਕੇ ਹੱਸ ਪੈਂਦੇ ਸੀ ਪਹਿਲਾਂ ਹੀ ਵੀ ਸ਼ਿਵਾ ਜੀ ਕੋਈ ਨਵਾਂ ਕੇਸ ਲਿਆਇਆ ਬਲੈਸ ਕਰਨ ਵਾਸਤੇ। ਮੈਂ ਕਿਹਾ ਗੁਰੂ ਜੀ ਇਹਨਾਂ ਨੂੰ ਬਲੈਸ ਕਰੋ, ਇਹ ਬੜੇ ਪਰੇਸ਼ਾਨ ਨੇ, ਤੁਹਾਨੂੰ ਤਾਂ ਪਤਾ ਹੀ ਹੈ, ਤੁਸੀਂ ਜਾਣਦੇ ਹੋ ਬਚਪਨ ਤੋਂ। ਗੁਰੂ ਜੀ ਕਹਿੰਦੇ ਸ਼ਿਵ, ਗੁਰੂ ਜੀ ਜਾਣੀ ਜਾਣ ਸੀ, ਤੁਸੀਂ ਸਾਰੇ ਫੌਜ ਮਿਲਟਰੀ ਟੈਸਟ ਕਰਾ ਲਏ ਨੇ, ਸਾਰੇ ਹਸਪੀਟਲ ਟੈਸਟ ਹੋ ਗਏ ਨੇ, ਸਾਰੀਆਂ ਦਵਾਈਆਂ ਖਾ ਕੇ ਦੇਖ ਲੀਆਂ, ਜਦੋਂ ਪ੍ਰਮਾਤਮਾ ਕਨੀਓ ਬੱਚਾ ਨਹੀਂ ਹੈ, ਡਾਕਟਰੀ ਇਲਾਜ ਫੇਲ ਹੋ ਗਿਆ, ਮੈਂ ਕੀ ਕਰ ਸਕਦਾ? ਮੈਂ ਕਿਹਾ ਗੁਰੂ ਜੀ, ਜਿੱਥੇ ਮੈਡੀਕਲ ਸਾਇੰਸ ਆ ਕੇ ਫੇਲ ਹੋ ਜਾਂਦੀ ਆ, ਤੁਸੀਂ ਤਾਂ ਸਟਾਰਟ ਹੀ ਬਲੈਸਿੰਗ ਉਸ ਤੋਂ ਬਾਅਦ ਕਰਦੇ, ਉਹ ਤੋਂ ਉੱਤੇ ਚੱਕ ਦਿਓ, ਫਿਰ ਉਸ ਤੋਂ ਬਾਅਦ ਤੇਰੀਆਂ ਬਲੈਸਿੰਗ ਸ਼ੁਰੂ ਹੁੰਦੀਆਂ ਨੇ। ਤੁਸੀਂ ਇਹਨੂੰ ਬਲੈਸ ਕਰੋ, ਜੋ ਵੀ ਹੈ, ਇਹਨਾਂ ਨੂੰ ਬੱਚਾ ਚਾਹੀਦਾ, ਨਹੀਂ ਤਾਂ ਮਰ ਜੂਗੀ 2 ਵਾਰੀਆਂ ਉਹ। ਫਿਰ ਤੂੰ ਮੇਰਾ ਦੋਸਤ ਆ, ਤੂੰ ਕਿਸੇ ਆਸ ਤੇ ਆਇਆ, ਸਿਰਫ ਐਂ ਕਰਦੇ ਸੀ ਜਾਂ ਕਲਿਆਣ ਕੀਤਾ, ਤੁਸੀਂ ਇੱਕ ਵਾਸਤੇ ਆਏ ਹੋ, 2 ਦੇ। ਤੁਸੀਂ ਵਿਸ਼ਵਾਸ ਕਰੋ, ਜਿੱਥੇ ਡਾਕਟਰ ਫੇਲ ਹੋ ਗਏ, ਵੱਡੇ ਵੱਡੇ ਹਸਪੀਟਲ ਫੇਲ ਹੋ ਗਏ, ਗੁਰੂ ਜੀ ਦੇ ਆਸ਼ੀਰਵਾਦ ਨਾਲ 96 ਚ ਆਸ਼ੀਰਵਾਦ ਦਿੱਤਾ, ਇੱਕ 97 ਚ ਉਹਨਾਂ ਦੇ ਬੇਟਾ ਹੋਇਆ, ਇੱਕ 99 ਦੇ ਵਿੱਚ ਬੇਟਾ ਹੋਇਆ, ਅੱਜ ਇੱਕ 20 ਸਾਲ ਦਾ, ਇੱਕ 23 ਸਾਲ ਦਾ ਬੱਚਾ। ਇਹ ਉਹਨਾਂ ਦੀ ਮਹਿਮਾ ਗੁਰੂ ਜੀ ਨੇ, ਕਿ ਗੁਰੂ ਜੀ ਬਲੈਸ ਕਰ ਦਿੰਦੇ ਸੀ ਜਦੋਂ, ਤਾਂ ਛੱਪੜ ਫਾੜ ਕੇ ਵੀ ਉਹ ਕੰਮ ਪੂਰਾ ਹੁੰਦਾ ਸੀ। ਹੁਣ 2 ਬੱਚੇ ਨੇ ਜਿਹੜੇ ਕਿ ਚੰਗੇ ਕੰਮਾਂ ਤੇ ਲੱਗੇ ਹੋਏ ਨੇ, ਸੈਟਲ ਨੇ, ਵੈਲ ਸੈਟਲ। ਉਸ ਤੋਂ ਬਾਅਦ ਇੱਕ ਦਿਨ ਮੇਰੀ ਪੋਸਟਿੰਗ ਵਾਲਾ ਸੀ, ਮੈਂ ਅੰਬਾਲੇ ਖੜਾ ਸੀ ਬੱਸ ਸਟੈਂਡ ਦੇ ਉੱਤੇ, ਤਾਂ ਜਦੋਂ ਬੱਸ ਸਟੈਂਡ ਦੇ ਉੱਤੇ ਖੜੇ ਸੀ, ਮੈਂ ਦੇਖਿਆ ਕਿ ਗੁਰੂ ਜੀ ਦੇ ਬ੍ਰਦਰ ਉੱਥੇ ਖੜੇ ਨੇ। ਬਹਾਦਰ ਸਿੰਘ ਸੀ, ਗੁਰੂ ਜੀ 3 ਬ੍ਰਦਰ ਸੀ, ਬੜੇ ਬਹਾਦਰ ਸਿੰਘ, ਦੂਸਰੇ ਗੁਰੂ ਜੀ ਨਿਰਮਲ ਸਿੰਘ, ਤੀਸਰੇ ਰੂਪ ਸਿੰਘ ਜੀ, ਜਿਹਨਾਂ ਦਾ ਬੇਟਾ ਗੌਰਵ ਮੰਦਰ। ਮੈਂ ਬਹਾਦਰ ਸਿੰਘ ਨੂੰ ਪੁੱਛਿਆ, ਮੈਂ ਬਹਾਦਰ ਸਿੰਘ ਜੀ ਤੁਸੀਂ ਇੱਥੇ ਕਿੱਦਾਂ ਆਏ ਹੋ? ਉਹ ਕਹਿੰਦੇ ਮੈਂ ਗੁਰੂ ਜੀ ਨੂੰ ਮਿਲਣ ਚੱਲਿਆ। ਮੈਂ ਕਿਹਾ ਸੈਚਰਡੇ ਦਾ ਦਿਨ, ਚਲੋ ਮੈਂ ਵੀ ਫ੍ਰੀ, ਆਪਾਂ ਦੋਨੋਂ ਚੱਲਦੇ ਹਾਂ। ਅਸੀਂ ਜੀ ਦੋਨੋਂ ਜਾਣੇ ਬੱਸ ਬੈਠੇ, ਦਿੱਲੀ ਵਾਲੀ ਬੱਸ ਬੈਠ ਕੇ ਅੰਬਾਲੇ ਕੈਂਟ ਤੋਂ ਚੱਲ ਪਏ। ਤਾਂ ਰਸਤੇ ਦੇ ਵਿੱਚ ਮੈਨੂੰ ਗੁਰੂ ਜੀ ਬਹਾਦਰ ਸਿੰਘ ਦੱਸਦਾ ਸੀ ਕਿ ਸ਼ਿਵ, ਮੈਂ ਇੱਕ ਗਊ ਲੈ ਲਈ ਹੈ, ਗਊ ਬੜੀ ਸੋਹਣੀ ਹੈ, ਬੜੀ ਵਧੀਆ ਹੈ, ਸਵੇਰੇ 7-8 ਕਿਲੋ ਦੁੱਧ ਦਿੰਦੀ ਆ, ਰਾਤ ਸ਼ਾਮ ਨੂੰ ਵੀ 8-10 ਕਿਲੋ ਦੁੱਧ ਦਿੰਦੀ ਆ, ਸਾਡੇ ਹੁਣ ਕੋਈ ਕਮੀ ਨਹੀਂ ਹੈ, ਦੁੱਧ, ਮੱਖਣ, ਲੱਸੀ, ਘਿਓ, ਪਨੀਰ ਖੁੱਲਾ ਹੋ ਗਿਆ, ਬਹੁਤ ਬਹੁਤ ਅਸੀਂ ਪਹਿਲਾਂ ਔਖਾ ਕੱਟਿਆ। ਮੈਂ ਕਿਹਾ ਚਲੋ ਬਹੁਤ ਚੰਗੀ ਗੱਲ ਹੈ। ਕਹਿੰਦੇ ਮੈਂ 12-13 ਹਜ਼ਾਰ ਦੀ ਗਊ ਲਈ ਆ, 13 ਹਜ਼ਾਰ ਦੀ ਕੁਝ ਦੱਸਿਆ, ਮੇਰੇ ਅਮਾਊਂਟ ਉਹਨੇ ਦੱਸੀ। ਗੱਲਾਂ ਕਰਦੇ ਕਰਦੇ ਅਸੀਂ ਰਾਤ ਨੂੰ ਤਕਰੀਬਨ ਗੁਰੂ ਜੀ ਕੋਲ ਚਲੇ ਗਏ। ਤਾਂ ਸਾਰੀ ਸੰਗਤ ਜਦੋਂ ਜਾ ਚੁੱਕੀ, 10-10:30 ਦਾ ਟਾਈਮ ਸੀ, ਤਾਂ ਬਹਾਦਰ ਸਿੰਘ ਨੇ ਗੁਰੂ ਜੀ ਨੂੰ ਦੱਸਿਆ ਕਿ ਆਪਾਂ ਨੇ ਇੱਕ ਗਊ ਲੈ ਲਈ ਆ, ਦੁੱਧ ਦੀ ਬਹੁਤ ਪ੍ਰੋਬਲਮ ਸੀ, ਹੁਣ ਕੋਈ ਦੁੱਧ ਦੀ ਕਮੀ ਨਹੀਂ ਆ। ਤਾਂ ਗੁਰੂ ਜੀ ਅੱਗੇ ਤੋਂ ਕਹਿੰਦੇ, ਕਮਲਿਆ ਤੂੰ ਗਊ ਨਹੀਂ ਲਿਆਇਆ, ਤੂੰ ਤਾਂ ਆਪਣੀ ਮੌਤ ਖਰੀਦ ਲਿਆਇਆ, ਤੂੰ ਆਪਣਾ ਕਾਲ ਖਰੀਦ ਲਿਆਇਆ, ਇਹ ਤੇਰੀ ਮੌਤ ਹੈ, ਗਊ ਨਹੀਂ ਹੈ। ਤੂੰ ਇਹਨੂੰ ਜਾਂਦਾ ਹੀ ਵੇਚ ਦੇ, ਇਹਨੂੰ ਘਰੇ ਨਾ ਬੰਨੀ, ਇਹਨੂੰ ਵੇਚ ਦੇ, ਨਹੀਂ ਵਿਕਦੀ ਤੂੰ ਇਹਨੂੰ ਦਾਨ ਕਰ ਦੇ। ਕੋਈ ਦਾਨ ਨਹੀਂ ਲੈਂਦਾ ਤਾਂ ਕਿਸੇ ਗੁਆਂਢੀਆਂ ਦੇ ਬੰਨ੍ਹਦੀ, ਆਪਦੇ ਘਰੇ ਨਾ ਬੰਨੀ ਇਹਨੂੰ। ਖੈਰ ਜੀ, ਨੈਕਸਟ ਡੇ ਅਸੀਂ ਰਾਤ ਨੂੰ ਗੱਲਾਂ ਬਾਤਾਂ ਹੋਈਆਂ, ਆ ਗਏ, ਬੱਸ ਬੈਠੇ ਤਾਂ ਰਸਤੇ 'ਚ ਬਹਾਦਰ ਸਿੰਘ ਕਹਿੰਦਾ, ਮੈਂ ਤਾਂ ਯਾਰ ਕਹਿੰਦਾ ਇੰਨੇ ਪੈਸੇ ਲਾਏ ਨੇ, ਤਾਂ ਗੁਰੂ ਜੀ ਕਹਿੰਦੇ ਇਹਨੂੰ ਦਾਨ ਕਰ ਦੇ। ਮੈਂ ਕਿੱਦਾਂ ਦਾਨ ਕਰਾਂ, ਮੈਂ ਕਿੰਨਾ, ਜੋ ਗੁਰੂ ਜੀ ਕਹਿੰਦੇ ਨੇ ਸੱਚ ਕਹਿੰਦੇ ਨੇ, ਤੂੰ ਇਹਨੂੰ ਵੇਚ ਦੇ ਜਾਂ ਦਾਨ ਕਰ ਦੇ, ਕੁਛ ਕਰ ਦੇ। ਖੈਰ ਜੀ, ਗੱਲਾਂ ਕਰਦੇ ਕਰਦੇ ਅੰਬਾਲਾ ਕੈਂਟ ਤੋਂ ਮੈਂ ਉਤਰਿਆ, ਮੈਂ ਚੰਡੀਗੜ੍ਹ ਆ ਗਿਆ। ਬਹਾਦਰ ਸਿੰਘ ਆਪਣੇ ਦੁਗਰੀ ਚਲੇ ਗਏ। ਮੈਨੂੰ ਤੀਜੇ ਦਿਨ ਪਤਾ ਲੱਗਿਆ ਕਿ ਉਹ ਗਊ ਨੇ ਬਹਾਦਰ ਸਿੰਘ ਦੇ ਪੇਟ ਦੇ ਵਿੱਚ ਸਿੰਗ ਮਾਰਿਆ, ਤੇ ਉਸ ਤੋਂ ਨੈਕਸਟ ਡੇ ਗੁਰੂ ਬਹਾਦਰ ਸਿੰਘ ਦੀ ਹਸਪਤਾਲ ਵਿੱਚ ਡੈਥ ਹੋ ਗਈ। ਰੀਅਲ ਬ੍ਰਦਰ ਸੀ ਗੁਰੂ ਜੀ ਦੇ, ਬੜੇ ਬਹਾਦਰ ਸਿੰਘ, ਜਿਨ੍ਹਾਂ ਦੇ 2 ਬੇਟੀਆਂ ਨੇ, ਵਿਆਹੀਆਂ ਹੋਈਆਂ ਨੇ, ਸ਼ਾਦੀशुदा ਨੇ। ਖੈਰ, ਇਹ ਗੁਰੂ ਦੀ ਮਹਿਮਾ ਸੀ, ਗੁਰੂ ਜੀ ਜਾਣੀ ਜਾਣ ਸੀ। ਗੁਰੂ ਜੀ ਕਹਿੰਦੇ ਹੁੰਦੇ ਸੀ ਜਿਹੜੀ ਹੋਣੀ ਹੈ, ਜਿਹੜੀ ਅੱਜ ਹੋਣੀ ਹੈ, ਮੈਂ ਉਹਨੂੰ 10 ਸਾਲ ਲੈ ਕੇ ਜਾ ਸਕਦਾ ਅੱਗੇ, ਪਰ ਹੋਣੀ ਅਟੱਲ ਹੈ, ਇੱਕ ਦਿਨ ਤਾਂ ਹੋਣੀ ਹੈ। ਉਸ ਤੋਂ ਬਾਅਦ ਹੁਣ ਮੈਂ ਤੁਹਾਡੇ ਸਾਹਮਣੇ ਬੈਠਾ, ਮੇਰੇ 42 ਸਾਲ ਦੀ ਉਮਰ ਦੇ ਵਿੱਚ ਸਾਰੇ ਸਿਰ ਦੇ ਵਾਲ ਚਿੱਟੇ ਹੋ ਗਏ ਸੀ, ਇੱਕ ਵੀ ਵਾਲ ਕਾਲਾ ਨਹੀਂ ਸੀ। ਤਾਂ ਮੈਨੂੰ ਬੜੇ ਮੇਰੇ ਅਫਸਰ ਸੀ ਜਿਹੜੇ ਸਾਹਮਣੇ ਲੰਚ ਟਾਈਮ ਤੇ ਅਸੀਂ ਇਕੱਠੇ ਹੋਣਾ, ਸਰ ਤੁਸੀਂ ਰਿਟਾਇਰਮੈਂਟ ਲੈ ਲਓ, ਤੁਸੀਂ ਸਾਡੇ ਸਾਰੇ ਵਾਲ ਚਿੱਟੇ ਹੋ ਗਏ, ਤੁਸੀਂ ਬੁੱਢੇ ਹੋ ਗਏ, ਜਾਓ ਘਰ ਰਿਟਾਇਰਮੈਂਟ ਲੈ ਕੇ ਜਾਓ। ਮੈਨੂੰ ਬੜਾ ਪਿੰਚ ਹੁੰਦਾ ਸੀ, ਯਾਰ ਮੈਂ ਸਭ ਤੋਂ ਛੋਟਾ ਅਫਸਰ ਹਾਂ, ਤੁਸੀਂ ਮੈਨੂੰ ਬੁੱਢਾ ਦੱਸ ਰਹੇ ਹੋ, ਤੁਸੀਂ 50 ਸਾਲ ਦਾ, ਮੈਂ 42 ਸਾਲ ਦਾ, ਮੈਂ ਕਿੱਥੋਂ ਬੁੱਢਾ ਹੋ ਗਿਆ? ਪਰ ਮੇਰੇ ਚਿੱਟੇ ਵਾਲਾਂ ਕਰਕੇ ਮੈਨੂੰ ਬੜੇ ਮਜ਼ਾਕ ਕਰਿਆ ਕਰਨ। ਮੈਂ ਦਿੱਲੀ ਇੱਕ ਦਿਨ ਗੁਰੂ ਜੀ ਨੂੰ ਮਿਲਣ ਗਿਆ, ਤਾਂ ਮੈਂ ਗੁਰੂ ਜੀ ਨੂੰ ਹੱਸਣ ਲੱਗ ਗਿਆ। ਮੈਂ ਕਿਹਾ ਦੋਸਤ, ਆ ਇੱਕ ਗੱਦੀ ਜੀ ਇਹੋ ਜਿਹੀ ਹੋਰ ਬਣਵਾ ਲਓ ਤੁਹਾਡੇ ਵਰਗੀ। ਕਹਿੰਦੇ ਕੀ ਗੱਲ ਹੋ ਗਈ? ਮੈਂ ਕਿਹਾ ਜਦ ਤੁਸੀਂ ਬਾਹਰ ਜਾਇਆ ਕਰੋਗੇ ਫਿਰ ਮੈਂ ਬਲੈਸ ਕਰ ਦਿਆ ਕਰੂੰ ਲੋਕਾਂ ਨੂੰ। ਕਹਿੰਦੇ ਕਮਲਾ ਗੱਲ ਤਾਂ ਦੱਸ। ਮੈਂ ਕਿਹਾ ਜੀ ਮੇਰੇ ਵਾਲ ਹੋ ਗਏ ਚਿੱਟੇ,
बड़े मजाक करते हैं लोग, बड़े मैंने छेड़ते हैं कि तुम बुढ़े हो गए सर, जाओ रिटायरमेंट ले लो, घर चले जाओ, हम तुम बुढ़े हो गए। बड़े मैंने पिंच होंदा। वो कमला कहते जा तेरा कल्याण करता, तेरे बाल ही काले करते। मेरी 66 साल उम्र है जी, आ देखो मैं कोई डाई नहीं लाता, मैं कोई डाई नहीं लाता हाँ, आ देख रहे हो तुम मेरे बाल, मैं कोई डाई नहीं लाता हाँ। ये गुरु जी की ब्लैसिंग्स है कि उन्होंने आशीर्वाद ਨਾਲ ਮੇਰੇ ਬਾਲ ਹੀ ਕਾਲੇ ਕਰਤੇ। ਮੇਰੇ ਜਦੋਂ ਨੇ ਆਸ਼ੀਰਵਾਦ ਦਿੱਤਾ, ਮੇਰੇ 15 ਦਿਨਾਂ ਤੇ ਮਹੀਨੇ ਦੇ ਵਿਚਾਲੇ ਵਿਚਾਲੇ ਬਾਲ ਕਾਲੇ ਹੋ ਗਏ ਸੀ। ਮੇਰੀ ਮਿਸੀ ਮੈਨੂੰ ਕਈ ਵਾਰੀ ਗੁੱਸੇ ਹੋ ਜਾਂਦੀ ਹੈ, ਤੁਹਾਡਾ ਦੋਸਤ ਸੀ, ਤੁਹਾਨੂੰ ਬਲੈਸ ਕਰਕੇ ਮੇਰੇ ਕਿਉਂ ਨਹੀਂ ਬਾਲ ਕਾਲੇ ਕਰਾਏ। ਹੱਸ ਪੈਂਦੀ ਆ ਉਹ ਮੈਨੂੰ, ਮੇਰੇ ਕਈ ਵਾਰ ਗੁੱਸੇ ਦੇ, ਤੁਹਾਡੇ ਦੋਸਤ ਨੇ ਮੈਨੂੰ ਕਿਉਂ ਨਹੀਂ ਬਲੈਸ ਕੀਤਾ, ਤੁਹਾਡੇ ਨਾਲ ਹੀ ਦੋਸਤੀ ਨਿਭਾ ਗਿਆ ਨਾ। ਮੈਂ ਕਿਹਾ ਗੁਰੂ ਜੀ ਕਾਲੇ ਹੋ ਗਏ, ਮੈਂ 66 ਸਾਲ ਮੇਰੇ ਦੋਸਤਾਂ ਦੇ ਸਾਰਾ ਸਿਰ ਚਿੱਟੇ ਨੇ, ਹੁਣ ਮੇਰੇ ਕਾਲੇ ਨੇ, ਮੈਂ ਕੋਈ ਡਾਈ ਡੂਈ ਨਹੀਂ ਲਾਂਦਾ ਹਾਂ। ਇਹ ਗੁਰੂ ਜੀ ਦਾ ਪ੍ਰਤਾਪ ਹੈ ਸਾਰਾ। ਉਸ ਤੋਂ ਬਾਅਦ ਮੈਨੂੰ ਪਤਾ ਹੈ ਕਿ ਜਨਵਰੀ 2007 ਦੇ ਵਿੱਚ, ਜਨਵਰੀ 2007 ਜਦੋਂ ਚੜ੍ਹਿਆ, ਗੁਰੂ ਜੀ ਕਹਿੰਦੇ ਸ਼ਿਵ ਤੂੰ ਨੌਕਰੀ ਛੱਡ ਕੇ ਮੇਰੇ ਕੋਲੇ ਆ ਜਾ। ਮੈਂ ਦੋਸਤ, ਮੈਂ ਨੌਕਰੀ ਛੱਡ ਕੇ ਤੁਹਾਡੇ ਕੋਲੇ ਕਿੱਦਾਂ ਆ ਜਾ, ਮੇਰੀ ਤਾਂ ਸਰਕਾਰੀ ਨੌਕਰੀ ਹੈ, ਫੌਜ ਦੀ ਨੌਕਰੀ ਹੈ, ਨਹੀਂ ਛੱਡ ਸਕਦਾ, ਮੇਰੇ ਬੱਚੇ ਨੇ, ਮੇਰੀ ਵਾਈਫ ਹੈ, ਕਿੱਥੇ ਜਾਣਗੇ। ਸ਼ਿਵ ਇਹਨਾਂ ਦਾ ਵੀ ਅਰੇਂਜਮੈਂਟ ਹੋ ਜੂ, ਤੂੰ ਚਿੰਤਾ ਨਾ ਕਰ, ਇਹਨਾਂ ਦਾ ਵੀ ਹੋ ਜੂ ਸਭ। ਮੈਂ ਕਿਹਾ ਨਹੀਂ ਗੁਰੂ ਜੀ, ਤੁਸੀਂ ਸਰਕਾਰੀ ਨੌਕਰੀ ਛੱਡਣੀ ਫੌਜ ਦੀ ਔਖੀ ਹੈ, ਨਹੀਂ ਛੱਡ ਸਕਦਾ ਬੰਦਾ। ਨਹੀਂ ਸ਼ਿਵ ਤੂੰ ਛੱਡ ਦੇ ਨੌਕਰੀ, ਮੈਂ ਗੱਲਾਂ ਤੇਰੇ ਨਾਲ ਗੱਲਾਂ ਬਾਤਾਂ ਕਰਿਆ ਕਰਾਂਗੇ ਆਪਾਂ, ਉਹੀ ਬਚਪਨ ਦੀਆਂ ਗੱਲਾਂ ਮੇਰੇ ਨਾਲ, ਬਸ ਜਦੋਂ ਵੀ ਅਸੀਂ ਇਕੱਠੇ ਹੋਣਾ ਉਹੀ ਬਚਪਨ ਦੀਆਂ ਸਕੂਲ ਦੀਆਂ ਗੱਲਾਂ। ਜਨਵਰੀ 2007 ਤੋਂ ਲੈ ਕੇ ਮੈਂ ਹਰ ਸੈਚਰਡੇ ਸੰਡੇ ਗੁਰੂ ਜੀ ਕੋਲੇ ਆਂਦਾ ਹੁੰਦਾ ਸੀ। ਹਰ ਸੈਚਰਡੇ ਸੰਡੇ ਮੈਂ ਗੁਰੂ ਜੀ ਕੋਲ ਆਣਾ, ਪੂਰਾ शिवरात्रि मनाई, नवा साल, हर सैटरडे संडे एम्पायर स्टेट च आना, शिवरात्रि मनाई इत्थे बड़े मंदिर। उदों मंदिर पूरा तैयार नहीं सी होया, मतलब कि फिनिशिंग नहीं होया सी, लास्ट हाले काफ़ी कुछ रहिंदा सी, प्लस्तर वगैरह भी काफ़ी रहिंदे सी ते हाले अनकंप्लीट सी, कंप्लीट नहीं होया सी। ਤਾਂ ਮੈਨੂੰ ਜਦੋਂ ਮੈਂ ਜਾਣਾ ਗੁਰੂ ਜੀ ਕੋਲੇ ਨਾ, ਰਾਤ ਨੂੰ 1 ਵਜੇ ਕਹਿੰਦੇ ਚੱਲ ਸ਼ਿਵ ਆਪਾਂ ਮੰਦਿਰ ਦੇਖ ਕੇ ਆਉਂਦੇ ਹਾਂ। ਬੜੀ ਵਾਰ ਮੰਦਿਰ ਦੇਖਣ ਚਲੇ ਜਾਣਾ ਸੀ। ਉਸ ਤੋਂ ਬਾਅਦ ਜਦੋਂ ਸ਼ਿਵਰਾਤਰੀ ਮਨਾਈ, ਨਵਾਂ ਸਾਲ ਬੜੇ ਮੰਦਿਰ ਮਨਾਇਆ ਉਹਨਾਂ ਨੇ, ਬਹੁਤ ਰੌਣਕ ਮੇਲਾ ਸੀ, ਧੂਮ ਧੜਕਾ, ਇੰਨੀ ਦੁਨੀਆ ਆਈ ਹੋਈ ਸੀ, ਬਹੁਤ ਰਸ਼ ਸੀ, ਮੈਨੂੰ ਯਾਦ ਹੈ। ਉਸ ਤੋਂ ਬਾਅਦ ਸ਼ਿਵਰਾਤਰੀ ਆਈ, ਸ਼ਿਵਰਾਤਰੀ ਨੂੰ ਬੜੇ ਧੂਮ ਧੜਕਾ, ਦੁਨੀਆ ਟੁੱਟ ਟੁੱਟ ਪੈ ਰਹੀ ਸੀ, ਬਲੈਸਿੰਗ ਹੋ ਰਹੀ ਸੀ ਸੰਗਤ ਜਾ ਕੇ, ਜਦੋਂ ਵੀ ਜਿਹੜਾ ਜਾਂਦਾ ਸੀ ਉਸ ਦਿਨ ਮੈਨੂੰ ਪਤਾ ਗੁਰੂ ਜੀ ਨੇ ਬਲੈਸ ਕੀਤਾ ਸਭ ਨੂੰ। शिवरात्रि तो बाद मैं हर सैटरडे संडे आता सी, अंबाले मेरी पोस्टिंग थी। लास्ट मैं जो आया अप्रैल बैसाखी 2007, वो मेरी जिंदगी का दिन याद ही रहूगा। 13 अप्रैल 2007 की गल है, मैं गुरु जी को आया सी, गुरु जी नाल गप्पा मार रहे सी, रात के 1:15 बज गया सी। बाहरली संगत जा चुकी सी, जी बाहर खड़ी सी, मंदिर के अंदर बहुत रश सी ਤੇ बहुत संगत नच टप रही सी, गान वाले गा रहे सी, भंगड़ा टीमां, रिंकू जी ने अपने कनेडा सैटल ने ਜਿਹੜੇ कि अपनी भंगड़ा टीम लेके आए सी, वो भी भंगड़ा पा रहे सी कि रश सी, बड़े लोग ब्लैस हो रहे सी, सानू भी गुरु जी ने ब्लैस किया। मैं रात को 1:15 बजे गुरु जी ने कहा, गुरु जी मैनू इजाजत दो, मेरी सवेरे ड्यूटी मैं जाना चाहना। शिव हुण तू कदों आएगा? मैं गुरु जी मैं तो हर सैटरडे संडे तुहाडे कोल आना, नैक्सट सैटरडे फिर आ जाऊंगा। शिव वादा करके जा कि तू नैक्सट सैटरडे आएगा। मैं कहा गुरु जी वादे तो टुट जाते हैं, तुसीं वादा ना लो, मैं तो हर सैटरडे वादे तो तोड़ने वास्ते लेंदे ने। मैं हसन लग गया गुरु जी, नहीं शिव तू वादा करके जा, तू आएगा, मैं आपां गल्लां करनियां। ठीक है गुरु जी, मैं हसदे ने कहा, मैं 3 बारी मजाक च कह गया, मैं कहा आऊँगा गुरु जी, आऊँगा आऊँगा, 3 बारी कहा। तो गुरु जी कहते हस पे, कहते ठीक है शिव मैं तेरा इंतजार करूँ, अगले सैटरडे आपां गल्लां करांगे, तू आई। मैं ठीक है गुरु जी मैं आऊँगा। इन्नी गल हुई, गुरु जी तो इजाजत लई हथ जोड़ के, गुरु जी ने आशीर्वाद दिता। मैं सी, मेरे नाल ब्रदर सी जनरल कौशल, असीं आए, आके बाहर झाड़ियां जिहां तो उदों जिहड़ियां सी इन्ना प्लेन नहीं सी हुंदा, जिथे पार्किंग होई है, असीं उत्थे झाड़ियां दे विच साडी गड्डी खड़ी सी, दुनिया जा चुकी सी, उत्थे कोई नहीं सी, लाइटां चल रहीआं सी। असीं गड्डी च बैठे तो मेरे ब्रदर गड्डी स्टार्ट करन लगे, तो मैं नाल बैठा सी, मूहरे साइड ड्राइवर साइड तो ब्रदर बैठे सी, मैं दूजी साइड से बैठा सी। तो मैं जदों स्टार्ट करन लगे देखिया कि लैफ्ट साइड से एक परछावां आया। मैं कहा परछावां कौन आ गया? रात के 1:30 बजे कौन आ गया बाहर मंदिर के अंदरों? तो मैं देखा बाहर जो झाक के देखा, तो लैफ्ट साइड से झाकिया तो बाहर गुरु जी खड़े सी, नंगे पैर सी। मैं हाथ जोड़े, मैं फटाफट, पहले तो साड़ी उदों शीशे आटोमैटिक शीशियां वाली गड्डी नहीं सी, मैं फटाफट वो हैंडल घुमाया नीचे नूं, वो नीचे शीशा करया, हाथ जोड़े, गुरु जी तुहाडे नंगे पैर ने, तुसीं संगत नूं खाली गड्डी छड्ड के साडे कोल आए, मैं तो तुहाडे कोल इजाजत लैके आया, तुहाडे कोलों इजाजत लई आ गुरु जी मैं जावां। तुसीं कहा ठीक है शिव अगले हफ्ते आपां आई, आपां गल्लां करांगे, वादा करके आया, तुसीं नंगे पैर आ गए। शिव ये तो तेरा दोस्त है,
ਉੱਥੇ ਤਾਂ ਗੁਰੂ ਜੀ ਗੱਦੀ 'ਤੇ ਬੈਠੇ ਨੇ, ਗੁਰੂ ਜੀ ਸੰਗਤ 'ਚ ਬੈਠੇ ਨੇ, ਤੇਰਾ ਦੋਸਤ ਹੈ। ਮੈਂ ਫਿਰ ਕਿਹਾ ਗੁਰੂ ਜੀ ਜਾਓ, ਗੱਦੀ ਖਾਲੀ ਹੈ। ਨਹੀਂ ਸ਼ਿਵ, ਗੁਰੂ ਜੀ ਗੱਦੀ 'ਚ ਹੀ ਬੈਠੇ ਨੇ, ਇਹ ਤਾਂ ਤੇਰਾ ਦੋਸਤ, ਤੈਨੂੰ ਵਾਅਦਾ ਯਾਦ ਕਰਾਉਣ ਆਇਆ। ਮੈਨੂੰ ਨਹੀਂ ਸਮਝ ਆਏ ਉਹ ਮੇਰਾ ਦੋਸਤ ਕੌਣ ਸੀ। ਮੈਂ ਦੇਖਦਾ ਰਿਹਾ, ਗੱਲਾਂ ਕਰੀਆਂ ਇੱਕ ਦੋ। ਮੈਂ ਗੁਰੂ ਜੀ ਤੁਸੀਂ ਜਾਓ, ਜਾਓ ਤੁਸੀਂ, ਗੁਰੂ ਜੀ ਮੈਂ ਤੁਹਾਨੂੰ ਬਲੈਸ ਕਰੋ ਮੈਨੂੰ, ਤੁਸੀਂ ਜਾਓ, ਗੱਦੀ ਨਾ ਖਾਲੀ ਛੱਡੋ। ਗੁਰੂ ਜੀ ਕਹਿੰਦੇ ਠੀਕ ਹੈ ਸ਼ਿਵ, ਤੂੰ ਅਗਲੇ ਹਫ਼ਤੇ ਤੇਰੀ ਵੇਟ ਕਰੂੰਗਾ। ਇੰਨੀ ਗੱਲ ਹੋਈ ਤਾਂ ਮੈਂ ਬ੍ਰਦਰ ਨੂੰ ਇਹ ਮੂੰਹ ਕਰਕੇ ਕਿਹਾ ਚਲੋ ਕਰੋ ਸਟਾਰਟ ਗੱਡੀ। ਜਦ ਮੈਂ ਏਦਾਂ ਦੇਖਿਆ, ਨਾ ਕੋਈ ਪਰਛਾਵਾਂ ਸੀ ਉੱਥੇ, ਨਾ ਕੋਈ ਗੇਟ ਤੱਕ ਗਿਆ ਬੰਦਾ, ਨਾ ਕੋਈ ਅੱਗੇ ਨਾ ਪਿੱਛੇ, ਕੋਈ ਨਹੀਂ ਸੀ। ਉਹ ਕੌਣ ਸੀ, ਉਹ ਪਰਛਾਵਾਂ ਕਿੱਥੇ ਗਿਆ, ਕੌਣ ਕਿੱਥੋਂ ਆਇਆ ਸੀ, ਇਹ ਗੁਰੂ ਜੀ ਜਾਣਦੇ ਨੇ। ਮੈਂ ਉਹਨਾਂ ਦੀ ਐਟ ਏ ਟਾਈਮ 2 ਜਗ੍ਹਾ ਪ੍ਰੈਜੈਂਸ ਦੇਖੀ, ਮੰਦਿਰ ਦੇ ਅੰਦਰ ਤੇ ਗੱਡੀ ਦੇ। ਖੈਰ ਅਸੀਂ ਚੱਲ ਪਏ, ਸਾਰੇ ਰਾਤ ਸੋਚਦੇ ਆਏ ਕਿ ਕੌਣ ਸੀ ਕੌਣ ਸੀ। ਇਹ ਇੱਕ ਸਟਿਕ ਉਹ ਪਰਛਾਵਾਂ ਡਿਊਟੀ ਸ਼ੁਰੂ ਹੋ ਗਈ। ਅਗਲਾ ਹਫਤਾ ਆਇਆ, ਗੁਰੂ ਜੀ ਨੇ ਵਾਅਦਾ ਕਰਕੇ ਆਇਆ ਸੀ ਕਿ ਮੈਂ ਆਊਂਗਾ, ਪਰ ਮੇਰੀ ਡਿਊਟੀ ਲੱਗ ਗਈ, ਮੈਂ ਨਹੀਂ ਜਾ ਸਕਿਆ। ਮੇਰੀ ਡਿਊਟੀ ਲੱਗੀ, ਮੈਂ ਡਿਊਟੀ ਤੇ ਚਲਾ ਗਿਆ, ਮੈਂ ਨਹੀਂ ਜਾ ਸਕਿਆ। ਉਸ ਤੋਂ ਅਗਲਾ ਸੈਚਰਡੇ ਆਇਆ, ਅਗਲਾ ਸੈਚਰਡੇ ਆਇਆ, ਅਗਲਾ ਸੈਚਰਡੇ ਆਇਆ, ਮੇਰੀਆਂ ਡਿਊਟੀਆਂ ਲੱਗਦੀਆਂ ਗਈਆਂ, ਮੈਂ ਨਹੀਂ ਜਾ ਸਕਿਆ। 30 ਮਈ 2007 30 ਮਈ 2007 ਦੀ ਗੱਲ ਹੈ ਕਿ 30 ਮਈ 2007 ਦੀ ਗੱਲ ਹੈ। ਮੈਂ ਰਾਤ ਨੂੰ ਜਿੱਥੇ ਹੁਣ ਮੈਂ ਬੈਠਾ ਸਤਸੰਗ ਕਰ ਰਿਹਾ, ਇਹ ਮੇਰਾ ਬੈਡਰੂਮ ਹੈ, ਇਹ ਮੇਰੇ ਬੈਡਰੂਮ ਵਿੱਚ ਮੈਂ ਲੇਟਿਆ ਹੋਇਆ ਸੀ। 30 ਮਈ 2007 ਆਪਣੇ ਬੈਡਰੂਮ ਵਿੱਚ ਲੇਟਿਆ ਹੋਇਆ ਸੀ। ਰਾਤ ਦੇ ਤਕਰੀਬਨ 1:15 ਵਜੇ ਦੇ ਕਰੀਬ ਮੇਰਾ ਜਿਹੜਾ ਡਰਾਇੰਗ ਰੂਮ ਹੈ ਪਿੱਛੇ, ਉਹਦੇ ਵਿੱਚ ਮੇਰਾ ਟੈਲੀਫੋਨ ਲੈਂਡਲਾਈਨ ਪਿਆ ਸੀ। ਉੱਥੇ ਬੈਲ ਹੋਈ, ਬੈਲ ਹੋ ਹੀ ਗਈ। ਪਹਿਲਾਂ ਤਾਂ ਮੈਂ ਨਹੀਂ ਚੱਕਿਆ, ਜਦੋਂ ਬੈਲ ਨਹੀਂ ਹੋਣੋਂ ਹਟੀ ਮੈਂ ਟੈਲੀਫੋਨ ਚੱਕਿਆ, ਮੈਂ ਕਿਹਾ ਹੈਲੋ। ਉੱਠਿਆ, ਜਾ ਕੇ ਟੈਲੀਫੋਨ ਚੱਕਿਆ, ਮੈਂ ਕਿਹਾ ਹੈਲੋ ਕੌਣ। ਰਾਤ ਦੇ 1:15 ਅੱਗੇ ਤੋਂ ਆਵਾਜ਼ ਆਈ, ਸ਼ਿਵ ਤੇਰਾ ਵਾਅਦਾ ਕਿੱਥੇ ਗਿਆ, ਤੇਰਾ ਵਾਅਦਾ ਕਿੱਥੇ ਗਿਆ, ਤੂੰ ਤਾਂ ਅਗਲੇ ਹਫ਼ਤੇ ਆਣਾ ਸੀ, ਤੈਨੂੰ ਤਾਂ 1.5 ਮਹੀਨਾ ਹੋ ਗਿਆ, 6-7 ਸੰਡੇ ਨਿਕਲ ਗਏ, ਸੈਚਰਡੇ ਨਿਕਲ ਗਏ, ਤੂੰ ਤਾਂ ਆਇਆ ਹੀ ਨਹੀਂ ਦੁਬਾਰਾ ਮੁੜ ਕੇ। ਮੈਂ ਗੁਰੂ ਜੀ ਸੌਰੀ, ਮੈਂ ਤੋਂ ਨਹੀਂ ਆਇਆ ਗਿਆ, ਮੇਰੀ ਡਿਊਟੀਆਂ ਲੱਗ ਗਈਆਂ, ਮੈਂ ਕਿਤੇ ਕਿਤੇ ਚਲਾ ਗਿਆ, ਮੈਂ ਨਹੀਂ ਆ ਸਕਿਆ, ਮੈਂ ਸਵੇਰੇ ਪਹਿਲੀ ਵਾਰ ਆਊਂਗਾ, ਮੈਨੂੰ ਮਾਫ ਕਰੋ। ਕਹਿੰਦੇ ਸ਼ਿਵ ਹੁਣ ਨਾ ਤੂੰ ਆਵੀਂ, ਮੈਂ ਤਾਂ ਤੈਨੂੰ ਬਲੈਸ ਕਰਨ ਵਾਸਤੇ, ਤੇਰਾ ਕਲਿਆਣ ਕਰਨ ਵਾਸਤੇ ਤੈਨੂੰ ਬੁਲਾਇਆ ਸੀ, ਤੈਨੂੰ ਬਲੈਸ ਕਰਨਾ ਸੀ, ਤੇਰਾ ਕਲਿਆਣ ਕਰਨਾ ਸੀ, ਤੈਨੂੰ ਖੁਸ਼ੀਆਂ ਰਹਿਣਗੀਆਂ ਜ਼ਿੰਦਗੀ 'ਚ। ਮੈਂ ਗੁਰੂ ਜੀ ਮੈਂ ਸਵੇਰੇ ਆ ਰਿਹਾ ਪਹਿਲੀ ਵਾਰ, ਤੁਸੀਂ ਨਾਰਾਜ਼ ਨਾ ਹੋ। ਨਹੀਂ ਸ਼ਿਵ ਨਾਰਾਜ਼ ਨਹੀਂ ਹੋ ਰਿਹਾ, ਮੈਂ ਤਾਂ ਤੈਨੂੰ ਬਲੈਸ ਕਰਨਾ ਸੀ, ਕਲਿਆਣ ਕਰਨਾ ਸੀ, ਤੇ ਹੁਣ ਤੂੰ ਨਾ ਆਈ, ਮੈਂ ਤੈਨੂੰ ਨਹੀਂ ਮਿਲਣਾ। ਮੈਂ ਕੀ ਗੱਲ ਕੋਈ ਸਤਸੰਗ ਵਗੈਰਾ ਤੇ ਜਾ ਰਹੇ ਹੋ। ਨਹੀਂ ਸ਼ਿਵ ਸਤਸੰਗ ਤੇ ਨਹੀਂ ਮੈਂ ਜਾ ਰਿਹਾ, ਇਹ ਤਾਂ ਆਪਣੀ ਲਾਸਟ ਮੁਲਾਕਾਤ ਹੈ, ਹੁਣ ਆਪਾਂ ਨਹੀਂ ਕਦੇ ਮਿਲਾਂਗੇ, ਹੁਣ ਆਪਾਂ ਕਦੇ ਨਹੀਂ ਮਿਲਾਂਗੇ, ਆਪਣੀ ਕਦੇ ਗੱਲਬਾਤ ਨਹੀਂ ਹੋਊਗੀ। ਮੈਂ ਕਿਹਾ ਕਿਉਂ ਨਹੀਂ ਹੋਣੀ ਗੁਰੂ ਜੀ, ਮੈਂ ਸਵੇਰੇ ਆ ਰਿਹਾ, ਆਪਾਂ ਸਵੇਰੇ ਗੱਲਬਾਤ ਹੋਊਗੀ। ਨਹੀਂ ਸ਼ਿਵ ਹੁਣ ਨਹੀਂ ਤੂੰ ਆਪਣੀ ਗੱਲਬਾਤ ਹੋਣੀ ਕਦੇ ਵੀ, ਲਾਸਟ ਮੁਲਾਕਾਤ ਹੈ, ਲਾਸਟ ਗੱਲਬਾਤ ਹੈ, ਮੈਂ ਤਾਂ ਤੈਨੂੰ ਬਲੈਸ ਕਰਨਾ ਸੀ, ਤੇਰਾ ਕਲਿਆਣ ਕਰਨਾ ਸੀ, ਤੈਨੂੰ ਆਉਣਾ ਚਾਹੀਦਾ ਸੀ, ਤੂੰ ਨਹੀਂ ਆਇਆ, ਕੋਈ ਗੱਲ ਨਹੀਂ, ਤੇਰਾ ਕਲਿਆਣ ਕੀਤਾ, ਤੈਨੂੰ ਬਲੈਸ ਕੀਤਾ। ਇੱਕ ਗੱਲ ਤੂੰ ਯਾਦ ਰੱਖੀ ਕਿ ਤੈਨੂੰ ਸੰਗਤ ਬਹੁਤ ਪਿਆਰ ਕਰੂ, ਤੈਨੂੰ ਸੰਗਤ ਬਹੁਤ ਪਿਆਰ ਕਰੂਗੀ। ਮੈਂ ਗੁਰੂ ਜੀ ਮੇਰੀ ਕੋਈ ਸੰਗਤ ਨਹੀਂ, ਮੈਨੂੰ ਤਾਂ ਇੱਕ ਬੰਦਾ ਨਹੀਂ ਜਾਣਦਾ ਦਿੱਲੀ ਦਾ, ਕੋਈ ਬਾਹਰਲਾ, ਤੁਹਾਡੀ ਜਿੰਨੀ ਤੇਰੀ ਸੰਗਤ ਹੈ ਕਿਸੇ ਨੂੰ ਕੀ ਪਤਾ ਮੈਂ ਤੁਹਾਡਾ ਦੋਸਤ ਹਾਂ। ਮੈਂ ਤਾਂ ਚੁੱਪਚਾਪ ਆਉਣਾ, ਤੁਹਾਡੇ ਕੋਲ ਬੈਠਣਾ, ਗੱਲਾਂ ਗੁੱਲਾਂ ਕਰਕੇ ਚਲਾ ਜਾਣਾ, ਤੁਹਾਡੇ ਨਾਲ ਗੱਪਾਂ ਮਾਰ ਕੇ ਚਲਾ ਜਾਣਾ ਮੈਂ, ਤੁਸੀਂ ਮੈਨੂੰ ਬਲੈਸ ਕਰ ਦਿਓ, ਮੇਰਾ ਕਲਿਆਣ ਕਰ ਦਿਓ, ਮੈਂ ਬਹੁਤ ਜ਼ਿੰਦਗੀ ਮੇਰੀ ਖੁਸ਼ੀਆਂ ਭਰੀ ਹੈ। ਕਹਿੰਦੇ ਨਹੀਂ ਸ਼ਿਵ ਤੇਰਾ ਕਲਿਆਣ ਕਰਤਾ, ਤੈਨੂੰ ਬਲੈਸ ਕਰਤਾ, ਬਸ ਤੈਨੂੰ ਸੰਗਤ ਬਹੁਤ ਪਿਆਰ ਕਰੂਗੀ, ਲਾਸਟ ਵਰਡ ਸੀ ਗੁਰੂ ਜੀ ਦਾ। ਇੰਨੀ ਗੱਲ ਹੋਈ, ਸਾਰਾ ਟੈਲੀਫੋਨ ਕੱਟ ਗਿਆ। ਟੈਲੀਫੋਨ ਕੱਟਣ ਤੇ ਮੈਂ ਟੈਲੀਫੋਨ ਰੱਖ ਕੇ ਜਦੋਂ ਆਪਣੇ ਬੈਡਰੂਮ ਵੱਲ ਜਾਣ ਲੱਗਿਆ ਸੀ ਤਾਂ ਮੇਰੀ ਮਿਸਿਸ ਨੇ ਆਵਾਜ਼ ਮਾਰੀ, ਇਹ ਬੈਡਰੂਮ ਵੱਲ ਆਉਣ ਲੱਗਿਆ ਤਾਂ ਤੁਸੀਂ ਕਿਹਦੇ ਨਾਲ ਗੱਲਾਂ ਕਰੀ ਜਾ ਰਹੇ ਹੋ, ਕੀ ਸੀ ਕਹਿੰਦੀ। ਮੈਂ ਕਿਹਾ ਜੀ ਗੁਰੂ ਜੀ ਦਾ ਟੈਲੀਫੋਨ ਸੀ, ਪਤਾ ਨਹੀਂ ਅੱਜ ਕਿੱਦਾਂ ਦੀਆਂ ਗੱਲਾਂ ਕਰ ਰਹੇ ਸੀ, ਤੂੰ ਆਉਣਾ ਚਾਹੀਦਾ ਸੀ, ਤੂੰ ਆਇਆ ਨਹੀਂ, ਤੈਨੂੰ ਬਲੈਸ ਕੀਤਾ, ਤੇਰਾ ਕਲਿਆਣ ਕਰਤਾ, ਇਹ ਆਪਣੀ ਲਾਸਟ ਗੱਲਬਾਤ ਹੈ, ਹੁਣ ਆਪਾਂ ਕਦੇ ਨਹੀਂ ਮਿਲਾਂਗੇ, ਤੈਨੂੰ ਸੰਗਤ ਬਹੁਤ ਪਿਆਰ ਕਰੂ, ਇਹੋ ਜਿਹੀਆਂ ਗੱਲਾਂ ਕਰ ਰਹੇ ਸੀ। ਮਿਸਿਸ ਕਹਿੰਦੀ ਤੁਹਾਡਾ ਦਿਮਾਗ ਠੀਕ ਹੈ, ਆਪਣਾ ਤਾਂ 1.5-2 ਮਹੀਨੇ ਹੋ ਗਏ ਟੈਲੀਫੋਨ ਡਿਸਕਨੈਕਟ ਹੈ, ਆਪਾਂ ਤਾਂ ਤਾਰ ਵੀ ਤੁਰਵਾਤੀ ਹੈ, ਤੁਸੀਂ ਡੈਡ ਟੈਲੀਫੋਨ ਤੇ ਖੜੇ ਗੱਲਾਂ ਕਰੀ ਜਾ ਰਹੇ ਹੋ, ਨਾ ਕੋਈ ਤਾਰ ਲੱਗੀ ਹੋਈ ਹੈ ਇਹਨੂੰ, ਨਾ ਕੁਛ ਸਹੀ ਇਹਦੇ ਵਿੱਚ ਕਨੈਕਸ਼ਨ ਹੈ, ਕੁਛ ਵੀ ਨਹੀਂ ਹੈ, ਤੁਸੀਂ ਇੰਸਟਰੂਮੈਂਟ ਨਾਲ ਹੀ ਗੱਲਾਂ ਕਰੀ ਜਾ ਰਹੇ ਹੋ। ਮੈਂ ਫਟਾਫਟ ਦੌੜਾ ਗਿਆ, ਜਾ ਕੇ ਟੈਲੀਫੋਨ ਚੱਕਿਆ, ਹੈਲੋ 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 ਕਰਦਾ ਰਿਹਾ, ਨਾ ਉਹਦੇ ਵਿੱਚ ਕੋਈ ਡਾਇਲ ਟੋਨ ਸੀ, ਨਾ ਉਹਦੇ ਵਿੱਚ ਕੋਈ ਆਵਾਜ਼ ਸੀ। ਇਹੀ ਮੇਰੇ ਦੋਸਤ ਦੀ ਲਾਸਟ
ਕੀਤਾ, ਮੈਨੂੰ ਕਲਿਆਣ ਕੀਤਾ ਮੇਰਾ। ਮੈਂ ਤਕਰੀਬਨ 3 ਵਜੇ ਤੱਕ ਬੜਾ ਅਪਸੈਟ ਰਿਹਾ ਕਿ ਦੋਸਤ ਕੀ ਗੱਲਾਂ ਕਰ ਗਏ ਤੁਸੀਂ ਆਪਣੇ ਨਾਲ, ਕਿੱਦਾਂ ਨਹੀਂ ਅਸੀਂ ਮਿਲਾਂਗੇ। ਆਪਾਂ ਤਾਂ ਸਵੇਰੇ ਮੈਂ ਦਿਲ 'ਚ ਧਾਰ ਲਿਆ ਕਿ ਸਵੇਰੇ ਜਾਣਾ ਹੀ ਜਾਣਾ ਆਪਾਂ ਗੁਰੂ ਜੀ ਕੋਲ। ਅੱਜ ਨਾਰਾਜ਼ ਹੋ ਰਹੇ ਸੀ ਗੁਰੂ ਜੀ ਕਿ ਲਾਸਟ ਮੁਲਾਕਾਤ ਨਹੀਂ, ਮੈਂ ਤਾਂ ਸਵੇਰੇ ਜਾ ਕੇ ਮਿਲੂੰਗਾ ਗੁਰੂ ਜੀ। ਪਰ ਗੁਰੂ ਜੀ ਕਹਿੰਦੇ ਸੀ, ਮੈਂ ਦਿਲ 'ਚ ਇਹ ਵੀ ਸੋਚਦਾ ਕਿ ਆਪਾਂ ਨਹੀਂ ਮਿਲਾਂਗੇ, ਕਿਉਂ ਨਹੀਂ ਮਿਲਾਂਗੇ। ਸੋਚਦਾ ਸੋਚਦਾ ਮੈਂ 3 ਵਜੇ ਸੌਂ ਗਿਆ। 3 ਵਜੇ ਮੇਰੀ ਅੱਖ ਲੱਗੀ। ਉਸ ਤੋਂ ਬਾਅਦ 5 ਵਜੇ ਮੇਰਾ ਟੈਲੀਫੋਨ, ਮੋਬਾਈਲ ਟੈਲੀਫੋਨ ਵੱਜਿਆ, ਕਿਉਂਕਿ ਮੋਬਾਈਲ ਸੀ ਉਦੋਂ ਮੇਰੇ ਕੋਲ, ਲੈਂਡਲਾਈਨ ਤਾਂ ਡੈਡ ਹੋ ਗਿਆ, ਮੈਂ ਬੰਦ ਕਰਾਇਆ ਸੀ। ਮੋਬਾਈਲ ਤੇ ਟੈਲੀਫੋਨ ਮੇਰੇ ਬ੍ਰਦਰ ਜਨਰਲ ਕੌਸ਼ਲ ਦਾ ਫੋਨ ਆਇਆ, ਸ਼ਿਵ ਗੁਰੂ ਇਜ਼ ਨੋ ਮੋਰ। ਗੁਰੂ ਜੀ ਦੁਨੀਆ ਛੱਡ ਕੇ ਜਾ ਚੁੱਕੇ ਨੇ, ਆਪਣਾ ਚੋਲਾ ਛੱਡ ਕੇ ਅਗਲੀ ਦੁਨੀਆ ਕਿਤੇ ਜਾ ਰਹੇ ਨੇ, ਚਲੇ ਗਏ ਨੇ ਜਿੱਥੇ ਬਲੈਸ ਕਰਨ ਵਾਸਤੇ। ਮੈਂ ਕਿਹਾ ਜੀ ਰਾਤ ਤਾਂ 1:15 ਵਜੇ ਮੇਰੇ ਨਾਲ ਫੋਨ ਤੇ ਗੱਲ ਹੋਈ ਆ ਉਹਨਾਂ ਦੀ। ਕਹਿੰਦੇ ਸ਼ਿਵ ਉਹਨਾਂ ਦੀ ਤਾਂ 30 ਤਰੀਕ ਦੀ ਰਾਤ ਨੂੰ ਹੀ ਤਬੀਅਤ ਖਰਾਬ ਹੋ ਗਈ ਸੀ। ਮਹਾਂਪੁਰਸ਼ਾਂ ਨੂੰ ਕੌਣ ਕਹੇ ਵੀ ਉਹ ਆਪਦਾ ਚੋਲਾ ਛੱਡਤਾ ਉਹਨਾਂ ਨੇ। ਉਹਨਾਂ ਨੂੰ ਹਸਪੀਟਲ ਲੈ ਗਏ, ਏਮਜ਼ ਲੈ ਗਏ। ਏਮਜ਼ ਦੇ ਵਿੱਚ ਡਾਕਟਰ ਨੇ ਬੜੀ ਕੋਸ਼ਿਸ਼ ਕੀਤੀ, ਪਰ ਮਹਾਂਪੁਰਸ਼ ਜਾਣੀ ਜਾਨ ਗਿਆਨੀ ਬੰਦੇ, ਰੱਬ ਦਾ ਪ੍ਰਮਾਤਮਾ ਆਪਦੀ ਮਰਜ਼ੀ ਨਾਲ ਸਰੀਰ ਛੱਡ ਕੇ ਗਏ ਨੇ। ਉਹਨਾਂ ਨੂੰ ਕੌਣ ਕਹੇ ਵੀ ਤੁਸੀਂ, ਜਦੋਂ ਚਲੇ ਗਏ ਉਹਨਾਂ ਦੀ ਆਪਣੀ ਮਰਜ਼ੀ ਨਾਲ ਗਏ ਨੇ। ਡਾਕਟਰਾਂ ਨੇ ਬੜੀ ਕੋਸ਼ਿਸ਼ ਕੀਤੀ, 2-2:30 ਵਜੇ ਜਾ ਕੇ ਉਹਨਾਂ ਨੂੰ ਕਿਹਾ ਜੀ ਇਹ ਤਾਂ ਅਗਲੀ ਦੁਨੀਆ 'ਚ ਬਲੈਸ ਕਰਨ ਜਾ। ਬੜਾ ਮੈਂ ਅਪਸੈਟ ਹੋਇਆ, ਬਹੁਤ ਡਿਸਟਰਬ ਹੋਇਆ। ਉਹ ਦੋਸਤ ਜਿਹੜੇ ਬਚਪਨ ਤੋਂ ਲੈ ਕੇ ਮੇਰੇ ਨਾਲ ਗੱਲਾਂ ਬਾਤਾਂ ਇਕੱਠੇ ਰਹੇ, ਹੱਸੇ ਖੇਡੇ, ਬਹੁਤ ਮੇਰੇ ਪੰਚ ਹੋਇਆ। ਮੈਂ ਰੋਇਆ, ਅੱਖਾਂ ਭਰ ਕੇ ਰੋਇਆ ਕਿ ਦੋਸਤ ਮੈਨੂੰ ਛੱਡ ਗਿਆ। ਆਪਾਂ ਤਾਂ ਵਾਅਦਾ ਕਰਦੇ ਹੁੰਦੇ ਸੀ ਆਪਾਂ ਇਕੱਠੇ ਅੱਜ ਜਾਵਾਂਗੇ ਦੁਨੀਆ 'ਚੋਂ, ਆਪਾਂ ਤਾਂ ਇਹ ਵਾਅਦਿਆਂ 'ਚ ਜੀਏ ਸੀ, ਇਕੱਠੇ ਜੀਵਾਂਗੇ, ਇਕੱਠੇ ਮਰਾਂਗੇ, ਤੁਸੀਂ ਛੱਡ ਗਏ। ਖੈਰ ਟਾਈਮ ਬੀਤਦਾ ਗਿਆ। ਅੱਜ ਵੀ ਉਹ ਟੈਲੀਫੋਨ, ਅੱਜ ਵੀ ਉਹ ਟੈਲੀਫੋਨ ਪਿਆ। ਮੈਂ ਕੋਲੇ ਖੜਾ ਰਹਿਣਾ ਵੀ ਸ਼ਾਇਦ ਮੇਰਾ ਦੋਸਤ ਕਦੇ ਫਿਰ ਵੀ ਇਹ 'ਚੋਂ ਆਵਾਜ਼ ਮਾਰੇ, ਫਿਰ ਵੀ ਕਹੂਗਾ ਸ਼ਿਵ ਕੀ ਹਾਲਤ ਹੈ, ਤੈਨੂੰ ਬਲੈਸ ਕੀਤਾ ਸ਼ਿਵ। ਪਰ 13 ਸਾਲ ਹੋ ਗਏ ਨੇ, ਉਹ ਆਵਾਜ਼ ਨੂੰ ਮੈਂ ਇੰਤਜ਼ਾਰ ਕਰਦਾ ਕਿ ਕਿਸੇ ਦਿਨ ਮੇਰਾ ਦੋਸਤ ਇਸ ਟੈਲੀਫੋਨ, ਡੈਡ ਟੈਲੀਫੋਨ 'ਚੋਂ ਮੈਨੂੰ ਫਿਰ ਕਹੂਗਾ ਸ਼ਿਵ ਤੈਨੂੰ ਬਲੈਸ ਕੀਤਾ, ਤੇਰਾ ਕਲਿਆਣ ਕੀਤਾ। ਪਰ 13 ਸਾਲ ਤੋਂ ਕੋਈ ਆਵਾਜ਼ ਨਹੀਂ ਆਈ। ਮੈਂ ਤੁਹਾਨੂੰ ਇਹੀ ਕਹੂੰਗਾ 2-3 ਗੱਲਾਂ। ਨੰਬਰ 1, ਸਤਸੰਗ ਤੋਂ ਬਾਅਦ ਸਿੱਧੇ ਘਰ ਜਾਓ। ਜਦੋਂ ਵੀ ਕਿਤੇ ਸਤਸੰਗ ਹੁੰਦੇ ਆ, ਕਿਉਂਕਿ ਅੱਜ ਕੱਲ੍ਹ ਤਾਂ ਕਰੋਨਾ ਕਰਕੇ ਬੰਦ ਨੇ, ਜਦੋਂ ਸਤਸੰਗ ਹੁੰਦਾ ਤੁਸੀਂ ਸਤਸੰਗ ਅਟੈਂਡ ਕਰਦੇ ਹੋ। ਗੁਰੂ ਜੀ ਕਹਿੰਦੇ ਹੁੰਦੇ ਸੀ ਸਤਸੰਗ ਤੋਂ ਬਲੇਸਿੰਗਸ ਲੈ ਕੇ ਸਿੱਧਾ ਆਪਣੇ ਘਰ ਜਾਓ। ਰਸਤੇ 'ਚ ਕਿਤੇ ਸ਼ਾਪਿੰਗ ਮਾਲ, ਕਿਤੇ ਰੇਹੜੀਆਂ ਤੇ ਕੋਈ ਸ਼ਾਪਿੰਗ ਨਾ ਕਰੋ, ਤੁਹਾਡੀਆਂ ਬਲੇਸਿੰਗਸ ਉੱਥੇ ਹੀ ਰਹਿ ਜਾਣਗੀਆਂ। ਨੰਬਰ 1। ਨੰਬਰ 2, ਗੁਰੂ ਜੀ ਦੇ ਨਾਲ ਡਾਇਰੈਕਟ ਕਨੈਕਸ਼ਨ ਬਣਾ ਕੇ ਰੱਖੋ। ਡਾਇਰੈਕਟ ਕਨੈਕਸ਼ਨ ਦਾ ਮਤਲਬ ਹੈ ਮੈਂ ਸ਼ਿਵ ਅੰਕਲ ਤੁਹਾਨੂੰ ਗਾਈਡ ਕਰ ਸਕਦਾ, ਤੁਹਾਨੂੰ ਗੁਰੂ ਜੀ ਬਾਰੇ ਦੱਸ ਸਕਦਾ, ਬਚਪਨ ਦੱਸ ਸਕਦਾ ਉਹਨਾਂ ਦਾ ਕਿਵੇਂ ਬੀਤਿਆ, ਕੀ ਸ਼ਕਤੀਆਂ ਸੀ, ਕਿਵੇਂ ਉਹ ਸ਼ਕਤੀਸ਼ਾਲੀ ਸੀ, ਕੀ ਕਰ ਸਕਦੇ ਸੀ ਉਹ। ਪਰ ਜਿਹੜੀਆਂ ਬਲੇਸਿੰਗਸ ਨੇ ਉਹ ਤੁਹਾਡੇ ਮੰਨਣ ਨਾਲ ਨੇ। ਮੈਂ ਤਾਂ ਇੱਕ ਫੌਜ ਦਾ ਰਿਟਾਇਰਡ ਆਫੀਸਰ ਹਾਂ, ਮੈਂ ਨਾ ਕੋਈ ਵਿਦਵਾਨ ਹਾਂ, ਨਾ ਕੋਈ ਗਿਆਨੀ ਹਾਂ, ਨਾ ਮੈਂ ਕੋਈ ਬਲੈਸ ਕਰ ਸਕਦਾ ਕਿਸੇ ਨੂੰ। ਬਲੈਸਿੰਗ ਤਾਂ ਗੁਰੂ ਜੀ ਦੀਆਂ ਨੇ, ਉਹੀ ਬਲੈਸ ਕਰਦੇ ਨੇ। ਸ਼ਰਤ ਇਹ ਹੈ ਕਿ ਤੁਹਾਡੀ ਸ਼ਰਧਾ ਹੋਣੀ ਚਾਹੀਦੀ ਹੈ ਕਿ ਤੁਸੀਂ ਗੁਰੂ ਜੀ ਨਾਲ ਜੁੜੇ ਹੋਏ ਹੋ, ਤੁਹਾਨੂੰ ਗੁਰੂ ਜੀ ਬਲੈਸ ਕਰਨਗੇ। ਸਤਸੰਗ ਤੋਂ ਬਾਅਦ ਸਿੱਧਾ ਘਰ ਜਾਣਾ ਤੁਸੀਂ। ਤੀਸਰੀ ਗੱਲ, ਬੜੇ ਅੰਕਲ ਆਂਟੀਆਂ ਕਹਿ ਦਿੰਦੇ ਨੇ ਜੀ ਹੁਣ ਗੁਰੂ ਜੀ ਨੇ ਆਹ ਆਦੇਸ਼ ਕਰਤਾ, ਜੇ ਕਰਤਾ, ਗੁਰੂ ਜੀ ਨੇ ਅੱਜ ਹੁਕਮ ਕਰਤਾ ਹੈ, ਅੱਜ ਇਹ ਹੁਕਮ ਇਹ ਕਰਤਾ। ਗੁਰੂ ਜੀ ਕਦੇ ਹੁਕਮ ਕਰਦੇ ਨਹੀਂ ਸੀ, ਕਦੇ ਹੁਕਮ ਨਹੀਂ ਕਰਦੇ ਸੀ। ਗੁਰੂ ਜੀ ਤਾਂ ਬਹੁਤ ਭੋਲੇ ਸੀ, ਗੁਰੂ ਜੀ ਤਾਂ ਸਿਰਫ ਬਲੈਸ ਕਰਦੇ ਸੀ, ਸਿਰਫ ਬਲੈਸ ਕਰਦੇ ਸੀ। ਇਸ ਕਰਕੇ ਕਿਸੇ ਅੰਕਲ ਆਂਟੀਆਂ ਦੇ ਚੱਕਰਾਂ 'ਚ ਨਾ ਆਇਓ। ਬੜੇ ਮੈਂ ਦੇਖਿਆ ਕਿ ਅੱਜ ਗੁਰੂ ਜੀ ਨੇ ਕਿਹਾ ਫਲਾਣੀ ਆਂਟੀ 5000 ਦੇਊਗੀ, ਆਪਾਂ ਨੇ ਸਤਸੰਗ ਕਰਨਾ, ਤੂੰ ਆਹ ਕਰ, ਤੂੰ ਉਹ ਕਰ। ਐਸਾ ਕੁਛ ਨਹੀਂ ਹੈ, ਕਿਸੇ ਦੇ ਚੱਕਰ 'ਚ ਆਉਣ ਦੀ ਲੋੜ ਨਹੀਂ ਹੈ। ਗੁਰੂ ਜੀ ਨਾਲ ਡਾਇਰੈਕਟ ਲਿੰਕ ਰੱਖੋ। ਕੋਈ ਪੁਰਾਣੀ ਸੰਗਤ ਨਹੀਂ ਹੈ। ਮੈਂ ਤਾਂ 1962 ਤੋਂ ਜੁੜਿਆ ਹਾਂ, ਪਰ ਜਿਹੜਾ ਅੱਜ ਵੀ ਗੁਰੂ ਜੀ ਨਾਲ ਦਿਲੋਂ ਜੁੜ ਗਿਆ ਨਾ, ਉਹ ਵੀ ਪੁਰਾਣੀ ਹੈ। ਜਿਹੜਾ ਪੁਰਾਣਾ ਗੁਰੂ ਜੀ ਨੂੰ ਦਿਲੋਂ ਨਹੀਂ ਮੰਨਦਾ ਉਹ ਵੀ ਨਵਾਂ ਆ, ਉਹ ਵੀ ਗੁਰੂ ਜੀ ਨਾਲ ਕੋਈ ਭਗਤ ਨਹੀਂ ਹੈ, ਇਹਦਾ ਮਤਲਬ। ਇਸ ਕਰਕੇ ਦਿਲੋਂ ਜੁੜੋ, ਦਿਲੋਂ ਮੰਨੋ, ਦਿਲੋਂ ਮੰਨਣ ਨਾਲ ਤੁਹਾਨੂੰ ਬਲੈਸਿੰਗ ਮਿਲਣਗੀਆਂ। ਤੀਸਰਾ, ਲੰਗਰ ਪ੍ਰਸ਼ਾਦ। ਲੰਗਰ ਪ੍ਰਸ਼ਾਦ ਗੁਰੂ ਜੀ ਕਹਿੰਦੇ ਹੁੰਦੇ ਇੱਥੇ ਖਾਓਗੇ, ਸਤਸੰਗ ਤੇ ਖਾਓਗੇ, ਇਹ ਦਵਾਈ ਹੈ, ਘਰੇ ਲਿਜਾਓਗੇ ਮਠਾਈ ਹੈ। ਇਸ ਕਰਕੇ ਗੁਰੂ ਜੀ ਦਾ ਜਿਹੜਾ ਲੰਗਰ ਪ੍ਰਸ਼ਾਦ ਹੈ ਉਹ ਤੁਸੀਂ ਸਤਸੰਗ ਦੇ ਵਿੱਚ ਹੀ ਕਰਨਾ ਜ਼ਰੂਰੀ ਹੈ ਕਿ ਘਰੇ ਮਤ ਲਿਜਾਓ। ਕਈ ਮੈਂ ਦੁਨੀਆ ਦੇ ਸਤਸੰਗਾਂ ਤੇ ਦੇਖਦਾ, ਦੁਨੀਆ ਲਿਫਾਫਿਆਂ ਦੇ ਭਰ ਕੇ ਘਰੇ ਲਿਜਾ ਕੇ ਫਰਿੱਜਾਂ ਚਲਾ ਲੈਂਦੇ, 2-4 ਦਿਨ ਖਾਂਦੇ ਰਹਿੰਦੇ ਨੇ। ਇਹ ਕੰਮ ਠੀਕ ਨਹੀਂ ਹੈ, ਬਲੈਸਿੰਗ ਨਹੀਂ ਹੈ। ਪੂਰੀ ਕੰਮ ਕਰੂ ਤੁਹਾਨੂੰ ਨੁਕਸਾਨ ਕਰੂ, ਫਾਇਦਾ ਨਹੀਂ ਕਰਨਾ। ਜੇ ਕੋਈ ਬਜ਼ੁਰਗ ਹੈ ਜਾਂ ਕੋਈ ਬੱਚਾ ਨਹੀਂ ਆ ਸਕਿਆ, ਤੁਸੀਂ ਉਹਦੇ ਵਾਸਤੇ ਲਿਜਾ ਸਕਦੇ, ਉਹਦੇ ਵਾਸਤੇ ਤੁਸੀਂ ਲੈ ਜਾਓ। ਪਰ ਇਹ ਨਹੀਂ ਹੈ ਕਿ ਸਟਾਕ ਕਰਕੇ ਕਰ ਲਿਆ। ਕੋਈ ਸਤਸੰਗ ਦੇ ਜਿਹੜੇ ਵਿੱਚ ਲੰਗਰ ਹੈ ਉਹ ਉੱਥੇ ਹੀ ਖਾ ਕੇ ਜਾਓ, ਸਿੱਧਾ ਘਰ ਜਾਓ, ਰਸਤੇ 'ਚ ਨਾ ਰੁਕੋ। ਤੀਸਰੀ ਗੱਲ,
ਜੋ ਬੜੇ ਮੰਦਿਰ ਦੇ ਵਿੱਚ ਸ਼ਕਤੀ ਹੈ ਉਹਦਾ ਕੋਈ ਰੀਸ ਹੀ ਨਹੀਂ ਹੈ। ਜਦੋਂ ਤੁਹਾਨੂੰ ਕਿਤੇ ਟਾਈਮ ਮਿਲਦਾ ਤਾਂ ਦਰਸ਼ਨ ਜ਼ਰੂਰ ਕਰੋ ਗੁਰੂ ਜੀ ਦੀ ਗੱਦੀ ਦੇ, ਗੁਰੂ ਜੀ ਦੇ ਮੰਦਿਰ ਦੇ ਅੰਦਰ ਜਾਓ। ਜਦੋਂ ਜਾਣਾ ਤਾਂ ਗੱਲਾਂ ਨਹੀਂ ਕਰਦੇ ਜਾਣਾ। ਜਦ ਤੁਸੀਂ ਮੰਦਿਰ ਦੇ ਅੰਦਰ ਐਂਟਰ ਹੋਗੇ ਗੱਲਬਾਤ ਬਿਲਕੁਲ ਬੰਦ। ਮੰਤਰ ਜਾਪ ਕਰਦੇ ਮੱਥਾ ਟੇਕ ਕੇ ਲੰਗਰ ਪ੍ਰਸ਼ਾਦ ਕਰੋ, ਆਪਦੇ ਬਾਹਰ ਜਾਓ, ਫਿਰ ਜੋ ਮਰਜ਼ੀ ਗੱਲਾਂ ਕਰੀ ਜਾਓ। ਮੰਦਿਰ ਤੋਂ ਬਾਅਦ ਸਿੱਧੇ ਘਰ ਆਓ ਜੀ, ਬਲੇਸਿੰਗ ਲੈਣੀਆਂ ਨੇ। ਲੋਕਾਂ ਨੂੰ ਪਤਾ ਹੀ ਨਹੀਂ, ਮੰਦਿਰ ਗਏ, ਮੰਦਿਰ ਤੋਂ ਬਾਅਦ ਜਾ ਕੇ ਜੀ ਆਪਣੀ ਦੁਕਾਨਾਂ ਦੇ ਵਿੱਚ ਸ਼ਾਪਿੰਗ ਕਰਨ ਲੱਗੇ, ਕੋਈ ਕੱਪੜਾ ਕੋਈ ਸਭ, ਐਸੀ ਗੱਲ ਨਹੀਂ ਹੈ। ਸਿੱਧਾ ਇੱਕ ਵਾਰੀ ਘਰ ਆ ਜਾਓ, ਫਿਰ ਜਿੱਥੇ ਮਰਜ਼ੀ ਜਾਓ ਬਲੇਸਿੰਗ ਲੈ। ਬਾਕੀ ਗੁਰੂ ਜੀ ਬੈਠੇ ਨੇ ਬਲੈਸ ਕਰਨ ਵਾਲੇ, ਉਹ ਹੀ ਮਾਲਕ ਨੇ, ਉਹ ਸ਼ਕਤੀ ਉਹਨਾਂ ਦੀ ਹੈ। ਕਿਸੇ ਅੰਕਲ ਆਂਟੀਆਂ ਦੇ ਚੱਕਰਾਂ 'ਚ ਨਾ ਆਇਓ। ਕਈ ਅੰਕਲ ਕਹਿੰਦੇ ਨੇ ਮੈਂ ਮੇਰੀ ਸ਼ਕਤੀ ਆ ਗਈ, ਮੈਂ ਬਲੈਸ ਕਰ ਦਿੰਦਾ, ਮੈਂ ਕਲਿਆਣ ਕਰ ਦਿੰਦਾ, ਮੈਂ ਤਵੀਤ ਪਾ ਦਿੰਦਾ, ਮੈਂ ਕੜਾ ਪਾ ਦਿੰਦਾ, ਮੈਂ ਫਲਾਣਾ। ਕੁਛ ਨਹੀਂ ਹੈ। ਉਹ ਮਾਲਕ ਗੁਰੂ ਜੀ ਕੋਈ ਨੇ। ਮਤ ਕਿਸੇ ਦੇ ਚੱਕਰਾਂ 'ਚ ਫਸੋ। ਮੈਂ ਤੁਹਾਨੂੰ ਬਾਰ-ਬਾਰ ਸਮਝਾਉਣਾ, ਗੁਰੂ ਜੀ ਦੀ ਸ਼ਕਤੀ ਸਿਰਫ ਗੁਰੂ ਜੀ ਨੇ। ਹੋਰ ਕਿਸੇ ਅੰਕਲ ਆਂਟੀਆਂ ਦੇ ਚੱਕਰ 'ਚ ਮਤ ਫਸਣਾ। ਗੁਰੂ ਜੀ ਨਾਲ ਡਾਇਰੈਕਟ ਕਨੈਕਸ਼ਨ ਜੋੜੋ, ਗੁਰੂ ਜੀ ਨੂੰ ਧਿਆਓ, ਸਵੇਰੇ ਉੱਠ ਕੇ 2-3 ਵਾਰ ਮੰਤਰ ਜਾਪ ਕਰ ਦਿਓ, ਤੁਹਾਡਾ ਕਲਿਆਣ ਹੀ ਕਲਿਆਣਾ। ਬਾਕੀ ਫੇਰ ਕਦੇ ਮਿਲਾਂਗੇ। ਜੈ ਗੁਰੂ ਜੀ, ਜੈ ਗੁਰੂ ਜੀ।